Praise the Lord to all. ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। And I hope you all are doing good in the presence of Lord. ਤੇ ਮੈਂ ਇਹ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਪਰਮੇਸ਼ਵਰ ਦੀ ਉਪਸਥਿਤੀ ਦੇ ਵਿੱਚ ਬਹੁਤ ਵਧੀਆ ਹੋਵੋਗੇ। And I welcome you to the encounter with the God of your testimony. ਤੇ ਅੱਜ ਮੈਂ ਸਵਾਗਤ ਕਰਦੀ ਹਾਂ ਤੁਹਾਡੇ ਗਵਾਹੀਆਂ ਦੇ ਪਰਮੇਸ਼ਵਰ ਦੇ ਨਾਲ ਮੁਲਾਕਾਤ ਦੇ ਵਿੱਚ। Hallelujah. 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 Don't let this temperature affect your energy in the presence of God. ਅੱਜ ਦੇ ਦਿਨ ਦਾ ਤਾਪ ਤੁਹਾਡੀ ਸ਼ਕਤੀ ਦੇ ਉੱਤੇ ਅਸਰ ਨਾ ਕਰੇ। Because the fire of God is ready to come to you today. ਕਿਉਂਕਿ ਜਿਹੜਾ ਪਰਮੇਸ਼ਵਰ ਹੈ ਉਹ ਤੁਹਾਡੇ ਕੋਲ ਅੱਜ ਆਉਣਾ ਚਾਹੁੰਦਾ ਹੈ। The fire of God is going to come to you today. ਅੱਜ ਪਰਮੇਸ਼ਵਰ ਦੀ ਅੱਗ ਤੁਹਾਡੇ ਕੋਲ ਆਉਣਾ ਚਾਹੁੰਦੀ ਹੈ। It's going to fill you with the everlasting burning fire. ਪਰਮੇਸ਼ਵਰ ਦੀ ਅੱਗ ਤੁਹਾਨੂੰ ਹਮੇਸ਼ਾ ਦੀ ਅੱਗ ਦੇ ਨਾਲ ਅੱਜ ਭਰਨਾ ਚਾਹੁੰਦੀ ਹੈ। Get ready for that. ਅੱਜ ਉਸ ਅੱਗ ਦੇ ਲਈ ਤਿਆਰ ਹੋਵੋ। Hallelujah. 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 Today is the day of your testimony. ਅੱਜ ਦਾ ਦਿਨ ਤੁਹਾਡੀ ਗਵਾਹੀ ਦਾ ਦਿਨ ਹੈ। I said today is the day of testimony. ਮੈਂ ਕਿਹਾ ਕਿ ਅੱਜ ਦਾ ਦਿਨ ਤੁਹਾਡੀ ਗਵਾਹੀ ਦਾ ਦਿਨ ਹੈ। Amen. ਆਮੇਨ। I want to listen a bigger amen. ਮੈਂ ਬਹੁਤ ਵੱਡਾ ਆਮੀਨ ਤੁਹਾਡੇ ਤੋਂ ਸੁਣਨਾ ਚਾਹੁੰਦੀ ਹਾਂ। Amen. ਆਮੇਨ। Amen. Hallelujah. So, you know what? No matter what your testimony is, no matter what you are going through today, ਇਹ ਮਾਇਨੇ ਨਹੀਂ ਰੱਖਦਾ ਕਿ ਤੁਹਾਡੀ ਜਿਹੜੀ ਗਵਾਹੀ ਹੈ ਉਹ ਕਿੰਨੀ ਵੱਡੀ ਹੈ ਜਾਂ ਕਿੰਨੀ ਛੋਟੀ ਹੈ ਜਾਂ ਕਿਹਨਾਂ ਪਰਿਸਥਿਤੀਆਂ ਦੇ ਵਿੱਚੋਂ ਦੀ ਤੁਸੀਂ ਗੁਜ਼ਰ ਰਹੇ ਹੋ। the testimony you're going to have or you will have today, ਜਿਹੜੀ ਗਵਾਹੀ ਤੁਹਾਡੀ ਅੱਜ ਬਣਨ ਵਾਲੀ ਹੈ ਜਾਂ ਅੱਜ ਜਿਹੜੀ ਬਣੇਗੀ, you have to share this with other people. ਤੁਹਾਨੂੰ ਆਪਣੀ ਗਵਾਹੀ ਹੋਰ ਲੋਕਾਂ ਦੇ ਨਾਲ ਸਾਂਝੀ ਕਰਨੀ ਹੈ। Don't be shy to share what you went through. ਤੁਸੀਂ ਉਸ ਚੀਜ਼ ਨੂੰ ਦੱਸਣ ਦੇ ਬਾਰੇ, ਕਿਸੇ ਦੇ ਨਾਲ ਸਾਂਝਾ ਕਰਨ ਦੇ ਬਾਰੇ ਵਿੱਚ ਬਿਲਕੁਲ ਵੀ ਨਾ ਸ਼ਰਮਾਇਓ। You know what? God says, I want to use you as my own vessel. ਕਿਉਂਕਿ ਪਰਮੇਸ਼ਵਰ ਕਹਿੰਦੇ ਹਨ ਕਿ ਮੈਂ ਤੁਹਾਨੂੰ ਆਪਣਾ ਸਾਮਰਥੀ ਬਰਤਨ ਬਣਾ ਕੇ ਵਰਤਣਾ ਚਾਹੁੰਦਾ ਹਾਂ। And there are many people around us ਤੇ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਹੁੰਦੇ ਹਨ that can only be saved through your testimony. ਜਿਹੜੇ ਸਿਰਫ ਤੁਹਾਡੀ ਗਵਾਹੀ ਦੱਸਣ ਦੇ ਨਾਲ ਹੀ ਬਚਾਏ ਜਾ ਸਕਦੇ ਹਨ। Their life can be changed through your testimony. ਉਹਨਾਂ ਦੇ ਜੀਵਨ ਸਿਰਫ ਉਦੋਂ ਹੀ ਬਦਲ ਸਕਦੇ ਹਨ ਜਦੋਂ ਤੁਸੀਂ ਉਹਨਾਂ ਨੂੰ ਆਪਣੀ ਗਵਾਹੀ ਜਾ ਕੇ ਦੱਸੋਗੇ। God himself is not going to come and go and talk to people that come to church. I want to talk to you. I want to save you. No, he has chosen you as his vessels and you have to serve him. ਇਹ ਇਦਾਂ ਨਹੀਂ ਹੋਣ ਵਾਲਾ ਕਿ ਪਰਮੇਸ਼ਵਰ ਆਪ ਹੀ ਧਰਤੀ ਤੇ ਉਤਰ ਜਾਣ ਤੇ ਲੋਕਾਂ ਦੇ ਨਾਲ ਜਾ ਕੇ ਗੱਲ ਕਰਨਾ ਸ਼ੁਰੂ ਕਰ ਦੇਣ ਕਿ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਹਾਂ, ਤੂੰ ਚਰਚ ਦੇ ਵਿੱਚ ਆਇਆ ਕਰ। ਪਰ ਪਰਮੇਸ਼ਵਰ ਸਾਨੂੰ ਵਰਤਦੇ ਹਨ ਆਪਣਾ ਸਾਮਰਥੀ ਬਰਤਨ ਬਣਾ ਕੇ ਕਿ ਅਸੀਂ ਲੋਕਾਂ ਤੱਕ ਪਰਮੇਸ਼ਵਰ ਦੀ ਆਵਾਜ਼ ਨੂੰ ਪਹੁੰਚਾਈਏ। For he has chosen you to glorify him and to spread his gospel in this world. ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਚੁਣਿਆ ਹੈ ਕਿ ਤੁਸੀਂ ਪਰਮੇਸ਼ਵਰ ਦੇ ਜਲਾਲੀ ਕੰਮਾਂ ਨੂੰ ਲੋਕਾਂ ਦੇ ਵਿੱਚ ਦੱਸੋ ਤੇ ਪਰਮੇਸ਼ਵਰ ਦੇ ਸੁਸਮਾਚਾਰ ਦਾ ਪ੍ਰਚਾਰ ਕਰੋ। You are not an ordinary soul. You are different. You are uniquely made. ਤੁਸੀਂ ਕੋਈ ਸਧਾਰਨ ਆਤਮਾ ਨਹੀਂ ਹੋ, ਤੁਸੀਂ ਬਹੁਤ ਵੱਖਰੇ ਤਰੀਕੇ ਦੇ ਨਾਲ ਪਰਮੇਸ਼ਵਰ ਦੇ ਵੱਲੋਂ ਬਣਾਏ ਗਏ ਹੋ। Know your worth in Christ. ਆਪਣੀ ਕੀਮਤ ਨੂੰ ਮਸੀਹ ਦੇ ਵਿੱਚ ਜਾਣੋ। You are not worthless. ਤੁਸੀਂ ਬੇਕੀਮਤੇ ਨਹੀਂ ਹੋ। He died on the cross just because he wanted to save you, because he wanted to give you life. ਯਿਸੂ ਸਲੀਬ ਦੇ ਉੱਤੇ ਮਰੇ ਤੁਹਾਡੇ ਲਈ ਤਾਂ ਕਿ ਉਹ ਤੁਹਾਨੂੰ ਬਚਾ ਸਕਣ ਤੇ ਤੁਹਾਡੀ ਜਾਨ ਨੂੰ ਬਚਾ ਸਕਣ। Why he did that? Why he went through all the pain and suffering? Because he wanted to serve you. He wanted a purpose into your life. He had a great purpose into your life for other people. ਯਿਸੂ ਨੇ ਇਹ ਸਭ ਕੁਝ ਤੁਹਾਡੇ ਲਈ ਕਿਉਂ ਕੀਤਾ? ਕਿਉਂਕਿ ਯਿਸੂ ਦਾ ਤੁਹਾਡੇ ਜੀਵਨ ਦੇ ਵਿੱਚ ਇੱਕ ਖਾਸ ਜਿਹੜਾ ਮਕਸਦ ਹੈ, ਉਹ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਦੇ ਕੰਮਾਂ ਦੇ ਲਈ ਵਰਤੇ ਜਾਓ। And your worth is found in Christ. ਤੇ ਜਿਹੜੀ ਤੁਹਾਡੀ ਕੀਮਤ ਹੈ ਉਹ ਮਸੀਹ ਦੇ ਵਿੱਚ ਆ ਕੇ ਤੁਹਾਨੂੰ ਪਤਾ ਲੱਗਦੀ ਹੈ। There will be some people that will say, okay, God healed me, it's okay. I got healed because I prayed and I'm going to pray and everything is going to be okay in my life. And they say it's enough for them. It's not enough.
ਕੁਝ ਲੋਕ ਹੁੰਦੇ ਹਨ ਕਿ ਜਦੋਂ ਉਹ ਚੰਗਿਆਈ ਪਾਉਂਦੇ ਹਨ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹ ਜ਼ਿਆਦਾ ਪ੍ਰਾਰਥਨਾ ਕਰਦੇ ਹਨ, ਉਹਨਾਂ ਨੇ ਆਪਣੇ ਲਈ ਪ੍ਰਾਰਥਨਾ ਕੀਤੀ ਹੈ ਤਾਂ ਇਸ ਕਰਕੇ ਉਹ ਚੰਗੇ ਹੋ ਗਏ ਹਨ। But God uses us, His body. We are His body in Christ, and He using His body to save souls. ਪਰ ਪਰਮੇਸ਼ਵਰ ਸਾਡਾ ਇਸਤੇਮਾਲ ਕਰਦੇ ਹਨ ਲੋਕਾਂ ਦੇ ਤੱਕ ਪਹੁੰਚਣ ਦੇ ਲਈ। ਅਸੀਂ ਮਸੀਹ ਦੇ ਵਿੱਚ ਮਸੀਹ ਦੀ ਦੇਹ ਹਾਂ ਜੋ ਅਸੀਂ ਲੋਕਾਂ ਦੇ ਕੋਲ ਜਾ ਕੇ ਲੋਕਾਂ ਨੂੰ ਪਰਮੇਸ਼ਵਰ ਦੇ ਬਾਰੇ ਦੱਸਦੇ ਹਾਂ। And I want to, we want to talk on a very important matter today. ਅਸੀਂ ਅੱਜ ਇੱਕ ਬਹੁਤ ਹੀ ਖਾਸ ਗੱਲ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ। And before that, I want to tell you that a problem can only be solved if you know what the problem is. ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪਰਿਸਥਿਤੀਆਂ ਉਦੋਂ ਹੀ ਸੁਲਝ ਸਕਦੀਆਂ ਹਨ ਜਦੋਂ ਤੁਹਾਨੂੰ ਪਤਾ ਹੋਵੇ ਕਿ ਸਮੱਸਿਆ ਕੀ ਹੈ ਤੇ ਕਿੱਥੇ ਹੈ। Most of the believers, ਬਹੁਤ ਸਾਰੇ ਜਿਹੜੇ ਵਿਸ਼ਵਾਸੀ ਹਨ they say that demon cannot come into their life. ਉਹ ਕਹਿੰਦੇ ਹਨ ਕਿ ਜਿਹੜੇ ਭੂਤ ਹਨ, ਸ਼ੈਤਾਨ ਹੈ, ਉਹ ਉਹਨਾਂ ਦੇ ਜੀਵਨ ਦੇ ਵਿੱਚ ਨਹੀਂ ਆ ਸਕਦਾ। Because they say we fast, we pray, we spread the gospel, we pray for a pastor pray for us, so demon cannot come into their lives. ਕਿਉਂਕਿ ਉਹ ਇਦਾਂ ਸੋਚਦੇ ਹਨ ਕਿ ਅਸੀਂ ਤਾਂ ਬਹੁਤ ਪ੍ਰਾਰਥਨਾ ਕਰਦੇ ਹਾਂ, ਅਸੀਂ ਤਾਂ ਪਰਮੇਸ਼ਵਰ ਦੇ ਸੁਸਮਾਚਾਰ ਨੂੰ ਵੀ ਫੈਲਾਉਂਦੇ ਹਾਂ, ਅਸੀਂ ਤਾਂ ਆਪਣੇ ਪ੍ਰਚਾਰਕ ਦੇ ਲਈ ਵੀ ਪ੍ਰਾਰਥਨਾ ਕਰਦੇ ਹਾਂ ਤੇ ਸਾਡਾ ਪ੍ਰਚਾਰਕ ਵੀ ਸਾਡੇ ਲਈ ਪ੍ਰਾਰਥਨਾ ਕਰਦਾ ਹੈ ਤੇ ਜਿਹੜਾ ਸ਼ੈਤਾਨ ਹੈ ਉਹ ਸਾਡੇ ਜੀਵਨ ਦੇ ਵਿੱਚ ਆ ਨਹੀਂ ਸਕਦਾ। I mean to say the problems that are coming into your life are from demon. ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਵੀ ਸਮੱਸਿਆ ਤੁਹਾਡੇ ਜੀਵਨ ਦੇ ਵਿੱਚ ਆਉਂਦੀ ਹੈ ਉਹ ਸ਼ੈਤਾਨ ਦੇ ਵੱਲੋਂ ਭੇਜੀ ਗਈ ਹੁੰਦੀ ਹੈ। I want to clarify, even if you are closer to God, even if you carry the fire of God, even then the demon is gonna come at the door and knock your door that he wants to come inside. ਮੈਂ ਤੁਹਾਨੂੰ ਸਪਸ਼ਟ ਰੂਪ ਦੇ ਵਿੱਚ ਦੱਸ ਦੇਣਾ ਚਾਹੁੰਦੀ ਹਾਂ ਕਿ ਚਾਹੇ ਤੁਸੀਂ ਕਿੰਨੇ ਵੀ ਪ੍ਰਾਰਥਨਾ ਕਰਦੇ ਹੋਵੋ, ਚਾਹੇ ਤੁਸੀਂ ਪਰਮੇਸ਼ਵਰ ਦੀ ਅੱਗ ਦੇ ਨਾਲ ਭਰੇ ਹੋਏ ਹੋਵੋ, ਪਰ ਜਿਹੜਾ ਸ਼ੈਤਾਨ ਹੈ ਉਹ ਤੁਹਾਡੇ ਦਰਵਾਜ਼ੇ ਤੇ ਆ ਕੇ ਖਟਖਟਾਉਂਦਾ ਹੈ ਕਿ ਤੁਸੀਂ ਉਸ ਦੇ ਲਈ ਦਰਵਾਜ਼ਾ ਖੋਲੋ। Because he is so serious about his kingdom. ਕਿਉਂਕਿ ਜਿਹੜਾ ਦੁਸ਼ਟ ਹੈ, ਜਿਹੜਾ ਸ਼ੈਤਾਨ ਹੈ, ਉਹ ਆਪਣੇ ਰਾਜ ਨੂੰ ਲੈ ਕੇ ਬਹੁਤ ਗੰਭੀਰ ਹੈ। He wants you to be the part of his kingdom instead of the kingdom of heaven. ਉਹ ਚਾਹੁੰਦਾ ਹੈ ਕਿ ਤੁਸੀਂ ਸਵਰਗ ਦੇ ਰਾਜ ਦੇ ਅਧਿਕਾਰੀ ਨਾ ਹੋ ਕੇ ਸ਼ੈਤਾਨ ਦੇ ਰਾਜ ਦੇ ਅਧਿਕਾਰੀ ਹੋਵੋ। And you can only stop and shut the door for demon if you know he have the access into your life. ਤੇ ਸਿਰਫ ਤੁਸੀਂ ਉਦੋਂ ਹੀ ਦੁਸ਼ਟ ਦੇ ਖੋਲੇ ਗਏ ਦੁਆਰ ਨੂੰ ਬੰਦ ਕਰ ਸਕਦੇ ਹੋ ਜਦੋਂ ਤੁਹਾਨੂੰ ਪਤਾ ਹੋਵੇ ਕਿ ਹਾਂ ਮੈਂ ਇਹ ਜਿਹੜਾ ਦਰਵਾਜ਼ਾ ਹੈ ਉਹ ਸ਼ੈਤਾਨ ਦੇ ਲਈ ਖੋਲਿਆ ਸੀ। But if you don't agree that he can come, how come you close the door on his face? ਪਰ ਜੇ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੀ ਨਾ ਹੋਵੋ ਕਿ ਸ਼ੈਤਾਨ ਮੇਰੇ ਜੀਵਨ ਦੇ ਵਿੱਚ ਕਿੱਦਾਂ ਆ ਸਕਦਾ ਹੈ, ਮੈਂ ਤਾਂ ਉਹਦੇ ਲਈ ਕੋਈ ਦਰਵਾਜ਼ਾ ਨਹੀਂ ਖੋਲਿਆ ਹੈ। But today we're gonna flee every demon from your life in the name of Jesus Christ. ਪਰ ਅੱਜ ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚੋਂ ਹਰ ਇੱਕ ਦੁਸ਼ਟ ਨੂੰ ਭਜਾਉਣ ਵਾਲੇ ਹਾਂ। Amen. ਆਮੇਨ, Amen. ਆਮੇਨ। In Apostle Paul's time or in Apostle Peter's time, not everyone was brought in the church to get healed. ਪੌਲੁਸ ਰਸੂਲ ਦੇ ਸਮੇਂ ਤੇ ਰਸੂਲ ਪਤਰਸ ਦੇ ਸਮੇਂ ਦੇ ਵਿੱਚ ਹਰ ਕਿਸੇ ਨੂੰ ਹੈਕਲ ਦੇ ਵਿੱਚ ਚੰਗੇ ਹੋਣ ਦੇ ਲਈ ਨਹੀਂ ਲਿਆਂਦਾ ਗਿਆ ਸੀ। Not all the sick were brought to the church to get healed. ਸਾਰੇ ਬਿਮਾਰ ਉਸ ਸਮੇਂ ਹੈਕਲ ਦੇ ਵਿੱਚ ਚੰਗੇ ਹੋਣ ਦੇ ਲਈ ਨਹੀਂ ਲਿਆਏ ਗਏ। Not all of them got healed. ਨਾ ਹੀ ਉਹਨਾਂ ਦੇ ਵਿੱਚੋਂ ਸਾਰੇ ਚੰਗੇ ਕੀਤੇ ਗਏ। But the one that were on the track that they were meant to be got healed. ਪਰ ਉਹ ਜਿਹੜੇ ਉਸ ਸਮੇਂ ਹੈਕਲ ਦੇ ਵਿੱਚ ਲਿਆਏ ਗਏ ਤੇ ਉਹ ਚੰਗੇ ਕੀਤੇ ਗਏ। The one that were on the track they were meant to be got healed. ਜਿਹੜੇ ਪਰਮੇਸ਼ਵਰ ਦੇ ਅਨੁਸਾਰ ਪਰਮੇਸ਼ਵਰ ਦੀ ਆਗਿਆ ਦੇ ਵਿੱਚ ਆਏ ਤੇ ਉਸ ਹੈਕਲ ਦੇ ਵਿੱਚ ਉਸ ਸਮੇਂ ਲਿਆਂਦੇ ਗਏ ਸਨ, ਉਹ ਚੰਗੇ ਕੀਤੇ ਗਏ। People lack revelation today. ਅੱਜ ਲੋਕਾਂ ਦੇ ਕੋਲ ਪ੍ਰਕਾਸ਼ਨ ਦੀ ਕਮੀ ਹੈ। They arise questions like, people come to church, why they don't get healed? But the thing is, the word of God says, the one who have faith gets healed. But the one who do not have any faith, they don't get healed. ਜਿਹੜੇ ਲੋਕਾਂ ਦੇ ਕੋਲ ਪ੍ਰਕਾਸ਼ਨ ਦੀ ਕਮੀ ਹੈ ਉਹ ਬਹੁਤ ਸਾਰੇ ਇੱਦਾਂ ਦੇ ਪ੍ਰਸ਼ਨ ਕਰਦੇ ਹਨ ਕਿ ਜਿਹੜੇ ਲੋਕ ਹਨ ਉਹ ਚਰਚ ਦੇ ਵਿੱਚ ਤਾਂ ਜਾਂਦੇ ਹਨ ਪਰ ਉਹ ਚੰਗੇ ਕਿਉਂ ਨਹੀਂ ਹੁੰਦੇ? ਕਿਉਂਕਿ ਚੰਗੇ ਹੋਣ ਦੇ ਲਈ ਤੁਹਾਨੂੰ ਵਿਸ਼ਵਾਸ ਕਰਨ ਦੀ ਵੀ ਲੋੜ ਹੁੰਦੀ ਹੈ। Because intentions matter. ਕਿਉਂਕਿ ਤੁਹਾਡੀ ਆਪਣੀ ਇੱਛਾ ਬਹੁਤ ਮਾਇਨੇ What are ਰੱਖਦੀ your ਹੈ। intentions when you come in this place?
ਤੁਹਾਡੀ ਆਪਣੀ ਇੱਛਾ ਕੀ ਹੈ ਜਦੋਂ ਤੁਸੀਂ ਪਰਮੇਸ਼ਵਰ ਦੇ ਸਥਾਪਿਤ ਜਗ੍ਹਾ ਦੇ ਉੱਤੇ ਆਉਂਦੇ ਹੋ? Some people are like, we're gonna go to church and check if I get healed or not. This is not how things works. ਕਈ ਲੋਕੀ ਇਦਾਂ ਦੇ ਹੁੰਦੇ ਹਨ ਕਿ ਚਲੋ ਮੈਂ ਚਰਚ ਜਾ ਕੇ ਦੇਖ ਲੈਂਦਾ ਆ, ਕੀ ਪਤਾ ਮੈਂ ਚੰਗਾ ਹੋ ਜਾਵਾਂ, ਪਰ ਇਹ ਚੀਜ਼ਾਂ ਇਸ ਤਰ੍ਹਾਂ ਕੰਮ ਨਹੀਂ ਕਰਦੀਆਂ। My God is not like that. He wants you to put your faith upon him. ਮੇਰਾ ਪਰਮੇਸ਼ਵਰ ਇਦਾਂ ਦਾ ਪਰਮੇਸ਼ਵਰ ਨਹੀਂ ਹੈ। ਉਹ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਦੇ ਉੱਤੇ ਪੂਰਾ ਭਰੋਸਾ ਰੱਖੋ ਤੇ ਵਿਸ਼ਵਾਸ ਕਰੋ। Who are we to check on him? ਅਸੀਂ ਕੌਣ ਹੁੰਦੇ ਆ ਪਰਮੇਸ਼ਵਰ ਨੂੰ ਪਰਖਣ ਵਾਲੇ? He is the powerful God. He was the powerful God and he will be the powerful God. ਉਹ ਪਹਿਲਾਂ ਵੀ ਸ਼ਕਤੀਸ਼ਾਲੀ ਪਰਮੇਸ਼ਵਰ ਸੀ, ਉਹ ਹੁਣ ਵੀ ਸ਼ਕਤੀਸ਼ਾਲੀ ਪਰਮੇਸ਼ਵਰ ਹੈ ਤੇ ਉਹ ਅੱਗੇ ਨੂੰ ਵੀ ਸ਼ਕਤੀਸ਼ਾਲੀ ਪਰਮੇਸ਼ਵਰ But ਰਹੇਗਾ। what matters is your faith. ਪਰ ਕੀ ਮਾਇਨੇ ਰੱਖਦਾ ਹੈ? ਉਹ ਹੈ ਤੁਹਾਡਾ ਵਿਸ਼ਵਾਸ। You have to be in the will of God. ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਪਰਮੇਸ਼ਵਰ ਦੀ ਇੱਛਾ ਦੇ ਵਿੱਚ ਰਹੋ। You have to be in the will of God ਤੁਹਾਨੂੰ ਪਰਮੇਸ਼ਵਰ ਦੀ ਇੱਛਾ ਦੇ ਵਿੱਚ ਹੋਣਾ ਚਾਹੀਦਾ ਹੈ if you want to be free from demon. ਜੇ ਤੁਸੀਂ ਦੁਸ਼ਟ ਆਤਮਾਵਾਂ ਤੋਂ ਆਜ਼ਾਦ ਹੋਣਾ If you want to ਚਾਹੁੰਦੇ be ਹੋ, free from the demon of stress, if you want to be free from demon of anxiety, if you want to be free from the demon of sadness into your life, ਜੇ ਤੁਸੀਂ ਤਣਾਅ ਦੇ ਦੁਸ਼ਟ ਆਤਮਾ ਤੋਂ ਆਪਣੇ ਆਪ ਨੂੰ ਆਜ਼ਾਦ ਕਰਨਾ ਚਾਹੁੰਦੇ ਹੋ, ਜੇ ਤੁਸੀਂ ਨਿਰਾਸ਼ਾ ਦੇ ਦੁਸ਼ਟ ਆਤਮਾ ਤੋਂ ਆਪਣੇ ਆਪ ਨੂੰ ਆਜ਼ਾਦ ਕਰਨਾ ਚਾਹੁੰਦੇ ਹੋ, ਤੇ ਜੇ ਤੁਸੀਂ ਉਦਾਸੀ ਦੇ ਦੁਸ਼ਟ ਆਤਮਾ ਤੋਂ ਆਪਣੇ ਆਪ ਨੂੰ ਆਜ਼ਾਦ ਕਰਨਾ ਚਾਹੁੰਦੇ ਹੋ, it is true that sometimes demon come and try and possess you. ਇਹ ਸੱਚ ਹੈ ਕਿ ਕਦੀ-ਕਦੀ ਜਿਹੜਾ ਦੁਸ਼ਟ ਹੈ ਉਹ ਆਉਂਦਾ ਹੈ ਤੇ ਤੁਹਾਡੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ। He tries to knock at the door. ਉਹ ਕੋਸ਼ਿਸ਼ ਕਰਦਾ ਹੈ ਕਿ ਉਹ ਤੁਹਾਡੇ ਜੀਵਨ ਦੇ ਦਰਵਾਜ਼ੇ ਦੇ ਉੱਤੇ ਖਟਖਟਾਏ। He knocks and he knocks with a beautiful voice. He says that, can I come in? I'm gonna bring blessings into your life. I'm gonna show you fantasies that you want in your life. That's how he comes and knocks at your door. ਤੇ ਜਿਹੜਾ ਸ਼ੈਤਾਨ ਹੈ ਜਦੋਂ ਉਹ ਤੁਹਾਡੇ ਜੀਵਨ ਦੇ ਦਰਵਾਜ਼ੇ ਦੇ ਉੱਤੇ ਆਉਂਦਾ ਹੈ ਤੇ ਉਹ ਬਹੁਤ ਸੋਹਣੀ ਆਵਾਜ਼ ਦੇ ਨਾਲ ਕਹਿੰਦਾ ਹੈ ਕਿ ਮੈਂ ਤੇਰੇ ਜੀਵਨ ਦੇ ਵਿੱਚ ਆ ਜਾਵਾਂ, ਮੇਰੇ ਕੋਲ ਤੇਰੇ ਲਈ ਬਹੁਤ ਚੰਗੀਆਂ ਚੀਜ਼ਾਂ ਹਨ, ਮੇਰੇ ਕੋਲ ਤਾਂ ਤੇਰੇ ਲਈ ਬਹੁਤ ਸਾਰੀਆਂ ਆਸ਼ੀਸ਼ਾਂ ਹਨ। I'm gonna share my own testimony with you today. ਮੈਂ ਅੱਜ ਤੁਹਾਡੇ ਨਾਲ ਆਪਣੀ ਖੁਦ ਦੀ ਗਵਾਹੀ ਸਾਂਝਾ ਕਰਨਾ ਚਾਹੁੰਦੀ ਹਾਂ। Recently I went to Canada. ਹੁਣੇ ਹੀ ਮੈਂ ਕੈਨੇਡਾ ਗਈ ਸੀ And I went there with the mind that I'm gonna go and study there and I'm gonna come after 3 or 4 years after my studies. ਤੇ ਮੈਂ ਇਸ ਮਨ ਦੇ ਨਾਲ ਗਈ ਸੀ ਕੈਨੇਡਾ ਕਿ ਮੈਂ ਉੱਥੇ ਜਾ ਕੇ ਪੜਾਂਗੀ ਤੇ 3-4 ਸਾਲ ਉੱਥੇ ਪੜ੍ਹ ਕੇ ਫਿਰ ਵਾਪਸ ਇੰਡੀਆ ਆਵਾਂਗੀ। And everything was going so smooth. ਤੇ ਸਭ ਕੁਝ ਇੰਨਾ ਆਰਾਮਦਾਇਕ ਚੱਲ ਰਿਹਾ ਸੀ। I got a really nice believer family to live with. I got my job to work in. I applied in my university. Everything was going so good. ਤੇ ਮੈਂ ਜਿੱਥੇ ਰਹਿੰਦੀ ਸੀਗੀ ਮੈਨੂੰ ਉੱਥੇ ਵਿਸ਼ਵਾਸੀ ਘਰਾਣਾ ਮਿਲ ਗਿਆ ਜਿੱਥੇ ਮੈਂ ਉਹਨਾਂ ਦੇ ਨਾਲ ਆਰਾਮ ਦੇ ਨਾਲ ਰਹਿੰਦੀ ਸੀ ਤੇ ਮੈਨੂੰ ਬਹੁਤ ਆਸਾਨੀ ਦੇ ਨਾਲ ਜਿਹੜਾ ਕੰਮ ਵੀ ਉੱਥੇ ਕਰਨ ਨੂੰ ਮਿਲ ਗਿਆ ਤੇ ਮੈਂ ਆਪਣੀ ਯੂਨੀਵਰਸਿਟੀ ਦੇ ਵਿੱਚ ਆਪਣੀ ਪੜ੍ਹਾਈ ਦੇ ਲਈ ਅੱਗੇ ਪੇਪਰ ਵੀ ਅਪਲਾਈ ਕਰ ਦਿੱਤੇ I was ਸਨ। like, I'm earning, I'm making money, and I'm making money. I'm gonna send this money in the house of Lord. Means I was like doing everything with the desire to serve Lord, but that place was not meant for me at that time. ਤੇ ਮੈਂ ਇਹ ਸੋਚ ਰਹੀ ਸੀ ਕਿ ਮੈਂ ਤਾਂ ਹੁਣ ਕਮਾ ਰਹੀ ਹਾਂ ਤੇ ਮੈਂ ਪਰਮੇਸ਼ਵਰ ਦੇ ਭਵਨ ਦੇ ਵਿੱਚ ਕਮਾ ਕੇ ਆਪਣਾ ਪੈਸਾ ਭੇਜਾਂਗੀ, ਪਰ ਇਸ ਚੀਜ਼ ਦੇ ਲਈ ਜਿਹੜੀ ਮੇਰੀ ਬੁਲਾਹਟ ਸੀ ਉਹ ਨਹੀਂ ਸੀ। I was not meant to be at that place at that time. ਮੈਂ ਉਸ ਸਮੇਂ ਉਸ ਜਗ੍ਹਾ ਦੇ ਉੱਤੇ ਰਹਿਣ ਦੇ ਲਈ ਨਹੀਂ ਬਣੀ ਸੀ। There was nothing wrong with my character. There was nothing wrong that I was getting into some demonic things or something like that. It was nothing like that. ਇਦਾਂ ਦਾ ਵੀ ਕੁਝ ਨਹੀਂ ਸੀ ਕਿ ਮੇਰੇ ਚਰਿੱਤਰ ਦੇ ਵਿੱਚ ਕੋਈ ਕਮੀ ਸੀ ਜਾਂ ਸ਼ੈਤਾਨ ਦਾ ਪ੍ਰਭਾਵ ਮੇਰੇ ਜੀਵਨ ਦੇ ਵਿੱਚ ਵੱਧ ਰਿਹਾ ਸੀ, ਇਦਾਂ ਦਾ ਕੁਝ ਵੀ ਨਹੀਂ ਸੀ। But the thing is, the will of God was different for me at that time. ਪਰ ਜਿਹੜੀ ਇੱਕ ਗੱਲ ਸੀ ਉਹ ਇਹ ਸੀ ਕਿ ਜਿਹੜਾ ਪਰਮੇਸ਼ਵਰ ਦੀ ਯੋਜਨਾ ਸੀ ਮੇਰੇ ਲਈ ਉਹ ਕੁਝ ਹੋਰ ਸੀ। And the interesting part I'm going to share with you. ਤੇ ਬਹੁਤ ਖਾਸ ਗੱਲ ਜੋ ਹੈ ਇਸ ਹਿੱਸੇ ਦੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ I ਹਾਂ। can never say no to man of God. ਤੇ ਮੈਂ ਪਰਮੇਸ਼ਵਰ ਦੇ ਦਾਸ ਨੂੰ ਕਦੇ ਵੀ ਨਾ ਨਹੀਂ I ਕੀਤੀ। respect him a lot. ਮੈਂ ਪਰਮੇਸ਼ਵਰ ਦੇ ਦਾਸ ਦੀ ਬਹੁਤ ਇੱਜ਼ਤ I ਕਰਦੀ can ਹਾਂ। never ever say no to him. ਮੈਂ ਪਰਮੇਸ਼ਵਰ ਦੇ ਦਾਸ ਨੂੰ ਕਦੇ ਵੀ ਕਿਸੇ ਗੱਲ ਦੇ ਲਈ ਨਾ ਨਹੀਂ ਕਰ And I ਸਕਦੀ। cannot be
anger with him at any point of my life. ਤੇ ਮੈਂ ਪਰਮੇਸ਼ਵਰ ਦੇ ਦਾਸ ਦੇ ਨਾਲ ਕਦੇ ਵੀ ਆਪਣੇ ਜੀਵਨ ਦੇ ਵਿੱਚ ਗੁੱਸੇ ਨਹੀਂ ਹੋ And it was ਸਕਦੀ like 15 days there. ਤੇ ਉੱਥੇ ਇਦਾਂ ਹੋਇਆ ਕਿ 15 ਦਿਨ After 15 days, 15 ਦਿਨਾਂ ਦੇ ਬਾਅਦ man of God showed up there ਤੇ ਜਿਹੜੇ ਪਰਮੇਸ਼ਵਰ ਦੇ ਦਾਸ ਸਨ ਉਹ ਮੈਨੂੰ ਮਿਲਣ ਦੇ ਲਈ ਉੱਥੇ ਆ ਗਏ and he said, ਤੇ ਉਹਨਾਂ ਨੇ ਮੈਨੂੰ ਕਿਹਾ "My child, I want to talk to you." ਮੇਰੇ ਬੱਚੇ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਹਾਂ And I said, "Okay." ਤੇ ਮੈਂ ਕਿਹਾ ਓਕੇ And he said like, "I want you to come back to India with me." ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਨਾਲ ਵਾਪਸ ਇੰਡੀਆ ਚਲੀ ਜਾਵੇਂ At that very moment, ਤੇ ਉਸ ਸਮੇਂ woman of God, ਜਿਹੜੀ ਪਰਮੇਸ਼ਵਰ ਦੀ ਦਾਸੀ ਹੈ she was praying for me. ਉਹ ਮੇਰੇ ਲਈ ਪ੍ਰਾਰਥਨਾ ਕਰ And ਰਹੀ you know ਸੀ what the demon was saying to her? ਤੇ ਤੁਹਾਨੂੰ ਪਤਾ ਹੈ ਕਿ ਦੁਸ਼ਟ ਨੇ ਪਰਮੇਸ਼ਵਰ ਦੀ ਦਾਸੀ ਨੂੰ ਉਸ ਸਮੇਂ ਕੀ ਕਿਹਾ "I'm gonna control the wisdom of your daughter." ਕਿ ਮੈਂ ਤੇਰੀ ਬੇਟੀ ਦੇ ਬੁੱਧ ਦੇ ਉੱਤੇ ਕਬਜ਼ਾ ਕਰ He ਲਵਾਂਗਾ was trying to say that to her. ਉਹ ਜਿਹੜਾ ਦੁਸ਼ਟ ਸੀ ਪਰਮੇਸ਼ਵਰ ਦੀ ਦਾਸੀ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ And the same moment, me and my dad, we were having conversation. ਤੇ ਉਸੇ ਹੀ ਸੇਮ ਟਾਈਮ ਤੇ ਮੈਂ ਤੇ ਮੇਰੇ ਪਿਤਾ ਜੀ ਗੱਲਬਾਤ ਕਰ ਰਹੇ And I ਸੀ was filled with so much anger. ਤੇ ਮੈਂ ਬਹੁਤ ਜ਼ਿਆਦਾ ਗੁੱਸੇ ਦੇ ਨਾਲ ਭਰ ਗਈ I was not speaking it, but my face was saying it all. ਮੈਂ ਗੁੱਸੇ ਦੇ ਨਾਲ ਕੁਝ ਵੀ ਨਹੀਂ ਬੋਲ ਰਹੀ ਸੀ ਪਰ ਜਿਹੜਾ ਮੇਰਾ ਮੂੰਹ ਦਾ ਪ੍ਰਭਾਵ ਹੈ ਉਹ ਸਭ ਕੁਝ ਬਿਆਨ ਕਰ ਰਿਹਾ But ਸੀ my mind was like, I don't want to go back. How can I go back? I am supposed to study here. Everything is going so well. I'm going to pursue Bible theology here. I'm going to take my degree, and after that I'll be going back to India. ਤੇ ਮੈਂ ਆਪਣੇ ਮਨ ਦੇ ਵਿੱਚ ਸੋਚ ਰਹੀ ਸੀ ਮੈਂ ਇੰਡੀਆ ਕਿੱਦਾਂ ਜਾ ਸਕਦੀ ਹਾਂ ਵਾਪਸ ਮੈਂ ਤਾਂ ਹਜੇ ਇੱਥੇ ਬਹੁਤ ਕੁਝ ਕਰਨਾ ਹੈ ਮੈਂ ਤਾਂ ਆਪਣੀ ਪੜ੍ਹਾਈ ਵੀ ਅੱਗੇ ਹੋਰ ਜਾਰੀ ਕਰਨੀ ਹੈ ਇਸੇ ਜਗ੍ਹਾ ਦੇ ਉੱਤੇ ਰਹਿ ਕੇ And I said him that I cannot come with you to India. I'm not going with you. ਤੇ ਮੈਂ ਪਰਮੇਸ਼ਵਰ ਦੇ ਦਾਸ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਇੰਡੀਆ ਵਾਪਸ ਨਹੀਂ ਜਾ ਸਕਦੀ And then he prayed for me, ਤੇ ਪਰਮੇਸ਼ਵਰ ਦੇ ਦਾਸ ਨੇ ਉਦੋਂ ਮੇਰੇ ਲਈ ਪ੍ਰਾਰਥਨਾ and we ਕੀਤੀ stopped that conversation right there. ਤੇ ਅਸੀਂ ਉਸ ਗੱਲਬਾਤ ਨੂੰ ਉੱਥੇ ਹੀ ਬੰਦ ਕਰ And ਦਿੱਤਾ after a week, ਤੇ ਇੱਕ ਹਫ਼ਤੇ ਦੇ ਬਾਅਦ I was so much guilty inside. ਤੇ ਮੈਂ ਆਪਣੇ ਆਪ ਦੇ ਵਿੱਚ ਬਹੁਤ ਹੀ ਦੋਸ਼ਪੂਰਵਕ ਮਹਿਸੂਸ ਕਰ ਰਹੀ ਸੀ Because the woman of God was praying for me that, Lord, you protect my child. Don't let the demon come to her again. Don't let the demon possess her wisdom. ਕਿਉਂਕਿ ਪਰਮੇਸ਼ਵਰ ਦੀ ਦਾਸੀ ਜੋ ਹੈ ਉਹ ਮੇਰੇ ਲਈ ਪ੍ਰਾਰਥਨਾ ਕਰ ਰਹੇ ਸੀ ਕਿ ਪ੍ਰਭੂ ਤੁਸੀਂ ਇਸ ਬੱਚੇ ਦੀ ਰੱਖਿਆ ਕਰੋ ਜਿਹੜਾ ਦੁਸ਼ਟ ਹੈ ਉਹ ਫਿਰ ਤੋਂ ਇਸ ਦੇ ਉੱਤੇ ਹਾਵੀ ਨਾ ਹੋਵੇ ਤੋ ਇਹਦੀ ਬੁੱਧ ਦੇ ਉੱਤੇ ਕਬਜ਼ਾ ਨਾ ਕਰੇ And then the Spirit of Lord talked to me. ਤੇ ਪਰਮੇਸ਼ਵਰ ਦੇ ਆਤਮਾ ਨੇ ਫਿਰ ਮੇਰੇ ਨਾਲ ਗੱਲ ਕੀਤੀ And I was so guilty. ਤੇ ਮੈਂ ਬਹੁਤ ਹੀ ਦੋਸ਼ੀ ਮਹਿਸੂਸ ਕਰ ਰਹੀ I ਸੀ wanted to come back as soon as I can. ਤੇ ਮੈਂ ਜਿੰਨਾ ਜਲਦੀ ਹੋ ਸਕੇ ਉਨਾ ਹੀ ਜਲਦੀ ਵਾਪਸ ਇੰਡੀਆ ਆਉਣਾ ਚਾਹੁੰਦੀ ਸੀ Why? If we talk genuinely, there was nothing wrong in that. ਕਿਉਂ ਕਿਉਂਕਿ ਜਦੋਂ ਅਸੀਂ ਸਧਾਰਨ ਤਰੀਕੇ ਦੇ ਨਾਲ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕੁਝ ਗਲਤ ਨਹੀਂ ਹੁੰਦਾ But if we talk in a spiritual way, ਪਰ ਜਦੋਂ ਅਸੀਂ ਆਤਮਿਕ ਤਰੀਕੇ ਦੇ ਨਾਲ ਗੱਲ ਕਰਦੇ ਹਾਂ I was not meant to be at that place. ਤੇ ਮੈਂ ਉਸ ਜਗ੍ਹਾ ਦੇ ਉੱਤੇ ਰਹਿਣ ਦੇ ਲਈ ਨਹੀਂ ਬਣੀ ਸੀ Because that spiritual realm was not for me. ਕਿਉਂਕਿ ਉੱਥੇ ਜਿਹੜਾ ਆਤਮਿਕ ਦਾਇਰਾ ਸੀ ਉਹ ਮੇਰੇ ਲਈ ਨਹੀਂ ਬਣਿਆ ਸੀ The spiritual realm over this place, ਜਿਹੜਾ ਆਤਮਿਕ ਦਾਇਰਾ ਇਸ ਜਗ੍ਹਾ ਦਾ ਹੈ where I have been planted, ਜਿੱਥੇ ਮੈਂ ਜੜ ਫੜੀ ਹੈ where I have to grow up, ਜਿੱਥੇ ਮੈਨੂੰ ਵਧਣ ਦੀ ਲੋੜ ਹੈ is for me. ਇਹ ਜਗ੍ਹਾ ਹੈ ਜੋ This ਮੇਰੇ is the ਲਈ ਹੈ place I have to be. ਇਹ ਉਹ ਜਗ੍ਹਾ ਹੈ ਜਿੱਥੇ ਮੈਨੂੰ ਹੋਣਾ ਚਾਹੀਦਾ This is ਹੈ the place I am meant to be ਇਹ ਉਹ ਜਗ੍ਹਾ ਹੈ ਜੋ ਮੇਰੇ ਲਈ ਬਣੀ ਹੈ at this time. ਹੁਣ ਇਸ ਸਮੇਂ It might be happening for you the same this time in your lives. ਹੋ ਸਕਦਾ ਹੈ ਕਿ ਇਹ ਅੱਜ ਤੁਹਾਡੇ ਨਾਲ ਵੀ ਇਸ ਸਮੇਂ ਇਦਾਂ ਹੀ ਹੋ ਰਿਹਾ ਹੋਵੇ And I'm telling you, when I came here, ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਦੋਂ ਮੈਂ ਇੱਥੇ ਆਈ when I went to the prayer room, ਤੇ ਜਦੋਂ ਮੈਂ ਆਪਣੇ ਪ੍ਰਾਰਥਨਾ ਵਾਲੇ ਕਮਰੇ ਦੇ ਵਿੱਚ ਗਈ and I was sitting, ਤੇ ਮੈਂ ਉੱਥੇ ਬੈਠੀ ਹੋਈ and I ਸੀ saw myself walking and putting the anointed oil into my head a lot. ਤੇ ਮੈਂ ਆਪਣੇ ਆਪ ਨੂੰ ਦੇਖਦੀ ਹਾਂ ਕਿ ਮੈਂ ਚੱਲ ਰਹੀ ਹਾਂ ਤੇ ਮੈਂ ਆਪਣੇ ਸਿਰ ਦੇ ਉੱਤੇ ਇੰਨਾ ਮਸਾ ਕੀਤਾ ਹੋਇਆ ਤੇਲ ਉੰਡੇਲਿਆ ਹੈ The man of God, he prays on that oil every day. ਤੇ ਜਿਹੜੇ ਪਰਮੇਸ਼ਵਰ ਦੇ ਦਾਸ ਹਨ ਉਹ ਉਸ ਤੇਲ ਦੀ ਬੋਤਲ ਦੇ ਉੱਤੇ ਰੋਜ਼ ਪ੍ਰਾਰਥਨਾ ਕਰਦੇ ਸਨ And I went there, ਤੇ ਮੈਂ ਉਸ ਜਗ੍ਹਾ ਦੇ ਉੱਤੇ ਗਈ and at least the half of the bottle, I put that on my head. ਤੇ ਅੱਧੀ ਜਿਹੜੀ ਬੋਤਲ ਸੀਗੀ ਉਹ ਮੈਂ ਆਪਣੇ ਸਿਰ ਦੇ ਉੱਤੇ ਮਸਾ ਕੀਤੇ ਹੋਏ ਤੇਲ ਦੀ ਡੋਲ ਲਈ And then I heard the voice, ਤੇ ਮੈਂ ਫਿਰ ਇੱਕ ਆਵਾਜ਼ ਸੁਣੀ I gave you a new life.
ਕਿ ਮੈਂ ਤੈਨੂੰ ਇੱਕ ਨਵਾਂ ਜੀਵਨ ਦਿੱਤਾ Be ਹੈ। thankful for that. ਇਸ ਚੀਜ਼ ਦੇ ਲਈ ਸ਼ੁਕਰਗੁਜ਼ਾਰ ਹੋ। This is the place you have to grow. ਇਹ ਉਹ ਸਥਾਨ ਹੈ ਜਿੱਥੇ ਤੈਨੂੰ ਵਧਣ ਦੀ ਲੋੜ ਹੈ। And you know, demon tried to stop me a lot. ਤੇ ਤੁਹਾਨੂੰ ਪਤਾ ਹੈ ਕਿ ਦੁਸ਼ਟ ਨੇ ਮੈਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ। When I went at the airport, ਜਦੋਂ ਮੈਂ 에ਅਰਪੋਰਟ ਤੇ my ਪਹੁੰਚੀ flights got cancelled. ਮੇਰੀ ਜਿਹੜੀ ਫਲਾਈਟ ਸੀ ਉਹ ਕੈਨਸਲ ਹੋ ਗਈ। At the next airport, ਅਗਲੇ 에ਅਰਪੋਰਟ ਦੇ I ਉੱਤੇ almost missed my flight. ਮੈਂ ਆਪਣੀਆਂ ਸਾਰੀਆਂ ਫਲਾਈਟਾਂ ਉਹਨਾਂ ਨੂੰ ਜਿਹੜਾ ਹੈ ਉਹ ਗਵਾ ਲਿਆ। I literally ran to catch my flight. ਮੈਂ ਸੱਚੀ ਭੱਜੀ ਜਾ ਰਹੀ ਸੀ ਕਿ ਮੈਂ ਆਪਣੀ ਫਲਾਈਟ ਤੱਕ ਪਹੁੰਚ And ਜਾਵਾਂ। after that flight, ਤੇ ਉਸ ਫਲਾਈਟ ਤੋਂ ਬਾਅਦ my third flight, ਤੇ ਜਿਹੜੀ ਮੇਰੀ ਤੀਸਰੀ ਉਡਾਨ ਸੀ the engine got failed. ਉਸ ਜਹਾਜ਼ ਦਾ ਉਸ ਤੀਸਰੀ ਉਡਾਨ ਦੇ ਵਿੱਚ ਇੰਜਨ ਫੇਲ ਹੋ Before ਗਿਆ। takeoff, the engine got failed. ਉਡਣ ਤੋਂ ਪਹਿਲਾਂ ਹੀ ਉਸ ਜਹਾਜ਼ ਦਾ ਇੰਜਨ ਫੇਲ ਹੋ Can ਗਿਆ। you see how much effort he was putting at that time to stop me to come back in this super blessed place? ਤੁਹਾਨੂੰ ਤੁਸੀਂ ਕੀ ਦੇਖ ਰਹੇ ਹੋ ਕਿ ਕਿੱਦਾਂ ਦੁਸ਼ਟ ਸਾਰੀਆਂ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਇਸ ਮੱਸਾ ਕੀਤੇ ਹੋਏ ਆਸ਼ੀਸ਼ਿਤ ਥਾਂ ਦੇ ਉੱਤੇ ਨਾ ਪਹੁੰਚ ਸਕਾਂ। Because he don't want me to come under this powerful shield. ਕਿਉਂਕਿ ਜਿਹੜਾ ਦੁਸ਼ਟ ਹੈ ਉਹ ਨਹੀਂ ਚਾਹੁੰਦਾ ਸੀ ਕਿ ਮੈਂ ਇਸ ਸ਼ਕਤੀਸ਼ਾਲੀ ਕਵਚ ਦੇ ਹੇਠਾਂ ਆ ਜਾਵਾਂ। It's not forever. ਇਸ ਹਮੇਸ਼ਾ ਦੇ ਲਈ ਨਹੀਂ ਹੈ। It's for a specific period of time. ਇਹ ਕੁਝ ਖਾਸ ਸਮੇਂ ਦੇ ਲਈ ਹੁੰਦਾ This ਹੈ। is what is happening into your life today. ਹੋ ਸਕਦਾ ਹੈ ਕਿ ਇਹ ਤੁਹਾਡੇ ਜੀਵਨ ਦੇ ਵਿੱਚ ਵੀ ਅੱਜ ਹੁੰਦਾ ਹੋਵੇ। You're going on a track, ਤੁਸੀਂ ਇੱਕ ਰਸਤੇ ਦੇ ਉੱਤੇ ਜਾ ਰਹੇ and ਹੋ suddenly a turn comes to your track. ਤੇ ਅਚਾਨਕ ਹੀ ਇੱਕ ਮੋੜ ਤੁਹਾਡੇ ਜੀਵਨ ਦੇ ਵਿੱਚ ਆ ਗਿਆ। You feel like you got off the track, ਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਸ ਰਸਤੇ ਤੋਂ ਉਤਰ ਚੁੱਕੇ ਹੋ। but it's not like that. ਪਰ ਇਹ ਉਸ ਤਰੀਕੇ ਦੇ ਨਾਲ ਬਿਲਕੁਲ ਨਹੀਂ ਹੈ। It's a turn that God made. ਇਹ ਉਹ ਮੋੜ ਹੈ ਜੋ ਪਰਮੇਸ਼ਵਰ ਨੇ ਤੁਹਾਡੇ ਲਈ ਮੋੜ ਦਿੱਤਾ Because ਹੈ। the demon was planning so much big trouble for you. ਕਿਉਂਕਿ ਜਿਹੜਾ ਦੁਸ਼ਟ ਹੈ ਉਹ ਬਹੁਤ ਵੱਡੀ ਯੋਜਨਾ ਤੁਹਾਡੇ ਨਾਸ਼ ਦੀ ਕਰ ਰਿਹਾ It might ਸੀ। be something dangerous for me over that place. ਹੋ ਸਕਦਾ ਹੈ ਕਿ ਉਸ ਜਗ੍ਹਾ ਦੇ ਉੱਤੇ ਕੈਨੇਡਾ ਦੇ ਵਿੱਚ ਮੇਰੇ ਲਈ ਬਹੁਤ ਕੁਝ ਖਤਰਨਾਕ ਚੀਜ਼ ਹੋਵੇ। It might be something so bad ਹੋ ਸਕਦਾ ਹੈ ਕਿ ਮੇਰੇ ਨਾਲ ਉਸ ਜਗ੍ਹਾ ਦੇ ਉੱਤੇ ਕੁਝ ਬੁਰਾ ਹੋ ਜਾਂਦਾ that was about to happen. ਜਿਹੜਾ ਹੋਣ ਵਾਲਾ ਸੀ। But the Spirit of God ਪਰ ਪਰਮੇਸ਼ਵਰ ਦੇ ਆਤਮਾ ਨੇ talked to the man of God ਪਰਮੇਸ਼ਵਰ ਦੇ ਦਾਸ ਦੇ ਨਾਲ ਗੱਲ ਕੀਤੀ and brought me back here ਤੇ ਮੈਨੂੰ ਇੱਥੇ ਵਾਪਸ ਲੈ ਕੇ under ਆਂਦਾ his protection. ਆਪਣੀ ਸ਼ਕਤੀਸ਼ਾਲੀ ਸੁਰੱਖਿਆ ਦੇ ਹੇਠਾਂ। Because he wanted to save me. ਕਿਉਂਕਿ ਪਰਮੇਸ਼ਵਰ ਮੈਨੂੰ ਬਚਾਉਣਾ He ਚਾਹੁੰਦਾ wanted to ਸੀ। save me. ਕਿਉਂਕਿ ਪਰਮੇਸ਼ਵਰ ਮੈਨੂੰ ਬਚਾਉਣਾ ਚਾਹੁੰਦਾ Because ਸੀ। he gave his life on the cross just because of me. ਕਿਉਂਕਿ ਪਰਮੇਸ਼ਵਰ ਨੇ ਆਪਣੀ ਜਾਨ ਸਲੀਬ ਦੇ ਉੱਤੇ ਸਿਰਫ ਮੇਰੇ ਕਰਕੇ। That's why this is what is happening into your life. ਇਸੇ ਕਰਕੇ ਤੁਹਾਡੇ ਜੀਵਨ ਦੇ ਵਿੱਚ ਵੀ ਅੱਜ ਇਹ ਸਭ ਕੁਝ ਹੋ ਰਿਹਾ ਹੈ। He have a bigger picture for your life. ਉਹਦੇ ਕੋਲ ਤੁਹਾਡੇ ਲਈ ਬਹੁਤ ਵੱਡਾ ਦ੍ਰਿਸ਼ਟਾਂਤ He ਹੈ। have big purpose in your life. ਉਹਦੇ ਕੋਲ ਤੁਹਾਡੇ ਜੀਵਨ ਦੇ ਵਿੱਚ ਬਹੁਤ ਵੱਡੀ ਯੋਜਨਾ ਹੈ। Don't think this small problem that just came into your life is forever. It's not forever. ਇਹ ਨਾ ਸੋਚੋ ਕਿ ਜਿਹੜੀ ਛੋਟੀ ਜਿਹੀ ਸਮੱਸਿਆ ਤੁਹਾਡੇ ਜੀਵਨ ਦੇ ਵਿੱਚ ਆਈ ਹੈ ਉਹ ਹਮੇਸ਼ਾ ਤੱਕ ਤੁਹਾਡੇ ਜੀਵਨ ਦੇ ਵਿੱਚ ਬਣੀ Because ਰਹੇਗੀ। he said, I want to give you a life full of abundance. ਕਿਉਂਕਿ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਮੈਂ ਤੁਹਾਨੂੰ ਬਹੁਤਾਇਤ ਵਾਲਾ ਜੀਵਨ ਦੇਣ ਆਇਆ ਜਿਹੜਾ ਭਰਪੂਰੀ ਵਾਲਾ ਹੈ। And if he have to save you, he have to move you from one place to another to save you. ਕਿਉਂਕਿ ਜੇ ਪਰਮੇਸ਼ਵਰ ਤੁਹਾਨੂੰ ਬਚਾਉਣਾ ਚਾਹੁੰਦੇ ਹਨ ਤਾਂ ਪਰਮੇਸ਼ਵਰ ਇਦਾਂ ਕਰਦੇ ਹਨ ਕਿ ਉਹ ਤੁਹਾਨੂੰ ਇੱਕ ਜਗ੍ਹਾ ਤੋਂ ਲੈ ਕੇ ਦੂਸਰੀ ਜਗ੍ਹਾ ਦੇ ਵਿੱਚ ਰੱਖਣ। He can change your ways. Don't be disappointed. ਪਰਮੇਸ਼ਵਰ ਤੁਹਾਡੇ ਰਾਹਾਂ ਨੂੰ ਬਦਲ ਸਕਦੇ ਹਨ। ਤੁਸੀਂ ਨਿਰਾਸ਼ ਨਾ ਹੋਵੋ। Don't be upset with him. ਤੁਸੀਂ ਪਰਮੇਸ਼ਵਰ ਦੇ ਨਾਲ ਗੁੱਸੇ ਨਾ ਹੋਵੋ ਇਹਨਾਂ He ਚੀਜ਼ਾਂ is ਦਾ saving ਕਰਕੇ। you. ਪਰਮੇਸ਼ਵਰ ਤੁਹਾਨੂੰ ਬਚਾ ਰਹੇ ਹਨ। You might think why is God not answering to my prayers? ਤੁਸੀਂ ਸੋਚਦੇ ਹੋਵੋ ਕਿ ਪਰਮੇਸ਼ਵਰ ਮੇਰੀਆਂ ਪ੍ਰਾਰਥਨਾਵਾਂ ਦੇ ਉੱਤਰ ਕਿਉਂ ਨਹੀਂ ਦੇ ਰਿਹਾ। You might be thinking I'm left alone at this time. ਕਿ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਇਸ ਜਗ੍ਹਾ ਦੇ ਉੱਤੇ ਹੁਣ ਇਕੱਲਾ ਰਹਿ ਗਿਆ ਹਾਂ। No, he's working. ਨਹੀਂ, ਬਿਲਕੁਲ ਨਹੀਂ। ਪਰਮੇਸ਼ਵਰ ਤੁਹਾਡੇ ਲਈ ਕੰਮ ਕਰ ਰਹੇ ਹਨ। He is already working. It is you who is taking time to understand how is he working. ਪਰਮੇਸ਼ਵਰ ਤਾਂ ਪਹਿਲਾਂ ਤੋਂ ਹੀ ਤੁਹਾਡੇ ਜੀਵਨ ਦੇ ਲਈ ਕੰਮ ਕਰ ਰਹੇ ਹਨ। ਇਹ ਤੁਸੀਂ ਹੀ ਹੋ ਜਿਹੜੇ ਇਹ ਸਮਝਣ ਦੇ ਵਿੱਚ ਸਮਾਂ ਲਗਾ ਰਹੇ ਹੋ ਕਿ ਪਰਮੇਸ਼ਵਰ ਤੁਹਾਡੇ ਜੀਵਨ ਦੇ ਵਿੱਚ ਕੰਮ ਕਰ ਰਹੇ ਹਨ। Don't let the lie of demon come into your mind. ਸ਼ੈਤਾਨ ਦੇ ਝੂਠ ਨੂੰ ਆਪਣੇ ਮਨ ਦੇ ਵਿੱਚ ਨਾ ਆਉਣ ਦਿਓ That why the bad things happen with good people. ਕਿ ਚੰਗੇ ਲੋਕਾਂ ਦੇ ਨਾਲ ਬੁਰੀਆਂ ਚੀਜ਼ਾਂ ਕਿਉਂ ਹੁੰਦੀਆਂ I ਹਨ। pray so much. I fast so much.
ਮੈਂ ਤਾਂ ਪ੍ਰਾਰਥਨਾ ਬਹੁਤ ਜ਼ਿਆਦਾ ਕਰਦਾ ਹਾਂ, ਮੈਂ ਤਾਂ ਵਰਤ ਬਹੁਤ ਰੱਖਦਾ ਹਾਂ। It's okay. ਇਹ ਠੀਕ ਹੈ, Everyone has to go through that. ਸਾਰਿਆਂ ਨੂੰ ਉਸ ਸਥਿਤੀ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ। But what I'm telling you today, ਪਰ ਮੈਂ ਅੱਜ ਜੋ ਤੁਹਾਨੂੰ ਦੱਸ what ਰਹੀ the ਹਾਂ, Spirit of Lord is telling you today, ਅੱਜ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਕੀ ਦੱਸ ਰਿਹਾ that ਹੈ, it is for a shorter period of time. ਇਹ ਸਿਰਫ ਥੋੜੇ ਸਮੇਂ ਦੇ ਲਈ ਹੈ ਤੁਹਾਡੇ ਜੀਵਨ ਦੇ Don't ਵਿੱਚ। claim it as a longer period of time. ਇਹਨਾਂ ਸਮੱਸਿਆਵਾਂ ਦੇ ਉੱਤੇ ਲੰਬੇ ਸਮੇਂ ਦੇ ਲਈ ਆਪਣੇ ਜੀਵਨ ਦੇ ਵਿੱਚ ਦਾਵਾ ਨਾ ਕਰੋ। You know what? Even demon, he came up to Jesus. ਕਿਉਂਕਿ ਜਿਹੜਾ ਸ਼ੈਤਾਨ ਹੈ ਉਹ ਤਾਂ ਯਿਸੂ ਦੇ ਕੋਲ ਵੀ ਪਹੁੰਚ ਗਿਆ He ਸੀ। tried to tempt Jesus as well. ਉਸਨੇ ਯਿਸੂ ਦੀ ਵੀ ਪਰੀਖਿਆ ਕਰਨ ਦੀ ਕੋਸ਼ਿਸ਼ ਕੀਤੀ। Then who are we to him? ਤੇ ਅਸੀਂ ਕੌਣ ਹਾਂ ਦੁਸ਼ਟ ਦੇ ਲਈ? Why can't he come to us? ਤੇ ਉਹ ਸਾਡੇ ਕੋਲ ਕਿਉਂ ਨਹੀਂ ਆ ਸਕਦਾ? But the thing is, by the power of Christ we are healed, and by his protection we are covered. He cannot work against us, for the word of God says, every weapon that is formed against you shall not prosper in the mighty name of Jesus Christ. ਕਿਉਂਕਿ ਇੱਕ ਗੱਲ ਇਹ ਹੈ ਕਿ ਅਸੀਂ ਪਰਮੇਸ਼ਵਰ ਦੀ ਸੁਰੱਖਿਆ ਦੇ ਵਿੱਚ ਸੁਰੱਖਿਅਤ ਕੀਤੇ ਗਏ ਹਾਂ, ਅਸੀਂ ਪਰਮੇਸ਼ਵਰ ਦੇ ਵਿੱਚ ਚੰਗੇ ਕੀਤੇ ਗਏ ਹਾਂ ਤੇ ਪਰਮੇਸ਼ਵਰ ਦੀ ਸੁਰੱਖਿਆ ਸਾਡੇ ਉੱਪਰ ਹੈ। ਤੇ ਜਿੱਦਾਂ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਜਿਹੜਾ ਵੀ ਹਥਿਆਰ ਤੇਰੇ ਵਿਰੁੱਧ ਬਣਾਇਆ ਜਾਂਦਾ ਹੈ ਉਹ ਨਿਕੰਮਾ ਹੋਵੇਗਾ। You know, we see this story of Noah from the Bible. ਤੁਹਾਨੂੰ ਪਤਾ ਹੈ ਜਿਹੜਾ ਨੂਹ ਹੈ ਉਹਦੀ ਬਾਈਬਲ ਦੇ ਵਿੱਚ ਜਿਹੜੀ ਕਹਾਣੀ ਹੈ, God wanted to save Noah ਉਸ ਬਾਰੇ ਇਹ ਹੈ ਕਿ ਪਰਮੇਸ਼ਵਰ ਨੂਹ ਨੂੰ ਬਚਾਉਣਾ ਚਾਹੁੰਦੇ ਸੀ and his family. ਤੇ ਪਰਮੇਸ਼ਵਰ ਨੂਹ ਦੇ ਪਰਿਵਾਰ ਨੂੰ ਵੀ ਬਚਾਉਣਾ ਚਾਹੁੰਦੇ And ਸੀ। he heard the voice of God ਤੇ ਨੂਹ ਨੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਿਆ, saying that, ਇਦਾਂ ਕਹਿੰਦੇ ਹੋਏ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਿਆ make a big ship, ਕਿ ਇੱਕ ਬਹੁਤ ਵੱਡਾ ਪਾਣੀ ਦਾ ਜਹਾਜ਼ ਬਣਾ, make it. ਤੂੰ ਇਸ ਨੂੰ ਬਣਾ। Noah made that. ਤੇ ਨੂਹ ਨੇ ਉਸ ਪਾਣੀ ਵਾਲੇ ਜਹਾਜ਼ ਨੂੰ ਬਣਾਇਆ। People were laughing on him. ਜਿਹੜੇ ਲੋਕ ਸਨ ਉਹ ਨੂਹ ਨੂੰ ਮਖੌਲ ਕਰਦੇ ਸੀ। People were like, you are a fool. What's the point of making it? Why are you doing this thing? People are gonna laugh at you. What are you doing? ਤੇ ਜਿਹੜੇ ਲੋਕ ਸੀ ਉਹ ਨੂਹ ਨੂੰ ਕਹਿੰਦੇ ਸੀ ਕਿ ਤੂੰ ਤਾਂ ਮੂਰਖ ਹੈ, ਤੂੰ ਇਹ ਸਭ ਕੁਝ ਕਿਉਂ ਕਰ ਰਿਹਾ ਹੈ, ਤੂੰ ਐਡਾ ਵੱਡਾ ਜਹਾਜ਼ ਕਿਉਂ ਬਣਾ ਰਿਹਾ ਹੈ। But Noah, he focused on the voice of God. ਪਰ ਜਿਹੜਾ ਨੂਹ ਸੀ ਉਸਨੇ ਪਰਮੇਸ਼ਵਰ ਦੀ ਆਵਾਜ਼ ਦੇ ਵੱਲ ਸਿਰਫ ਧਿਆਨ ਦਿੱਤਾ। He focused what God said. ਉਸਨੇ ਸਿਰਫ ਉਸ ਚੀਜ਼ ਵੱਲ ਧਿਆਨ ਦਿੱਤਾ ਕਿ ਪਰਮੇਸ਼ਵਰ ਕੀ ਕਹਿ ਰਹੇ ਹਨ। He never questioned. ਉਹਨੇ ਪਰਮੇਸ਼ਵਰ ਨੂੰ ਕਦੀ ਪ੍ਰਸ਼ਨ ਨਹੀਂ ਕੀਤਾ। Can you see the focus? ਕਿ ਤੁਸੀਂ ਉਸ ਧਿਆਨ ਨੂੰ ਦੇਖ ਸਕਦੇ ਹੋ ਜੋ ਨੂਹ ਦਾ ਸੀ। This is the focus that we need today in our lives. ਇਹੀ ਧਿਆਨ ਅੱਜ ਸਾਨੂੰ ਆਪਣੇ ਜੀਵਨਾਂ ਦੇ ਵਿੱਚ ਲੈ ਕੇ ਆਉਣ ਦੀ ਲੋੜ ਹੈ। God sent his word into your life. ਪਰਮੇਸ਼ਵਰ ਨੇ ਆਪਣਾ ਵਚਨ ਤੁਹਾਡੇ ਜੀਵਨ ਦੇ ਵਿੱਚ ਭੇਜਿਆ ਹੈ। He wants to save you. ਪਰਮੇਸ਼ਵਰ ਤੁਹਾਨੂੰ ਬਚਾਉਣਾ ਚਾਹੁੰਦੇ It ਹਨ। might be from any other man. ਹੋ ਸਕਦਾ ਹੈ ਕਿ ਉਹ ਕਿਸੇ ਆਦਮੀ ਦੇ ਥਰੂ ਹੋਵੇ। It might that you got a dream or a vision. ਹੋ ਸਕਦਾ ਹੈ ਕਿ ਤੁਹਾਨੂੰ ਕੋਈ ਦਰਸ਼ਨ ਆਵੇ ਜਾਂ ਕੋਈ ਸੁਪਨਾ ਤੁਸੀਂ ਦੇਖੋ। It might be the Spirit of God is talking to you directly. ਹੋ ਸਕਦਾ ਹੈ ਕਿ ਸਿੱਧੇ ਤੌਰ ਤੇ ਪਰਮੇਸ਼ਵਰ ਦਾ ਆਤਮਾ ਹੀ ਤੁਹਾਡੇ ਨਾਲ ਗੱਲ ਕਰੇ। Either you take it as a warning or either you take it as a love, but God wants to save you. Don't ignore that voice. ਇਸ ਚੀਜ਼ ਨੂੰ ਜਾਂ ਤਾਂ ਜੇ ਤੁਸੀਂ ਚੇਤਾਵਨੀ ਦੇ ਰੂਪ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ। ਜੇ ਤੁਸੀਂ ਪਰਮੇਸ਼ਵਰ ਦੇ ਪ੍ਰੇਮ ਦੇ ਰੂਪ ਦੇ ਵਿੱਚ ਇਸ ਚੀਜ਼ ਨੂੰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਦੇ ਤਰੀਕੇ ਦੇ ਨਾਲ ਲੈ ਸਕਦੇ ਹੋ। Don't ignore the voice of Spirit. ਪਰਮੇਸ਼ਵਰ ਦੇ ਆਤਮਾ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਨਾ ਕਰੋ। God is serious about you. ਪਰਮੇਸ਼ਵਰ ਤੁਹਾਨੂੰ ਲੈ ਕੇ ਬਹੁਤ ਗੰਭੀਰ ਹਨ। He wants to save you ਪਰਮੇਸ਼ਵਰ ਤੁਹਾਨੂੰ ਬਚਾਉਣਾ ਚਾਹੁੰਦੇ ਹਨ because he loves you a lot. ਕਿਉਂਕਿ ਪਰਮੇਸ਼ਵਰ ਤੁਹਾਨੂੰ ਬਹੁਤ ਪ੍ਰੇਮ ਕਰਦੇ ਹਨ। Hallelujah. ਹਾਲੇਲੂਇਆ। God have his own way to work in your life. ਪਰਮੇਸ਼ਵਰ ਦੇ ਆਪਣੇ ਤਰੀਕੇ ਹਨ ਤੁਹਾਡੇ ਜੀਵਨ ਦੇ ਵਿੱਚ ਕੰਮ ਕਰਨ ਦੇ। He might talk to you as he talked to Noah. ਉਹ ਹੋ ਸਕਦਾ ਹੈ ਕਿ ਉਸ ਤਰ੍ਹਾਂ ਗੱਲ ਕਰੇ ਤੁਹਾਡੇ ਨਾਲ ਜਿੱਦਾਂ ਪਰਮੇਸ਼ਵਰ ਨੇ ਨੂਹ ਦੇ ਨਾਲ ਗੱਲ ਕੀਤੀ ਸੀ। You have to be focused on him. ਤੁਹਾਨੂੰ ਪਰਮੇਸ਼ਵਰ ਦੇ ਉੱਤੇ ਧਿਆਨ ਰੱਖਣ ਦੀ ਲੋੜ You know, ਹੈ। the demon, he's the father of lies. ਤੁਹਾਨੂੰ ਪਤਾ ਹੈ ਕਿ ਜਿਹੜਾ ਦੁਸ਼ਟ ਹੈ ਉਹ ਸਾਰੇ ਝੂਠਾਂ ਦਾ ਪਿਓ ਹੈ। He represents the lie as a beautiful diamond. ਤੇ ਉਹ ਝੂਠ ਨੂੰ ਇਸ ਤਰ੍ਹਾਂ ਤੁਹਾਨੂੰ ਦਿਖਾਉਂਦਾ ਹੈ ਕਿ ਜਿੱਦਾਂ ਉਹ ਬਹੁਤ ਸੋਹਣਾ ਕੋਈ ਹੀਰਾ ਹੋਵੇ। He describes your word full of fantasies. ਉਹ ਤੁਹਾਨੂੰ ਕਲਪਨਾਵਾਂ ਵਾਲੇ ਦ੍ਰਿਸ਼ ਦਿਖਾਉਂਦਾ ਹੈ। He gonna show you that, come on, work on Sunday, make some money. You're doing it to support your family. It's okay. You have to do that. ਉਹ ਤੁਹਾਨੂੰ ਕਹਿੰਦਾ ਹੈ ਕਿ ਠੀਕ ਹੈ ਤੂੰ ਐਤਵਾਰ ਦੇ ਦਿਨ ਵੀ ਤੂੰ ਕੰਮ ਕਰ, ਤੂੰ ਜੌਬ ਤੇ ਜਾ,
ਤੂੰ ਕਿਉਂਕਿ ਆਪਣੇ ਬੱਚਿਆਂ ਦੇ ਲਈ ਕਰ ਰਿਹਾ ਹੈ, ਤੂੰ ਆਪਣੇ ਪਰਿਵਾਰ ਨੂੰ ਸਹਾਰਾ ਦੇਣ ਦੇ ਲਈ He's ਕਰ ਰਿਹਾ gonna be ਹੈ like, you make money, make some money. ਤੇ ਉਹ ਤੁਹਾਡੇ ਜੀਵਨ ਦੇ ਵਿੱਚ ਲਾਲਚ ਪਾਉਂਦਾ ਹੈ ਕਿ ਤੁਸੀਂ ਹੋਰ ਪੈਸਾ ਕਮਾਓ, ਤੁਸੀਂ ਪੈਸਾ ਕਮਾਓ। He is serious about his kingdom. ਜਿਹੜਾ ਸ਼ੈਤਾਨ ਹੈ ਉਹ ਆਪਣੇ ਰਾਜ ਨੂੰ ਲੈ ਕੇ ਗੰਭੀਰ ਹੈ, That's why he's doing that. ਇਸ ਲਈ ਉਹ ਇਦਾਂ ਕਰਦਾ But ਹੈ। so is God serious about you. ਪਰ ਉਸੇ ਤਰੀਕੇ ਦੇ ਨਾਲ ਪਰਮੇਸ਼ਵਰ ਵੀ ਅੱਜ ਤੁਹਾਡੇ ਲਈ In ਗੰਭੀਰ fact, ਹੈ। he is more serious about you. ਜਿਹੜੇ ਪਰਮੇਸ਼ਵਰ ਹਨ ਉਹ ਸ਼ੈਤਾਨ ਦੇ ਨਾਲੋਂ ਜ਼ਿਆਦਾ ਤੁਹਾਨੂੰ ਲੈ ਕੇ But the ਗੰਭੀਰ word ਹਨ। of God says, I give you free will. ਪਰ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਮੈਂ ਤੁਹਾਨੂੰ ਆਜ਼ਾਦ ਮਰਜ਼ੀ ਦਿੱਤੀ ਹੈ। Either you choose what God wants for you, either you choose the way of your own will that leads to destruction. ਜਾਂ ਤਾਂ ਤੁਸੀਂ ਪਰਮੇਸ਼ਵਰ ਦੀ ਮਰਜ਼ੀ ਨੂੰ ਚੁਣ ਸਕਦੇ ਹੋ, ਜਾਂ ਤਾਂ ਫਿਰ ਤੁਸੀਂ ਆਪਣੀ ਮਰਜ਼ੀ ਨੂੰ ਆਪਣੇ ਨਾਸ਼ ਦੇ ਲਈ ਚੁਣ ਸਕਦੇ ਹੋ। Demon, he lies to Adam and Eve. ਜਿਹੜਾ ਸ਼ੈਤਾਨ ਸੀ ਉਹਨੇ ਆਦਮ ਤੇ ਹਵਾ ਨੂੰ ਵੀ ਇਹ ਅਹਿਸਾਸ ਦਿਵਾਇਆ। He lied to them about the character of Jesus. ਉਹਨੇ ਉਹਨਾਂ ਨੂੰ Of ਜਾ ਕੇ God. ਉਹਨਾਂ ਨੂੰ ਜਾ ਕੇ ਝੂਠ ਬੋਲਿਆ ਉਹਨਾਂ ਦੇ ਚਰਿੱਤਰ ਦੇ ਬਾਰੇ ਦੇ ਵਿੱਚ। He said that Lord don't want you to eat this fruit because he don't want you to be like him. He don't want you to get the powers that he have today. ਉਸਨੇ ਆਦਮ ਤੇ ਹਵਾ ਨੂੰ ਜਾ ਕੇ ਕਿਹਾ ਕਿ ਪਰਮੇਸ਼ਵਰ ਤਾਂ ਕਰਕੇ ਚਾਹੁੰਦੇ ਹਨ ਕਿ ਤੁਸੀਂ ਇਸ ਫਲ ਨੂੰ ਨਾ ਖਾਓ, ਕਿਉਂਕਿ ਪਰਮੇਸ਼ਵਰ ਨਹੀਂ ਚਾਹੁੰਦੇ ਕਿ ਤੁਸੀਂ ਵੀ ਪਰਮੇਸ਼ਵਰ ਦੇ ਵਾਂਗੂ ਸਾਮਰਥੀ ਹੋ ਜਾਓ। This is how he lies. ਇਸ ਤਰ੍ਹਾਂ ਉਸਨੇ ਆਦਮ ਤੇ ਹਵਾ ਨੂੰ ਝੂਠ ਬੋਲਿਆ। He lies in a so complex way that a person tries to get the thing he's lying about. ਉਸਨੇ ਝੂਠ ਨੂੰ ਇਦਾਂ ਜਾ ਕੇ ਪੇਸ਼ ਕੀਤਾ ਕਿ ਜਿਹੜੇ ਆਦਮ ਤੇ ਹਵਾ ਹਨ ਉਹ ਖੁਦ ਹੀ ਉਸ ਫਲ ਨੂੰ ਖਾਣ ਦੇ ਲਈ ਆਕਰਸ਼ਿਤ ਹੋ ਜਾਣ। Because they were like, we want to get the powers he have today. He is so powerful. ਕਿਉਂਕਿ ਉਹਨਾਂ ਨੂੰ ਉਸ ਸਮੇਂ ਇਹ ਲੱਗਾ ਕਿ ਅਸੀਂ ਵੀ ਪਰਮੇਸ਼ਵਰ ਦੀਆਂ ਜਿਹੜੀਆਂ ਸ਼ਕਤੀਆਂ ਹਨ ਉਹ ਲੈ ਲਈਏ, ਕਿਉਂਕਿ ਪਰਮੇਸ਼ਵਰ ਬਹੁਤ ਸ਼ਕਤੀਸ਼ਾਲੀ ਹੈ। This is what he is doing today. ਉਹ ਅੱਜ ਵੀ ਸਾਡੇ ਨਾਲ ਵੀ ਕਰ ਰਿਹਾ ਹੈ। He's going against the voice that the Spirit is talking to you. ਉਹ ਉਸ ਆਤਮਾ ਦੀ ਗੱਲ ਦੇ ਨਾਲ ਆਵਾਜ਼ ਦੇ ਵਿਰੁੱਧ ਜਾ ਰਿਹਾ ਹੈ ਜੋ ਪਰਮੇਸ਼ਵਰ ਦਾ ਆਤਮਾ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਹੈ। If the Spirit of God is talking to you and saying to you, do not gossip. ਜੇ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਕਹਿੰਦਾ ਹੈ ਕਿ ਚੁਗਲੀ ਨਾ ਕਰ, But the Satan, he's gonna be like, no, it's okay. You can share each other's information with each other. ਪਰ ਜਿਹੜਾ ਸ਼ੈਤਾਨ ਹੈ ਉਹ ਆ ਕੇ ਕਹਿੰਦਾ ਹੈ ਕਿ ਨਹੀਂ, ਇਹ ਤਾਂ ਠੀਕ ਹੈ, ਤੁਸੀਂ ਆਪਣੀ ਜਾਣਕਾਰੀ ਇੱਕ ਦੂਜੇ ਦੇ ਨਾਲ ਸਾਂਝੀ ਕਰ ਸਕਦੇ ਹੋ। But if the word of God says, if the voice of God says, do not gossip, means do not gossip. ਪਰ ਜੇ ਪਰਮੇਸ਼ਵਰ ਦਾ ਵਚਨ ਇਦਾਂ ਕਹਿੰਦਾ ਹੈ ਤੇ ਪਰਮੇਸ਼ਵਰ ਦੀ ਆਵਾਜ਼ ਇਦਾਂ ਕਹਿੰਦੀ ਹੈ ਕਿ ਚੁਗਲੀ ਨਾ ਕਰ ਤੇ ਚੁਗਲੀ ਨਾ ਕਰ। And then you have to pay for that if you do that. ਤੇ ਤੁਹਾਨੂੰ ਜੇ ਤੁਸੀਂ ਇਸ ਚੀਜ਼ ਨੂੰ ਫਿਰ ਵੀ ਕਰੋਗੇ ਤਾਂ ਤੁਹਾਨੂੰ ਇਸ ਚੀਜ਼ ਦੇ ਲਈ ਜੁਰਮਾਨਾ And ਭਰਨਾ the devil, ਪਵੇਗਾ। he represents the gossip thing to you like you are sharing an information with each other. ਤੇ ਜਿਹੜਾ ਦੁਸ਼ਟ ਹੈ ਉਹ ਚੁਗਲੀਆਂ ਕਰਨ ਨੂੰ ਇਦਾਂ ਕਰਕੇ ਪੇਸ਼ ਕਰਦਾ ਹੈ ਕਿ ਜਿੱਦਾਂ ਤੁਸੀਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਇੱਕ ਦੂਸਰੇ ਦੀ ਜਾਣਕਾਰੀ ਨੂੰ ਸਾਂਝਾ ਕਰ ਰਹੇ You ਹੋ। see the story of Moses from the Bible, ਤੁਸੀਂ ਮੂਸਾ ਦੀ ਕਹਾਣੀ ਨੂੰ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਜਦੋਂ ਦੇਖਦੇ ਹੋ, where he did the mistake of not doing exactly what God said him to do. ਜਿੱਥੇ ਮੂਸਾ ਨੇ ਇਹ ਗਲਤੀ ਕਰ ਦਿੱਤੀ ਜਿੱਦਾਂ ਪਰਮੇਸ਼ਵਰ ਨੇ ਉਸ ਨੂੰ ਕਰਨ ਦੇ ਲਈ ਕਿਹਾ ਸੀ, ਉਹਨੇ ਉਸ ਤਰੀਕੇ ਦੇ ਨਾਲ ਪਰਮੇਸ਼ਵਰ ਦੀ ਆਗਿਆ ਦਾ ਪਾਲਨ ਨਹੀਂ ਕੀਤਾ। And do you know what happened? ਤੇ ਤੁਹਾਨੂੰ ਪਤਾ ਹੈ ਉਹਦੇ ਨਾਲ ਕੀ ਹੋਇਆ? He was not allowed to see the promised land. ਤੇ ਜਿਹੜਾ ਮੂਸਾ ਹੈ ਉਸ ਨੂੰ ਇਜਾਜ਼ਤ ਨਹੀਂ ਮਿਲੀ ਪਰਮੇਸ਼ਵਰ ਦੇ ਵੱਲੋਂ ਵਾਅਦੇ ਦੀ ਧਰਤੀ ਨੂੰ ਦੇਖਣ ਦੀ। It says in Numbers 20:10-13. ਤੇ ਗਿਣਤੀ ਉਹਦਾ 20 ਨੰਬਰ ਅਧਿਆਇ 10 ਨੰਬਰ ਆਇਤ ਤੋਂ ਲੈ ਕੇ 13 ਨੰਬਰ ਆਇਤ ਦੇ ਵਿੱਚ Moses and Aaron went from the presence of the assembly to the entrance of the tent of meeting and fell on their faces. ਅਤੇ ਮੂਸਾ ਅਰ ਹਾਰੂਨ ਨੇ ਸਭਾ ਨੂੰ ਉਸ ਢਿੱਗ ਦੇ ਅੱਗੇ ਇਕੱਠੇ ਕੀਤਾ ਅਤੇ ਉਸਨੇ ਉਹਨਾਂ ਨੂੰ ਆਖਿਆ, The glory of the Lord appeared to them, and God spoke to Moses, saying in Numbers 28, take the staff and assemble the congregation, you and Aaron your brother, and tell the rock before their eyes to yield its water. So you shall bring water out of the rock for them and give drink to the congregation and their cattle.
At the Lord's command, Moses and Aaron gathered the assembly before the rock and said in Numbers 20:10-13, "Hear now, you rebels, shall we bring water for you out of the rock?" ਗਿਣਤੀ ਉਹਦਾ 20 ਨੰਬਰ ਅਧਿਆਇ ਉਹਦੀ 8 ਨੰਬਰ ਆਇਤ ਤੋਂ ਲੈ ਕੇ 10 ਨੰਬਰ ਆਇਤ ਤੱਕ। ਟਾਂਗਾ ਲੈ ਕੇ ਮੰਡਲੀ ਨੂੰ ਇਕੱਠਾ ਕਰ ਅਤੇ ਤੇਰਾ ਭਰਾ ਹਾਰੂਨ ਅਤੇ ਤੁਸੀਂ ਉਹਨਾਂ ਦੇ ਵੇਖਦਿਆਂ ਪਥਰੀਲੀ ਢਿੱਗ ਨੂੰ ਬੋਲੋ ਕਿ ਉਹ ਆਪਣਾ ਪਾਣੀ ਦੇਵੇ ਅਤੇ ਤੂੰ ਉਹਨਾਂ ਲਈ ਢਿੱਗ ਤੋਂ ਪਾਣੀ ਕੱਢੇਗਾ। ਇਉਂ ਤੂੰ ਇਸ ਮੰਡਲੀ ਨੂੰ ਅਤੇ ਉਹਨਾਂ ਦੇ ਪਸ਼ੂਆਂ ਨੂੰ ਪਿਲਾਵੇਂਗਾ। ਉਪਰੰਤ ਮੂਸਾ ਨੇ ਯਹੋਵਾ ਦੇ ਅੱਗੋਂ ਟਾਂਗਾ ਲਿਆ ਜਿਵੇਂ ਯਹੋਵਾ ਨੇ ਹੁਕਮ ਦਿੱਤਾ ਸੀ ਅਤੇ ਮੂਸਾ ਅਰ ਹਾਰੂਨ ਨੇ ਸਭਾ ਨੂੰ ਉਸ ਢਿੱਗ ਦੇ ਅੱਗੇ ਇਕੱਠਾ ਕੀਤਾ ਅਤੇ ਉਸ ਨੇ ਉਹਨਾਂ ਨੂੰ ਆਖਿਆ, ਸੁਣੋ ਤੁਸੀਂ ਝਗੜਾਲੂਓ, ਕੀ ਅਸੀਂ ਤੁਹਾਡੇ ਲਈ ਇਸ ਢਿੱਗ ਤੋਂ ਪਾਣੀ ਕੱਢੀਏ? And Moses lifted up his hand and struck the rock with the staff twice, and water came out abundantly, and the congregation drank and their livestock. And the Lord said to Moses and Aaron, "Because you did not believe in me to uphold me as holy in the eyes of people of Israel, therefore you shall not bring this assembly into the land that I have given them. These are the waters of Meribah, where the people of Israel quarreled with the Lord, and through them he showed himself holy." ਗਿਣਤੀ ਉਹਦਾ 20 ਨੰਬਰ ਅਧਿਆਇ 11 ਤੋਂ ਲੈ ਕੇ 13 ਨੰਬਰ ਆਇਤ ਦੇ ਵਿੱਚ, ਫਿਰ ਮੂਸਾ ਨੇ ਆਪਣਾ ਹੱਥ ਚੁੱਕ ਕੇ ਉਸ ਢਿੱਗ ਨੂੰ ਆਪਣੇ ਟਾਂਗੇ ਨਾਲ 2 ਵਾਰ ਮਾਰਿਆ ਤਾਂ ਬਹੁਤ ਪਾਣੀ ਨਿਕਲ ਆਇਆ। ਫਿਰ ਮੰਡਲੀ ਅਤੇ ਉਹਨਾਂ ਦੇ ਪਸ਼ੂਆਂ ਨੇ ਪੀਤਾ। ਉਪਰੰਤ ਯਹੋਵਾ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, ਇਸ ਲਈ ਕਿ ਤੁਸਾਂ ਮੇਰੀ ਪ੍ਰਤੀਤ ਨਾ ਕੀਤੀ ਕਿ ਇਸਰਾਇਲ ਦੀਆਂ ਅੱਖਾਂ ਵਿੱਚ ਮੈਨੂੰ ਪਵਿੱਤਰ ਠਹਿਰਾਉਂਦੇ, ਹੁਣ ਤੁਸੀਂ ਇਸ ਸਭਾ ਨੂੰ ਉਸ ਧਰਤੀ ਵਿੱਚ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ ਨਹੀਂ ਲੈ ਜਾਵਾਂਗਾ। ਇਹ ਮਰੀਬਾ ਦਾ ਪਾਣੀ ਹੈ, ਕਿਉਂ ਜੋ ਇਸਰਾਇਲੀਆਂ ਨੇ ਯਹੋਵਾ ਨਾਲ ਝਗੜਾ ਕੀਤਾ ਸੋ ਉਹ ਉਹਨਾਂ ਦੇ ਵਿੱਚ ਪਵਿੱਤਰ ਠਹਿਰਾਇਆ ਗਿਆ। What happened here was Moses was to say that the Lord has done this for you, but he brought all the glory to him and his brother by saying that, "Can we bring the water out for you?" ਇੱਥੇ ਦੇਖਦੇ ਹਾਂ ਕੀ ਹੋਇਆ। ਪਰਮੇਸ਼ਵਰ ਨੂੰ ਮਹਿਮਾ ਦੇਣ ਦੀ ਬਜਾਏ ਮੂਸਾ ਨੇ ਆਪ ਖੁਦ ਨੂੰ ਤੇ ਆਪਣੇ ਭਰਾ ਹਾਰੂਨ ਨੂੰ ਮਹਿਮਾ ਦਿੱਤੀ ਤੇ ਲੋਕਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਲਈ ਇਸ ਚੱਟਾਨ ਦੇ ਵਿੱਚੋਂ ਪਾਣੀ ਕੱਢੀਏ। And God pronounces judgment on both Moses and Aaron, resulting in the harsh punishment of being unable to enter the promised land. ਤੇ ਪਰਮੇਸ਼ਵਰ ਨੇ ਮੂਸਾ ਦੇ ਉੱਤੇ ਇੱਕ ਕੜੀ ਸਜ਼ਾ ਜਿਹੜੀ ਹੈ ਉਹ ਸੁਣਾ ਦਿੱਤੀ। ਉਹ ਸਜ਼ਾ ਕੀ ਸੀ ਕਿ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ ਕਿ ਤੂੰ ਹੁਣ ਜਿਹੜਾ ਵਾਅਦਿਆਂ ਦਾ ਦੇਸ਼ ਹੈ ਉਸ ਵਿੱਚ ਨਹੀਂ ਵੜੇਂਗਾ। Why did this happen? ਇਦਾਂ ਕਿਉਂ ਹੋਇਆ? Because he did not obey exactly God wanted him to do. ਕਿਉਂਕਿ ਮੂਸਾ ਨੇ ਉਸੇ ਤਰੀਕੇ ਦੇ ਨਾਲ ਪਰਮੇਸ਼ਵਰ ਦੀ ਆਗਿਆ ਦਾ ਪਾਲਨ ਨਹੀਂ ਕੀਤਾ ਜਿੱਦਾਂ ਪਰਮੇਸ਼ਵਰ ਨੇ ਉਸ ਨੂੰ ਕਰਨ ਦੇ ਲਈ ਕਿਹਾ ਸੀ। Our words, they matters a lot. ਜਿਹੜੇ ਸਾਡੇ ਸ਼ਬਦ ਹਨ ਉਹ ਬਹੁਤ ਮਾਇਨੇ ਰੱਖਦੇ We ਹਨ। have to be so careful when we speak. ਸਾਨੂੰ ਆਪਣੇ ਸ਼ਬਦਾਂ ਨੂੰ ਲੈ ਕੇ ਜਦੋਂ ਅਸੀਂ ਬੋਲਦੇ ਹਾਂ ਬਹੁਤ ਸੁਚੇਤ ਰਹਿਣ ਦੀ And ਲੋੜ we ਹੈ have to be careful. Are we following what the Spirit of God leads us to do? ਕਿ ਸਾਨੂੰ ਉਸ ਚੀਜ਼ ਦੇ ਨਾਲ ਬੜੇ ਸੁਚੇਤ ਰਹਿਣ ਦੀ ਲੋੜ ਹੈ ਕਿ ਜੋ ਅਸੀਂ ਬੋਲਦੇ ਹਾਂ ਕਿ ਪਰਮੇਸ਼ਵਰ ਦਾ ਆਤਮਾ ਸਾਨੂੰ ਇਹ ਗੱਲ ਕਰਨ ਦੀ ਇਜਾਜ਼ਤ ਦਿੰਦਾ ਹੈ। Don't let the lie of devil come into your mind that do whatever you want to do. ਸ਼ੈਤਾਨ ਦੇ ਇਸ ਝੂਠ ਨੂੰ ਆਪਣੇ ਮਨ ਦੇ ਵਿੱਚ ਆਉਣ ਨਾ ਦਿਓ ਕਿ ਤੂੰ ਜੋ ਚਾਹੁੰਦਾ ਹੈ ਤੂੰ ਕਰ, ਤੂੰ ਉਹੀ ਕਰ। Whenever he says that, say him, "No, I have to do what my Lord wants me to do." ਜਦੋਂ ਵੀ ਸ਼ੈਤਾਨ ਤੁਹਾਨੂੰ ਇਦਾਂ ਕਹੇ ਉਸ ਨੂੰ ਅੱਗਿਓਂ ਪਲਟ ਕੇ ਕਹੋ ਕਿ ਨਹੀਂ, ਮੈਂ ਉਹ ਕਰਾਂਗਾ ਜੋ ਮੇਰਾ ਪਰਮੇਸ਼ਵਰ ਮੇਰੇ ਤੋਂ ਚਾਹੁੰਦਾ ਹੈ ਕਿ ਮੈਂ ਕਰਾਂ। And if you are not doing what the Spirit of God is saying you because of people around you judging you, then stop worrying about that. ਜੇ ਤੁਸੀਂ ਉਹ ਚੀਜ਼ਾਂ ਲੋਕਾਂ ਦੇ ਡਰ ਦੇ ਕਰਕੇ ਕਰਦੇ ਹੋ, ਜਿਹੜੇ ਤੁਹਾਡੇ ਆਲੇ ਦੁਆਲੇ ਦੇ ਲੋਕੀ ਹਨ, ਜਿਹੜੀਆਂ ਚੀਜ਼ਾਂ ਪਰਮੇਸ਼ਵਰ ਤੁਹਾਨੂੰ ਕਰਨ ਦੇ ਲਈ ਕਹਿ ਰਹੇ ਹਨ, ਪਰ ਤੁਸੀਂ ਉਹ ਚੀਜ਼ਾਂ ਇਸ ਲਈ ਨਹੀਂ ਕਰਦੇ ਕਿ ਲੋਕੀ ਤੁਹਾਡਾ ਮਖੌਲ ਨਾ ਉਡਾਉਣ, then stop worrying about that. ਤੇ ਇਸ ਚੀਜ਼ ਦੇ ਲਈ ਚਿੰਤਾ ਕਰਨਾ ਬੰਦ ਕਰ ਦਿਓ। Let me tell you something. You didn't came on the earth because people want you to be born here. ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਇਸ ਧਰਤੀ ਦੇ ਉੱਤੇ ਜਨਮ ਇਸ ਲਈ ਨਹੀਂ ਲਿਆ ਕਿਉਂਕਿ ਲੋਕਾਂ ਨੇ ਕਿਹਾ ਸੀ ਕਿ ਤੁਸੀਂ ਪੈਦਾ ਹੋਵੋ। You came on this earth because Lord have a planning and purpose for you on this earth. ਤੁਸੀਂ ਇਸ ਧਰਤੀ ਦੇ ਉੱਤੇ ਇਸ ਲਈ ਆਏ ਕਿਉਂਕਿ ਪਰਮੇਸ਼ਵਰ ਦਾ
ਤੁਹਾਡੇ ਜੀਵਨ ਦੇ ਵਿੱਚ ਇੱਕ ਮਕਸਦ ਹੈ। Stop worrying about what people say. ਉਸ ਦੇ ਬਾਰੇ ਚਿੰਤਾ ਕਰਨਾ ਬੰਦ ਕਰੋ ਕਿ ਲੋਕ ਕੀ ਕਹਿ ਰਹੇ ਹਨ, But think about what the word of God says to you. ਪਰ ਪਰਮੇਸ਼ਵਰ ਦੇ ਵਚਨ ਦੇ ਬਾਰੇ ਚਿੰਤਾ ਕਰੋ ਕਿ ਪਰਮੇਸ਼ਵਰ ਦਾ ਵਚਨ ਤੁਹਾਨੂੰ ਕੀ ਕਹਿੰਦਾ You ਹੈ। have to do nothing with the people. You have to do for the kingdom of God. ਤੁਹਾਨੂੰ ਲੋਕਾਂ ਦੇ ਨਾਲ ਕੋਈ ਮਤਲਬ ਨਹੀਂ ਹੋਣਾ ਚਾਹੀਦਾ, ਪਰ ਤੁਹਾਨੂੰ ਪਰਮੇਸ਼ਵਰ ਦੇ ਰਾਜ ਦੇ ਨਾਲ ਮਤਲਬ ਹੋਣਾ ਚਾਹੀਦਾ ਹੈ। You have to be in link with the people in such a way that you have to save souls. ਤੁਹਾਨੂੰ ਲੋਕਾਂ ਦੇ ਨਾਲ ਇਦਾਂ ਇੱਕ ਰਿਸ਼ਤੇ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਰੂਹਾਂ ਨੂੰ ਬਚਾ ਸਕੋ। Not in a way that you are not doing the word of God because people are judging you. ਇਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਦੇ ਨਾਲ ਜੁੜੇ ਹੋਏ ਨਹੀਂ ਹੋਣੇ ਚਾਹੀਦੇ ਕਿ ਮੈਂ ਪਰਮੇਸ਼ਵਰ ਦੇ ਵਚਨ ਨੂੰ ਨਹੀਂ ਮੰਨ ਰਿਹਾ ਕਿਉਂਕਿ ਲੋਕੀ ਮੇਰਾ ਮਖੌਲ ਉਡਾਉਂਦੇ ਹਨ। Your tongue has power. ਤੁਹਾਡੀ ਜੀਭ ਦੇ ਵਿੱਚ ਸਮਰਥ ਹੈ। If you speak life to someone, it's gonna come to them. If you speak death to someone, they're gonna come to that. ਤੇ ਜੇ ਤੁਸੀਂ ਕਿਸੇ ਦੇ ਲਈ ਜੀਵਨ ਦੀਆਂ ਗੱਲਾਂ ਬੋਲੋਗੇ ਤਾਂ ਜੀਵਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਏਗਾ, ਪਰ ਜੇ ਤੁਸੀਂ ਕਿਸੇ ਦੇ ਲਈ ਮੌਤ ਬੋਲੋਗੇ ਤਾਂ ਉਸ ਮਨੁੱਖ ਦੇ ਜੀਵਨ ਦੇ ਵਿੱਚ ਮੌਤ ਆ ਜਾਏਗੀ। This is the authority that has been given to you in Proverbs 18:21. It says, "Death and life are in the power of the tongue." ਤੇ ਜਿਹੜੀਆਂ ਇਹ ਇਖਤਿਆਰ ਹਨ ਤੇ ਜਿਹੜੇ ਇਹ ਅਧਿਕਾਰ ਹਨ ਉਹ ਸਾਨੂੰ ਪਰਮੇਸ਼ਵਰ ਦੇ ਵਚਨ ਕਹੋਤਾਂ 18 ਨੰਬਰ ਅਧਿਆਇ ਤੇ ਉਹਦੀ 21 ਨੰਬਰ ਆਇਤ ਦੇ ਵਿੱਚ ਦਿੱਤੇ ਗਏ ਹਨ ਕਿ ਜੋ ਕੁਝ ਵੀ ਤੂੰ ਬੋਲੇਗਾ ਉਹੀ ਤੂੰ ਵੱਢੇਗਾ। So as your tongue have the power, ਕਿ ਤੇਰੀ ਜਿਹੜੀ ਜੀਭ ਹੈ ਉਹਦੇ ਵਿੱਚ ਸਮਰਥ ਹੈ, then say, ਤੇ ਕਹਿੰਦਾ ਹੈ I want to go by the Spirit of Lord. ਕਿ ਮੈਂ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਚੱਲਣਾ ਚਾਹੁੰਦਾ I ਹਾਂ। want to do what God wants for me. ਤੇ ਕਹੋ ਕਿ ਮੈਂ ਉਹ ਕਰਨਾ ਚਾਹੁੰਦਾ ਹਾਂ ਜੋ ਪਰਮੇਸ਼ਵਰ ਮੇਰੇ ਤੋਂ ਕਰਵਾਉਣਾ I ਚਾਹੁੰਦਾ want ਹੈ। to live for the purpose that God has for me. ਮੈਂ ਉਸ ਮਕਸਦ ਦੇ ਲਈ ਜੀਣਾ ਚਾਹੁੰਦਾ ਹਾਂ ਜੋ ਪਰਮੇਸ਼ਵਰ ਦਾ ਮੇਰੇ ਜੀਵਨ ਦੇ ਵਿੱਚ ਹੈ। Say that, Lord, I want you to reveal the purpose of my life on me. ਤੇ ਪਰਮੇਸ਼ਵਰ ਨੇ ਤੁਸੀਂ ਕਹੋ ਕਿ ਪ੍ਰਭੂ ਮੇਰੇ ਉੱਪਰ ਆਪਣੇ ਮਕਸਦ ਦਾ ਪ੍ਰਕਾਸ਼ਨ ਕਰ, so that I may walk the way you want me to go. ਤਾਂ ਕਿ ਮੈਂ ਉਸ ਤਰੀਕੇ ਦੇ ਨਾਲ ਚੱਲ ਸਕਾਂ ਜਿੱਦਾਂ ਤੁਸੀਂ ਚਾਹੁੰਦੇ ਹੋ ਕਿ ਮੈਂ ਜਾਵਾਂ। Hallelujah. ਹਾਲੇਲੂਇਆ। The word of God says, ਪਰਮੇਸ਼ਵਰ ਦਾ ਵਚਨ ਕਹਿੰਦਾ ਹੈ set your mind on the things of the above, not on the things of this world. ਕਿ ਜਿਹੜਾ ਆਪਣਾ ਮਨ ਹੈ ਉਹ ਉਤਾਹਾਂ ਦੀਆਂ ਚੀਜ਼ਾਂ ਦੇ ਉੱਤੇ ਲਗਾਓ, ਨਾ ਕਿ ਇਸ ਸੰਸਾਰ ਦੀਆਂ ਚੀਜ਼ਾਂ ਦੇ ਉੱਪਰ। You know, the demon, he is so clever. He come up to you with the small things like, you're having a headache, you're having a body ache. Just he wants you to be messed up in this small world. ਤੇ ਜਿਹੜਾ ਸ਼ੈਤਾਨ ਹੈ ਉਹ ਤੁਹਾਡੇ ਜੀਵਨ ਦੇ ਵਿੱਚ ਆਉਂਦਾ ਹੈ ਨਿੱਕੀਆਂ ਨਿੱਕੀਆਂ ਸਮੱਸਿਆਵਾਂ ਲੈ ਕੇ ਕਿ ਤੇਰੇ ਸਰੀਰ ਦੇ ਵਿੱਚ ਤਾਂ ਤੇਰਾ ਦਰਦ ਹੈ, ਤੇਰਾ ਤਾਂ ਸਿਰ ਦੁਖ ਰਿਹਾ ਹੈ, ਤੇ ਉਹ ਉਹਨਾਂ ਚੀਜ਼ਾਂ ਦੇ ਦੁਆਰਾ ਤੁਹਾਡੇ ਜੀਵਨ ਦੇ ਵਿੱਚ ਗੜਬੜੀ ਨੂੰ ਪੈਦਾ ਕਰਦਾ ਹੈ। And he keeps you limited till that. If you got the healing from that, you guys are so happy and you think this is enough for us. That's not. ਤੇ ਉਹ ਤੁਹਾਨੂੰ ਉਸੇ ਹੀ ਜਗ੍ਹਾ ਤੱਕ ਸੀਮਿਤ ਰਹਿਣ ਦਿੰਦਾ ਹੈ ਕਿ ਸਿਰਫ ਤੁਸੀਂ ਇਹਨਾਂ ਹੀ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਚੰਗਿਆਈ ਪ੍ਰਾਪਤ ਕਰ ਲਓ ਤੇ ਤੁਹਾਡਾ ਦਾਇਰਾ ਉਨਾ ਹੀ ਰਹੇ। Devil is so clever. ਜਿਹੜਾ ਦੁਸ਼ਟ ਹੈ ਉਹ ਬਹੁਤ ਚਾਲਾਕ ਹੈ। The word of God says that the life and death are in your tongue, and you can give life to people by humbleness, kindness and love. ਜਿਹੜਾ ਪਰਮੇਸ਼ਵਰ ਦਾ ਵਚਨ ਹੈ ਉਹ ਕਹਿੰਦਾ ਹੈ ਜੀਵਨ ਤੇ ਮੌਤ ਤੁਹਾਡੇ ਜੀਭ ਦੇ ਵਸ ਦੇ ਵਿੱਚ ਹਨ, ਤੇ ਤੁਸੀਂ ਆਪਣਾ ਜਿਹੜਾ ਜੀਵਨ ਹੈ ਉਹ ਦਿਆਲਤਾ ਦੇ ਨਾਲ, ਨਰਮਾਈ ਦੇ ਨਾਲ ਤੇ ਪ੍ਰੇਮ ਦੇ ਨਾਲ ਕਿਸੇ ਦੂਸਰੇ ਨੂੰ ਦੇ ਸਕਦੇ ਹੋ। I am saying this because you have to be so careful what you are doing into your life. Is he lying to you? Because he lies in such a way that we fall into his life so quickly. ਕਿਉਂਕਿ ਮੈਂ ਤੁਹਾਨੂੰ ਇਹ ਚੀਜ਼ ਇਸ ਦੇ ਲਈ ਦੱਸ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਇਸ ਚੀਜ਼ ਦੇ ਉੱਤੇ ਧਿਆਨ ਦਿਓ ਕਿ ਸ਼ੈਤਾਨ ਤੁਹਾਡੇ ਜੀਵਨ ਦੇ ਵਿੱਚ ਝੂਠ ਬੋਲ ਰਿਹਾ ਹੈ, ਕਿ ਉਹ ਤੁਹਾਡੇ ਜੀਵਨ ਦੇ ਵਿੱਚ ਉਸ ਝੂਠ ਨੂੰ ਲੈ ਕੇ ਆ ਰਿਹਾ ਹੈ, ਕਿਉਂਕਿ ਜਦੋਂ ਉਸ ਝੂਠ ਨੂੰ ਲੈ ਕੇ ਆਉਂਦਾ ਹੈ ਤੇ ਅਸੀਂ ਬਹੁਤ ਆਸਾਨੀ ਦੇ ਨਾਲ ਉਸ ਝੂਠ ਦੇ ਵਿੱਚ ਫਸ ਜਾਂਦੇ ਹਾਂ। Question yourself, am I doing enough being a body of Christ? ਆਪਣੇ ਆਪ ਤੋਂ ਪ੍ਰਸ਼ਨ ਕਰੋ ਕਿ ਮੈਂ ਉਹ ਸਭ ਕੁਝ ਕਰ ਰਿਹਾ ਹਾਂ ਜੋ ਮੈਨੂੰ ਪਰਮੇਸ਼ਵਰ ਦੀ ਇੱਕ ਦੇਹ ਹੋਣ ਦੇ ਨਾਤੇ ਇੰਨਾ ਕਰਨਾ ਚਾਹੀਦਾ ਹੈ। Am I doing enough for he gave his life for me? ਮੈਂ ਉਹਨਾਂ ਕਰ ਰਿਹਾ ਹਾਂ ਪਰਮੇਸ਼ਵਰ ਦੇ ਲਈ ਕਿ ਜਿਹੜੀ ਉਸਨੇ ਮੇਰੇ ਲਈ ਆਪਣੀ ਜਾਨ ਦਿੱਤੀ ਹੈ। Am I doing enough? He gave his beloved son for me. ਕਿ ਮੈਂ ਉਹਦੇ ਲਈ ਇੰਨਾ ਕਾਫੀ ਕਰ ਰਿਹਾ ਹਾਂ ਕਿ ਜੋ ਪਰਮੇਸ਼ਵਰ ਨੇ ਮੇਰੇ ਲਈ ਆਪਣਾ ਪੁੱਤਰ, ਪਿਆਰਾ ਪੁੱਤਰ ਦੇ ਦਿੱਤਾ ਹੈ। Think about that. ਇਸ ਚੀਜ਼ ਦੇ ਬਾਰੇ ਤੁਸੀਂ ਸੋਚੋ। We are meant to save souls. ਅਸੀਂ ਰੂਹਾਂ ਨੂੰ ਬਚਾਉਣ ਦੇ ਲਈ ਬਣਾਏ ਗਏ ਹਾਂ। We are meant to increase the kingdom of God. ਅਸੀਂ ਪਰਮੇਸ਼ਵਰ ਦੇ ਰਾਜ ਨੂੰ ਵਧਾਉਣ ਦੇ ਲਈ ਬਣਾਏ ਗਏ ਹਾਂ।
The word of God says you can give life to people by humbleness and kindness of love. ਤੇ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਤੁਸੀਂ ਲੋਕਾਂ ਨੂੰ ਆਪਣਾ ਜੀਵਨ ਅਤਾ ਕਰ ਸਕਦੇ ਹੋ ਨਰਮਾਈ ਦੇ ਨਾਲ, ਨਮਰਤਾ ਦੇ ਨਾਲ, ਦਿਆਲਤਾ ਦੇ ਨਾਲ ਤੇ ਪ੍ਰੇਮ ਦੇ ਵਿੱਚ। This word means ਇਸ ਵਚਨ ਦਾ ਮਤਲਬ ਹੈ when you see a random people, ਤੇ ਜਦੋਂ ਅਸੀਂ ਕੁਝ ਵੀ ਇਦਾਂ ਹੀ ਆਮ ਲੋਕਾਂ ਨੂੰ ਦੇਖਦੇ ਹਾਂ you meet a person, ਤੇ ਅਸੀਂ ਜਦੋਂ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ, whether it's your co-worker, whether it's your classmate, whether it's your boss or whoever is it, ਹੋ ਸਕਦਾ ਹੈ ਕਿ ਉਹ ਤੁਹਾਡੇ ਨਾਲ ਚਾਹੇ ਕੰਮ ਕਰਦਾ ਹੋਵੇ, ਚਾਹੇ ਤੁਹਾਡੇ ਨਾਲ ਪੜ੍ਹਦਾ ਹੋਵੇ ਜਾਂ ਤੁਹਾਡਾ ਉਹ ਬੌਸ ਹੋਵੇ, ਕੁਝ ਵੀ ਹੋ ਸਕਦਾ ਹੈ। you can give life to them. ਤੁਹਾਨੂੰ ਪਤਾ ਹੈ ਕਿ ਤੁਸੀਂ ਜੀਵਨ ਉਸ ਨੂੰ ਦੇ ਸਕਦੇ ਹੋ। You can give them life by the words of God. ਤੁਸੀਂ ਉਹਨਾਂ ਨੂੰ ਜੀਵਨ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਦੇ ਸਕਦੇ ਹੋ। But for that, ਪਰ ਉਸ ਚੀਜ਼ ਦੇ ਲਈ you don't have to go to them and just tell them you're not following Jesus, you're going to go to hell. ਪਰ ਤੁਸੀਂ ਉੱਥੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਯਿਸੂ ਦੀ ਆਗਿਆ ਨੂੰ ਨਹੀਂ ਮੰਨਦਾ, ਤੂੰ ਤਾਂ ਨਰਕ ਨੂੰ ਜਾਵੇਂਗਾ। You're not dressing modestly, you're not going to go to hell. ਤੂੰ ਚੰਗੇ ਕੱਪੜੇ ਨਹੀਂ ਪਾਏ ਤੇ ਤੂੰ ਨਰਕ ਨੂੰ ਜਾਣ ਵਾਲੀ ਹੈ। This is not how things work. ਇਸ ਤਰ੍ਹਾਂ ਚੀਜ਼ਾਂ ਕੰਮ ਨਹੀਂ ਕਰਦੀਆਂ। Kindness and humbleness is the key to save souls. ਦਿਆਲਤਾ ਤੇ ਨਮਰਤਾ ਉਹ ਕੁੰਜੀ ਹਨ ਜਿਹੜੀਆਂ ਰੂਹਾਂ ਨੂੰ ਬਚਾ ਸਕਦੀਆਂ You ਹਨ। have to go to them, ਤੁਹਾਨੂੰ ਉਹਨਾਂ ਦੇ ਕੋਲ ਜਦੋਂ ਜਾਣਾ ਚਾਹੀਦਾ ਹੈ have conversation with them, ਤੇ ਤੁਹਾਨੂੰ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ। go and tell them, I came up to you because the Spirit of Lord was leading me to come to you and to tell you how good Jesus is, how much He loves you. This is how you talk to them. ਤੇ ਜਦੋਂ ਤੁਸੀਂ ਉਹਨਾਂ ਦੇ ਕੋਲ ਜਾਣਾ ਹੈ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਤੇ ਉਹਨਾਂ ਨੂੰ ਦੱਸਣਾ ਹੈ ਕਿ ਪਰਮੇਸ਼ਵਰ ਦੇ ਆਤਮਾ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਕੋਲ ਆਵਾਂ ਤੇ ਤੁਹਾਨੂੰ ਪਰਮੇਸ਼ਵਰ ਦੇ ਯਿਸੂ ਦੇ ਪ੍ਰੇਮ ਦੇ ਬਾਰੇ ਦੱਸਾਂ ਕਿ ਯਿਸੂ ਕਿੰਨੇ ਚੰਗੇ ਹਨ। And you have to tell them that Jesus loves you a lot. ਤੇ ਤੁਸੀਂ ਉਹਨਾਂ ਨੂੰ ਜਾ ਕੇ ਇਹ ਦੱਸਣਾ ਹੈ ਕਿ ਯਿਸੂ ਤੁਹਾਨੂੰ ਬਹੁਤ ਪ੍ਰੇਮ ਕਰਦੇ And Jesus ਹਨ wants you to be saved. ਤੇ ਯਿਸੂ ਚਾਹੁੰਦੇ ਹਨ ਕਿ ਤੁਸੀਂ ਬਚਾਏ ਜਾਓ। You have to ask them, are you doing okay in your life? Is everything going good into your life? Can I pray for you for something? ਤੇ ਜਦੋਂ ਤੁਸੀਂ ਉਹਨਾਂ ਦੇ ਕੋਲ ਜਾਓ ਤਾਂ ਉਹਨਾਂ ਨੂੰ ਜਾ ਕੇ ਪੁੱਛੋ ਕਿ ਤੁਹਾਡਾ ਸਭ ਕੁਝ ਸਹੀ ਚੱਲ ਰਿਹਾ ਹੈ, ਕਿ ਤੁਸੀਂ ਵਧੀਆ ਹੋ ਜਾਂ ਮੈਂ ਤੁਹਾਡੇ ਲਈ ਪ੍ਰਾਰਥਨਾ ਕਰ ਸਕਦੀ ਹਾਂ। And when they say yes, then you pray for them and your prayer is gonna change life. Your prayer, this is gonna give life. ਤੇ ਜਦੋਂ ਉਹ ਕਹਿਣ ਕਿ ਹਾਂ ਤੁਸੀਂ ਸਾਡੇ ਲਈ ਪ੍ਰਾਰਥਨਾ ਕਰ ਸਕਦੇ ਹੋ ਤੇ ਤੁਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰੋ ਤੇ ਜਿਹੜੀ ਤੁਹਾਡੀ ਪ੍ਰਾਰਥਨਾ ਹੈ ਉਹ ਉਹਨਾਂ ਦੇ ਜੀਵਨ ਨੂੰ ਬਦਲ ਦੇਵੇਗੀ। And you know what? Then the people, they're gonna say like, congregation of the Khojewala church is so loving that they come to us, they pray for us, they tell us how much Jesus loves us. ਤੇ ਲੋਕ ਕਹਿਣਗੇ ਕਿ ਖੋਜੇਵਾਲ ਚਰਚ ਦੀ ਜਿਹੜੀ ਕਲੀਸਿਆ ਹੈ ਉਹ ਕਿੰਨੀ ਪਿਆਰੀ ਹੈ। ਉਹ ਸਾਡੇ ਕੋਲ ਆਉਂਦੇ ਹਨ, ਉਹ ਸਾਨੂੰ ਪੁੱਛਦੇ ਹਨ ਕਿ ਤੁਸੀਂ ਠੀਕ ਹੋ, ਕਿ ਤੁਹਾਡੇ ਪਰਿਵਾਰ ਠੀਕ ਹਨ, ਕਿ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰ ਸਕਦੇ ਹਾਂ ਤੇ ਉਹ ਸਾਡੇ ਲਈ ਪ੍ਰਾਰਥਨਾ ਵੀ ਕਰਦੇ ਹਨ। Even if they are non-believer, they're gonna say, I'm gonna go and check out church someday because the people over there, they are so loving. ਤੇ ਜਿਹੜਾ ਅਵਿਸ਼ਵਾਸੀ ਹੈ ਉਹ ਸੋਚੇਗਾ ਕਿ ਮੈਂ ਇੱਕ ਨਾ ਇੱਕ ਦਿਨ ਤਾਂ ਚਰਚ ਦੇ ਵਿੱਚ ਜਾ ਕੇ ਜ਼ਰੂਰ ਦੇਖਾਂਗਾ ਕਿਉਂਕਿ ਜਿਹੜੇ ਚਰਚ ਦੇ ਖੋਜੇਵਾਲ ਦੇ ਲੋਕ ਹਨ ਉਹ ਬਹੁਤ ਹੀ ਪਿਆਰੇ ਹਨ। For the word of God says, be like a child being humbled and kind, and God will open up your eyes. ਤੇ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਇੱਕ ਬੱਚੇ ਵਾਂਗੂ ਨਮਰ ਤੇ ਦੀਨ ਬਣੋ ਕਿ ਪਰਮੇਸ਼ਵਰ ਤੁਹਾਡੀਆਂ ਆਤਮਿਕ ਅੱਖਾਂ ਨੂੰ ਖੋਲ ਦੇਵੇ। And I believe today He's gonna open up your eyes into spiritual realms. ਤੇ ਵਿਸ਼ਵਾਸ ਕਰੋ ਕਿ ਅੱਜ ਪਰਮੇਸ਼ਵਰ ਆਤਮਿਕ ਦਾਇਰਿਆਂ ਦੇ ਵਿੱਚ ਤੁਹਾਡੀਆਂ ਅੱਖਾਂ ਨੂੰ ਖੋਲਣ ਜਾ ਰਹੇ ਹਨ। Receive it in Jesus' name. ਯਿਸੂ ਦੇ ਨਾਮ ਦੇ ਵਿੱਚ ਇਸ ਚੀਜ਼ ਨੂੰ ਆਪਣੇ ਅੰਦਰ ਗ੍ਰਹਿਣ ਕਰੋ। Your eyes are gonna be open to the spiritual realms. ਤੁਹਾਡੀਆਂ ਜਿਹੜੀਆਂ ਅੱਖਾਂ ਹਨ ਉਹ ਆਤਮਿਕ ਦਾਇਰਿਆਂ ਦੇ ਵਿੱਚ ਖੁੱਲਣ ਵਾਲੀਆਂ ਹਨ। You are chosen for something special. ਤੁਸੀਂ ਕਿਸੇ ਖਾਸ ਚੀਜ਼ ਦੇ ਲਈ ਚੁਣੇ ਗਏ ਹੋ। You are uniquely made. ਤੁਸੀਂ ਬਹੁਤ ਵੱਖਰੇ ਤਰੀਕੇ ਦੇ ਨਾਲ ਬਣੇ ਹੋ। When God made you, He filled you with something unique from other people. ਤੇ ਜਦੋਂ ਪਰਮੇਸ਼ਵਰ ਨੇ ਤੁਹਾਨੂੰ ਬਣਾਇਆ, ਪਰਮੇਸ਼ਵਰ ਨੇ ਕੁਝ ਵੱਖਰੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਭਰਿਆ। We have authorities and we have responsibilities and we are meant to enter the spiritual realms. ਸਾਡੇ ਕੋਲ ਕੁਝ ਇਖਤਿਆਰ ਹਨ ਤੇ ਸਾਡੇ ਕੋਲ ਕੁਝ ਜ਼ਿੰਮੇਵਾਰੀਆਂ ਵੀ ਹਨ ਉਹਨਾਂ ਆਤਮਿਕ ਦਾਇਰਿਆਂ ਦੇ ਅੰਦਰ ਵੜਨ ਦੇ ਲਈ। Demon tries to limit you by bringing the temptations to divert you from entering the realms. He's like, I'm gonna bring
You get healed and you are happy with that, and then again the problem come, you get healed and you're happy with that, and you stay limited in that era. ਤੇ ਜਿਹੜਾ ਸ਼ੈਤਾਨ ਹੈ ਉਹ ਤੁਹਾਡੇ ਜੀਵਨ ਦੇ ਵਿੱਚ ਆਉਂਦਾ ਹੈ ਤੇ ਤੁਹਾਨੂੰ ਅੱਗੇ ਵਧਣ ਤੋਂ ਰੋਕਦਾ ਹੈ। ਉਹ ਤੁਹਾਡੇ ਜੀਵਨ ਦੇ ਵਿੱਚ ਸਮੱਸਿਆਵਾਂ ਲੈ ਕੇ ਆਉਂਦਾ ਹੈ, ਬਾਰ-ਬਾਰ ਤੁਹਾਡੇ ਜੀਵਨ ਦੇ ਅੰਦਰ ਸਮੱਸਿਆਵਾਂ ਨੂੰ ਉਹ ਰਚਾਉਂਦਾ ਹੈ ਤੇ ਤੁਸੀਂ ਸੋਚਦੇ ਹੋ ਕਿ ਮੈਂ ਹੁਣ ਇਸ ਰਸਤੇ ਦੇ ਉੱਤੋਂ, ਜਿਸ ਰਾਹ ਦੇ ਉੱਤੇ ਮੈਂ ਚੱਲ ਰਿਹਾ ਹਾਂ, ਮੈਂ ਹੁਣ ਇਸ ਤੋਂ ਪਰੇ ਚੱਲਾਂਗਾ, ਮੈਂ ਹੁਣ ਇਸ ਰਸਤੇ ਦੇ ਉੱਤੇ ਦੁਬਾਰਾ ਨਹੀਂ ਚੱਲਾਂਗਾ। Like we discussed this Sunday in the sermon, ਜਿੱਦਾਂ ਅਸੀਂ ਐਤਵਾਰ ਦੇ ਪ੍ਰਚਾਰ ਦੇ ਵਿੱਚ ਇਸ ਗੱਲ ਨੂੰ ਦੇਖਿਆ ਸੀ that the Spirit of God gave us the word ਕਿ ਪਰਮੇਸ਼ਵਰ ਦੇ ਵਚਨ ਨੇ ਸਾਨੂੰ ਵਚਨ ਦਿੱਤਾ that your contract has been signed. ਕਿ ਤੁਹਾਡਾ ਇਕਰਾਰਨਾਮਾ ਜਿਹੜਾ ਹੈ ਉਸ ਦੇ ਉੱਤੇ ਦਸਤਖਤ ਹੋ Your ਚੁੱਕੇ ਹਨ। supernatural contract has been signed. ਤੁਹਾਡਾ ਅਲੌਕਿਕ ਇਕਰਾਰਨਾਮਾ ਬਣ ਚੁੱਕਿਆ ਹੈ। Then now, whenever the devil comes with the problem, tell him no more drama. ਤੇ ਜਦੋਂ ਵੀ ਹੁਣ ਦੁਸ਼ਟ ਤੁਹਾਡੇ ਜੀਵਨ ਦੇ ਵਿੱਚ ਸਮੱਸਿਆਵਾਂ ਨੂੰ ਲੈ ਕੇ ਆਉਂਦਾ ਹੈ ਤੇ ਉਸ ਨੂੰ ਦੱਸੋ ਉਸੇ ਵੇਲੇ ਕਿ ਮੈਂ ਹੁਣ ਹੋਰ ਡਰਾਮਾ ਨਹੀਂ ਚਾਹੁੰਦਾ। Tell him I am healed by the stripes of Christ. I am healed by the blood of Christ. ਤੇ ਉਸ ਨੂੰ ਦੱਸੋ ਕਿ ਮੈਂ ਪਰਮੇਸ਼ਵਰ ਦੇ ਕੋੜਿਆਂ ਦੇ ਦੁਆਰਾ ਚੰਗਾ ਕੀਤਾ ਗਿਆ ਹਾਂ, ਮੈਂ ਪਰਮੇਸ਼ਵਰ ਦੇ ਲਹੂ ਦੇ ਦੁਆਰਾ ਚੰਗਾ ਕੀਤਾ ਗਿਆ ਹਾਂ। I don't allow your any drama to come into my life. You cannot divert me anymore. ਤੇ ਮੈਂ ਆਪਣੇ ਜੀਵਨ ਦੇ ਵਿੱਚ ਤੇਰੇ ਕਿਸੇ ਡਰਾਮੇ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੰਦਾ ਤੇ ਮੈਂ ਆਪਣੇ ਕਿਸੇ ਵੀ ਰਾਹ ਤੋਂ ਨਹੀਂ ਭਟਕਣ ਵਾਲਾ। Every morning bless yourself by placing your hand on the head and say I am blessed. ਤੇ ਹਰ ਸਵੇਰੇ ਉੱਠ ਕੇ ਆਪਣਾ ਹੱਥ ਆਪਣੇ ਸਿਰ ਦੇ ਉੱਤੇ ਰੱਖ ਕੇ ਆਪਣੇ ਆਪ ਨੂੰ ਆਸ਼ੀਸ਼ਿਤ ਕਰੋ ਕਿ ਮੈਂ ਆਸ਼ੀਸ਼ਿਤ ਹਾਂ। Say I am covered by the blood of Christ. ਤੇ ਕਹੋ ਮੈਂ ਪਰਮੇਸ਼ਵਰ ਦੇ ਲਹੂ, ਮਸੀਹ ਦੇ ਲਹੂ ਦੇ ਵਿੱਚ ਢੱਕਿਆ ਹੋਇਆ ਹਾਂ। Every morning do that. ਹਰ ਸਵੇਰ ਤੁਸੀਂ ਇਦਾਂ ਕਰੋ। That's how the devil is going to get in trouble. ਤੇ ਦੇਖਿਓ ਜਿਹੜਾ ਦੁਸ਼ਟ ਹੈ ਉਹ ਕਿੱਦਾਂ ਮੁਸੀਬਤ ਦੇ ਵਿੱਚ ਆਵੇਗਾ। He can't divert you anymore. ਤੇ ਉਹ ਤੁਹਾਨੂੰ ਅੱਗੇ ਨੂੰ ਭਟਕਾ ਨਹੀਂ He ਪਾਵੇਗਾ। cannot divert you to enter into the realms. ਉਹ ਤੁਹਾਨੂੰ ਉਸ ਆਤਮਿਕ ਦਾਇਰਿਆਂ ਦੇ ਵਿੱਚ ਜਾਣ ਤੋਂ ਭਟਕਾ ਨਹੀਂ ਪਾਵੇਗਾ। Hallelujah. ਹਾਲੇਲੂਇਆ। The word of God says, my people perish because of lack of spiritual knowledge. ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਮੇਰੇ ਲੋਕ ਜਿਹੜੇ ਹਨ ਉਹ ਆਤਮਿਕ ਗਿਆਨ ਦੇ ਬਿਨਾਂ ਨਾਸ਼ ਹੋ ਰਹੇ ਹਨ। Because he says their eyes are not opened yet. ਕਿਉਂਕਿ ਉਹਨਾਂ ਦੀਆਂ ਜਿਹੜੀਆਂ ਅੱਖਾਂ ਹਨ, ਆਤਮਿਕ ਅੱਖਾਂ ਹਨ, ਉਹ ਅਜੇ ਤੱਕ ਨਹੀਂ ਖੁੱਲੀਆਂ। He says that their eyes are not open for the spiritual world. ਤੇ ਉਹ ਇਦਾਂ ਲਿਖਦਾ ਹੈ ਕਿ ਜਿਹੜੀਆਂ ਲੋਕਾਂ ਦੀਆਂ ਅੱਖਾਂ ਹਨ ਉਹ ਉਸ ਆਤਮਿਕ ਸੰਸਾਰ ਦੇ ਲਈ ਹਜੇ ਨਹੀਂ ਖੁੱਲੀਆਂ। They perish because the enemy he can see in the realms like a clear day. ਪਰਮੇਸ਼ਵਰ ਦੇ ਲੋਕ ਇਸ ਲਈ ਨਾਸ਼ ਹੋ ਰਹੇ ਹਨ ਕਿਉਂਕਿ ਜਿਹੜਾ ਦੁਸ਼ਟ ਹੈ ਉਹ ਉਸ ਆਤਮਿਕ ਦਾਇਰਿਆਂ ਦੇ ਵਿੱਚ ਪੂਰੇ ਇੱਕ ਸਪਸ਼ਟ ਦਿਨ ਦੇ ਵਾਂਗੂ ਉਹਨਾਂ ਚੀਜ਼ਾਂ ਨੂੰ ਦੇਖ ਰਿਹਾ ਹੈ। You know, this is a picture like kids playing, two kids playing, one with the blindfold on and one who can see clearly. ਤੁਹਾਨੂੰ ਪਤਾ ਹੈ ਕਿ ਇਹ ਇੱਕ ਉਸ ਤਸਵੀਰ ਦੇ ਵਾਂਗੂ ਹੈ ਜਿੱਦਾਂ ਦੋ ਬੱਚੇ ਖੇਡ ਰਹੇ ਹੋਣ, ਇੱਕ ਨੇ ਅੱਖਾਂ ਦੇ ਉੱਤੇ ਪੱਟੀ ਬੰਨੀ ਹੈ ਤੇ ਇੱਕ ਖੁੱਲੀਆਂ ਅੱਖਾਂ ਦੇ ਨਾਲ ਖੇਲ ਰਿਹਾ ਹੈ। And today this word says that the devil he can see so clearly in the realms. ਤੇ ਇਦਾਂ ਹੀ ਪਰਮੇਸ਼ਵਰ ਦਾ ਵਚਨ ਅੱਜ ਕਹਿੰਦਾ ਹੈ ਕਿ ਜਿਹੜਾ ਦੁਸ਼ਟ ਹੈ ਉਹ ਉਹਨਾਂ ਆਤਮਿਕ ਦਾਇਰਿਆਂ ਦੇ ਵਿੱਚ ਉਸੇ ਤਰ੍ਹਾਂ ਸਪਸ਼ਟ ਰੂਪ ਦੇ ਵਿੱਚ ਦੇਖ ਰਿਹਾ ਹੈ। And we are symbolized as the kid with the blindfold on. ਤੇ ਅਸੀਂ ਉਸ ਬੱਚੇ ਦੇ ਵਾਂਗੂ ਹਾਂ ਜਿਹਦੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਹੈ। But today the power of God is going to come and remove every blindfold from your eyes in the name of Jesus Christ. ਪਰ ਅੱਜ ਪਰਮੇਸ਼ਵਰ ਦਾ ਆਤਮਾ ਯਿਸੂ ਦੇ ਨਾਮ ਦੇ ਵਿੱਚ ਤੁਹਾਡੇ ਉੱਤੇ ਆਵੇਗਾ ਤੇ ਤੁਹਾਡੀਆਂ ਅੱਖਾਂ ਦੇ ਉੱਤੋਂ ਹਰ ਉਸ ਪੱਟੀ ਨੂੰ ਖੋਲ ਦੇਵੇਗਾ। Every blindfold is going to be open today in Jesus name. ਅੱਜ ਹਰ ਇੱਕ ਅੱਖਾਂ ਦੀ ਪੱਟੀ ਖੁੱਲਣ ਜਾ ਰਹੀ ਹੈ ਯਿਸੂ ਦੇ ਨਾਮ ਦੇ No ਵਿੱਚ। more of a blindfold on your eyes. ਹੁਣ ਅੱਗੇ ਨੂੰ ਲੈ ਕੇ ਤੁਹਾਡੀਆਂ ਅੱਖਾਂ ਦੇ ਉੱਤੇ ਕੋਈ ਪੱਟੀ ਨਹੀਂ ਹੋਵੇਗੀ। Your eyes are going to be open for the spiritual realms. ਤੁਹਾਡੀਆਂ ਅੱਖਾਂ ਆਤਮਿਕ ਦਾਇਰਿਆਂ ਦੇ ਲਈ ਖੁੱਲ ਜਾਣਗੀਆਂ। Hallelujah. ਹਾਲੇਲੂਇਆ। He wants to open up your eyes today, and we're going to hear a lot of testimonies regarding that in Jesus' name. ਤੇ ਪਰਮੇਸ਼ਵਰ ਅੱਜ ਤੁਹਾਡੀਆਂ ਅੱਖਾਂ ਨੂੰ ਖੋਲਣਾ ਚਾਹੁੰਦੇ ਹਨ ਤੇ ਇਸ ਬਾਰੇ ਅਸੀਂ ਬਹੁਤ ਸਾਰੀਆਂ ਗਵਾਹੀਆਂ ਨੂੰ ਵੀ ਸੁਣਾਂਗੇ। Amen. ਆਮੇਨ। Amen. ਆਮੇਨ। You know, there are laws in the spiritual realm. ਤੁਹਾਨੂੰ ਪਤਾ ਹੈ ਕਿ ਆਤਮਿਕ ਦਾਇਰਿਆਂ ਦੇ ਵਿੱਚ ਕੁਝ ਕਾਨੂੰਨ ਹੁੰਦੇ ਹਨ। If we want to
abundant life, if we want to be part of abundant life, then we have to obey his rules. ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਭਰਪੂਰੀ ਵਾਲਾ ਜੀਵਨ ਹੋਈਏ, ਜੇ ਅਸੀਂ ਚਾਹੁੰਦੇ ਹਾਂ ਕਿ ਭਰਪੂਰੀ ਵਾਲੇ ਜੀਵਨ ਦਾ ਅਸੀਂ ਹਿੱਸਾ ਬਣੀਏ, ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਆਤਮਿਕ ਕਾਨੂੰਨਾਂ ਦੀ ਪਾਲਣਾ ਕਰੀਏ। It is a different world. ਉਹ ਇੱਕ ਵੱਖਰਾ ਸੰਸਾਰ ਹੈ। It's like on this world we do have rules and regulations. ਉਹ ਇਦਾਂ ਹੈ ਜਿੱਦਾਂ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਸਾਡੇ ਲਈ ਕੁਝ ਕਾਨੂੰਨ ਤੇ ਨਿਯਮ ਹੁੰਦੇ ਹਨ। When a child grows up, ਜਦੋਂ ਇੱਕ ਬੱਚਾ ਵੱਡਾ ਹੁੰਦਾ ਹੈ, he crosses his teenage, ਤੇ ਜਦੋਂ ਉਹ ਆਪਣੀ 12 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਨੂੰ ਟੱਪ ਜਾਂਦਾ ਹੈ, he made his driving license ਉਹ ਆਪਣੇ ਉਹ ਜਿਹੜਾ ਸਾਧਨ ਚਲਾਉਣ ਦਾ ਲਾਇਸੈਂਸ ਹੈ ਉਸ ਨੂੰ ਪ੍ਰਾਪਤ ਕਰਦਾ and ਹੈ drives on road. ਤੇ ਗੱਡੀ ਚਲਾਉਣਾ ਉਹ ਸੜਕ ਦੇ ਉੱਤੇ ਸ਼ੁਰੂ ਕਰ ਦਿੰਦਾ ਹੈ। But if you try to drive without rules and regulations, you're gonna get in trouble. ਪਰ ਜੇ ਉਹ ਬਿਨਾਂ ਕਿਸੇ ਕਾਨੂੰਨਾਂ ਦੇ ਉਹ ਗੱਡੀ ਨੂੰ ਰੋਡ ਦੇ ਉੱਤੇ ਚਲਾਵੇ ਤੇ ਉਹਦਾ ਨਾਸ਼ ਹੋ ਸਕਦਾ ਹੈ। If you try to overspeed, the police is gonna pull you up. ਤੇ ਜੇ ਤੁਸੀਂ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਜਾ ਰਹੇ ਹੋ ਤਾਂ ਜਿਹੜੀ ਪੁਲਿਸ ਹੈ ਉਹ ਆ ਕੇ ਤੁਹਾਨੂੰ ਫੜ ਲਵੇਗੀ। If you're not obeying the rules and regulations of the traffic light, the police is gonna pull up. You have to pay for that. ਤੇ ਜੇ ਤੁਸੀਂ ਯਾਤਾਯਾਤ ਦੇ ਜਿਹੜੇ ਕਾਨੂੰਨ ਹਨ ਉਹਨਾਂ ਨੂੰ ਤੁਸੀਂ ਨਹੀਂ ਮੰਨ ਰਹੇ ਹੋ ਤੇ ਤੁਹਾਨੂੰ ਪੁਲਿਸ ਫੜੇਗੀ ਤੇ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। This is the same thing in the realms. ਇਸੇ ਤਰੀਕੇ ਦੇ ਨਾਲ ਹੈ ਆਤਮਿਕ ਦਾਇਰਿਆਂ ਦੇ ਵਿੱਚ ਵੀ। There are laws in the spiritual realm. ਆਤਮਿਕ ਦਾਇਰਿਆਂ ਦੇ ਵਿੱਚ ਵੀ ਕਾਨੂੰਨ ਤੇ ਨਿਯਮ ਹਨ। And you have to pay for that if you do overspeeding. ਜੇ ਤੁਸੀਂ ਆਤਮਿਕ ਦਾਇਰਿਆਂ ਦੇ ਵਿੱਚ ਵੀ ਤੇਜ਼ ਰਫ਼ਤਾਰ ਦੇ ਨਾਲ ਚੱਲੋਗੇ ਤੇ ਤੁਹਾਨੂੰ ਉਹਦੇ ਲਈ ਹਰਜਾਨਾ ਭਰਨਾ ਪਵੇਗਾ। In this world we pay in cash, but in that world you're gonna pay by suffering from problems that the devil brings into your life. ਇਸ ਸੰਸਾਰ ਦੇ ਵਿੱਚ ਤਾਂ ਅਸੀਂ ਹਰਜਾਨਾ ਪੈਸਿਆਂ ਦੇ ਨਾਲ ਭਰਦੇ ਹਾਂ, ਪਰ ਆਤਮਿਕ ਸੰਸਾਰ ਦੇ ਵਿੱਚ ਜਿਹੜਾ ਹਰਜਾਨਾ ਹੈ ਉਹ ਦੁਸ਼ਟ ਦੇ ਵੱਲੋਂ ਘੱਲੀਆਂ ਹੋਈਆਂ ਮੁਸੀਬਤਾਂ ਸਾਡੇ ਜੀਵਨ ਦੇ ਵਿੱਚ ਜਦੋਂ ਆਉਂਦੀਆਂ ਹਨ ਸਾਨੂੰ ਉਹਦੇ ਦੁਆਰਾ ਭਰਨਾ ਪੈਂਦਾ ਹੈ। Some people are like, I pray so much, I fast so much, I pray so much, I pray for my preacher prays for me, the Lord's grace is upon me. Why I have to follow the rules or the laws of the spiritual realm to be blessed? ਕਈ ਲੋਕੀ ਜਿਹੜੇ ਹਨ ਉਹ ਇੱਦਾਂ ਸੋਚਦੇ ਹਨ ਕਿ ਮੈਂ ਤਾਂ ਬਹੁਤ ਪ੍ਰਾਰਥਨਾ ਕਰਦਾ ਹਾਂ, ਮੈਂ ਤਾਂ ਬਹੁਤ ਵਰਤ ਰੱਖਦਾ ਹਾਂ, ਮੇਰੇ ਪ੍ਰਚਾਰਕ ਮੇਰੇ ਲਈ ਪ੍ਰਾਰਥਨਾ ਕਰਦੇ ਹਨ, ਮੈਂ ਆਪਣੇ ਪ੍ਰਚਾਰਕਾਂ ਦੇ ਲਈ ਪ੍ਰਾਰਥਨਾ ਕਰਦਾ ਹਾਂ, ਪਰਮੇਸ਼ਵਰ ਦੀ ਕਿਰਪਾ ਮੇਰੇ ਉੱਤੇ ਬਹੁਤ ਹੈ, ਪਰਮੇਸ਼ਵਰ ਦਾ ਪੱਖ ਮੇਰੇ ਉੱਤੇ ਬਹੁਤ ਹੈ, ਮੈਂ ਇਹਨਾਂ ਆਤਮਿਕ ਕਾਨੂੰਨਾਂ ਦੀ ਪਾਲਣਾ ਕਿਉਂ ਕਰਾਂ? But the same God that told you to pray is the same God that is telling you to obey the laws. ਜਿਹੜਾ ਪਰਮੇਸ਼ਵਰ ਜਿਹਨੇ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਰੋਜ਼ ਪ੍ਰਾਰਥਨਾ ਕਰੋ, ਉਹੀ ਉਹ ਪਰਮੇਸ਼ਵਰ ਹੈ ਜਿਹੜਾ ਕਹਿੰਦਾ ਹੈ ਕਿ ਮੇਰੇ ਕਾਨੂੰਨਾਂ ਦੀ ਵੀ ਪਾਲਣਾ ਕਰੋ। His grace is that you are saved and you are here today and listening the word of God. ਉਹਦੀ ਜਿਹੜੀ ਕਿਰਪਾ ਹੈ ਪਰਮੇਸ਼ਵਰ ਦੀ ਉਹ ਇਹ ਹੈ ਕਿ ਅੱਜ ਤੁਸੀਂ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋ ਤੇ ਤੁਸੀਂ ਪਰਮੇਸ਼ਵਰ ਦੀ ਉਪਸਥਿਤੀ ਦੇ ਵਿੱਚ ਬੈਠੇ ਹੋ ਤੇ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣ ਰਹੇ ਹੋ। But to receive his abundant life, to be the part of his inheritance, you have to obey the laws of the spiritual realm. ਪਰ ਭਰਪੂਰੀ ਦੇ ਜੀਵਨ ਨੂੰ ਪ੍ਰਾਪਤ ਕਰਨ ਦੇ ਲਈ ਤੇ ਆਤਮਿਕ ਚੀਜ਼ਾਂ ਨੂੰ ਲੈਣ ਦੇ ਲਈ ਤੁਹਾਨੂੰ ਪਰਮੇਸ਼ਵਰ ਦੇ ਜਿਹੜੇ ਆਤਮਿਕ ਕਾਨੂੰਨ ਹਨ ਉਹਨਾਂ ਦੀ ਪਾਲਣਾ ਕਰਨੀ ਪਵੇਗੀ। He created laws ਪਰਮੇਸ਼ਵਰ ਨੇ ਕਾਨੂੰਨ ਬਣਾਏ because he knows what he is doing. ਕਿਉਂਕਿ ਪਰਮੇਸ਼ਵਰ ਜਾਣਦੇ ਸਨ ਕਿ ਮੈਂ ਕੀ ਕਰ ਰਿਹਾ ਹਾਂ। It might not make sense to us today. ਹੋ ਸਕਦਾ ਹੈ ਕਿ ਅੱਜ ਇਸ ਚੀਜ਼ ਦਾ ਸਾਡੇ ਲਈ ਕੋਈ ਅਰਥ ਨਾ ਨਿਕਲਦਾ ਹੋਵੇ। But tomorrow you're gonna see why were you going through that much. ਪਰ ਅੱਗੇ ਨੂੰ ਤੁਸੀਂ ਦੇਖੋਗੇ ਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਮੁਸੀਬਤਾਂ ਦੇ ਵਿੱਚੋਂ ਦੀ ਇੰਨਾ ਕਿਉਂ ਗੁਜ਼ਰ ਰਹੇ ਸੀ। For the word of God says I am what I am means he knows what he is doing. ਕਿਉਂਕਿ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਮੈਂ ਹਾਂ ਜੋ ਹਾਂ, ਕਿਉਂਕਿ ਇਹਦਾ ਮਤਲਬ ਇਹ ਹੈ ਕਿ ਪਰਮੇਸ਼ਵਰ ਜਾਣਦੇ ਹਨ ਕਿ ਪਰਮੇਸ਼ਵਰ ਕੀ ਕਰ ਰਹੇ ਹਨ। he's not coming to you and gonna ask you what shall I do for you. No, he is gonna do what he wants to do and he wants his purposes to be fulfilled in our life, not our ways but his ways. ਪਰਮੇਸ਼ਵਰ ਤੁਹਾਡੇ ਕੋਲ ਆ ਕੇ ਤੁਹਾਨੂੰ ਇਹ ਨਹੀਂ ਪੁੱਛਣਗੇ ਕਿ ਮੈਂ ਤੇਰੇ ਲਈ ਇਸ ਕੰਮ ਨੂੰ ਕਿੱਦਾਂ ਕਰਾਂ। ਉਹ ਜਿੱਦਾਂ ਚਾਹਣ ਉਦਾਂ ਹੀ ਤੁਹਾਡੇ ਜੀਵਨ ਦੇ ਵਿੱਚ ਆਪਣੇ ਮਕਸਦਾਂ ਨੂੰ ਪੂਰਾ ਕਰਨ ਦੇ ਲਈ ਕੰਮ ਕਰਨਗੇ। He is the boss, he have the authority. ਜਿਹੜੇ ਪਰਮੇਸ਼ਵਰ ਹਨ ਉਹ ਬੌਸ ਹਨ ਤੇ ਉਹਨਾਂ ਦੇ ਕੋਲ ਇਖਤਿਆਰ ਹੈ। And his word says I have the plans for you.
ਤੇ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਮੇਰੇ ਕੋਲ ਤੁਹਾਡੇ ਲਈ ਯੋਜਨਾਵਾਂ The ਹਨ, plans to prosper you, ਤੁਹਾਡੇ ਵਾਅਦੇ ਦੀਆਂ ਯੋਜਨਾਵਾਂ the ਹਨ, plans to give you hope and future, ਤੁਹਾਨੂੰ ਤੁਹਾਡੇ ਭਵਿੱਖ ਦੀ ਆਸ ਦਿਵਾਉਣ ਦੇ ਲਈ ਮੇਰੇ ਕੋਲ ਯੋਜਨਾਵਾਂ but ਹਨ, not to harm you. ਪਰ ਤੁਹਾਡੇ ਨੁਕਸਾਨ ਦੀਆਂ ਯੋਜਨਾਵਾਂ ਨਹੀਂ ਹਨ। And he says, trust me. ਤੇ ਪਰਮੇਸ਼ਵਰ ਕਹਿੰਦੇ ਹਨ ਕਿ ਮੇਰੇ ਉੱਤੇ ਭਰੋਸਾ He ਕਰੋ। says, I know what am I doing. ਤੇ ਪਰਮੇਸ਼ਵਰ ਕਹਿੰਦੇ ਹਨ ਕਿ ਮੈਂ ਜਾਣਦਾ ਹਾਂ ਕਿ ਮੈਂ ਕੀ ਕਰ ਰਿਹਾ ਹਾਂ। So stop being smart. ਤੇ ਆਪਣੇ ਆਪ ਨੂੰ ਜ਼ਿਆਦਾ ਹੁਸ਼ਿਆਰ ਬਣਾਉਣ ਦੀ ਕੋਸ਼ਿਸ਼ ਨਾ ਕਰੋ। Obey his laws. ਪਰਮੇਸ਼ਵਰ ਦੇ ਵਚਨਾਂ ਦੀ ਪਾਲਣਾ ਕਰੋ। If you want to come under his abundant life, you want to be the part of his inheritance, that can only be received if you follow his laws of the spiritual realms. ਜੇ ਤੁਸੀਂ ਆਪਣੇ ਜੀਵਨ ਦੇ ਵਿੱਚ ਭਰਪੂਰੀ ਵਾਲੇ ਜੀਵਨ ਨੂੰ ਲੈਣਾ ਚਾਹੁੰਦੇ ਹੋ, ਜੇ ਤੁਸੀਂ ਪਰਮੇਸ਼ਵਰ ਦੀ ਵਿਰਾਸਤ ਦੇ ਵਾਰਿਸ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਹਨਾਂ ਕਾਨੂੰਨਾਂ ਨੂੰ, ਜਿਹੜੇ ਆਤਮਿਕ ਕਾਨੂੰਨ ਹਨ ਪਰਮੇਸ਼ਵਰ ਦੇ ਵੱਲੋਂ ਬਣਾਏ ਗਏ, ਉਹਨਾਂ ਦੀ ਪਾਲਣਾ ਕਰਨ ਦੀ ਲੋੜ ਹੈ। If I want to go through the spiritual rules, he said, for me, I want to be able to reap abundant life. ਤੇ ਜੇ ਅਸੀਂ ਪਰਮੇਸ਼ਵਰ ਦੇ ਉਹਨਾਂ ਆਤਮਿਕ ਕਾਨੂੰਨਾਂ ਦੇ ਅਨੁਸਾਰ ਨਹੀਂ ਚੱਲਦੇ, ਤੇ ਫਿਰ ਅਸੀਂ ਉਹ ਕੱਟਾਂਗੇ ਜੋ ਅਸੀਂ ਵੱਢਦੇ ਹਾਂ। And from today, make sure that you don't step out of them. ਤੇ ਅੱਜ ਤੁਸੀਂ ਧਿਆਨ ਰੱਖੋ, ਸੁਚੇਤ ਹੋਵੋ ਕਿ ਤੁਸੀਂ ਪਰਮੇਸ਼ਵਰ ਦੇ ਵਚਨ, ਪਰਮੇਸ਼ਵਰ ਦੇ ਕਾਨੂੰਨਾਂ ਦੇ ਬਾਹਰ ਕਦਮ ਨਾ If ਰੱਖੋ। you're going to step out of them, then you're going to open a wide door for the demon and give access of your life to him. ਤੇ ਜੇ ਤੁਸੀਂ ਪਰਮੇਸ਼ਵਰ ਦੇ ਕਾਨੂੰਨਾਂ ਤੋਂ ਬਾਹਰ ਆਪਣਾ ਕਦਮ ਰੱਖਦੇ ਹੋ, ਤੇ ਤੁਸੀਂ ਦੁਸ਼ਟ ਦੇ ਲਈ ਬਹੁਤ ਚੌੜਾ ਦਰਵਾਜ਼ਾ ਜੋ ਹੈ ਉਹ ਖੋਲ ਰਹੇ ਹੋ। Be alert and careful with the word of God. ਤੁਸੀਂ ਸੁਚੇਤ ਹੋਵੋ ਤੇ ਪਰਮੇਸ਼ਵਰ ਦੇ ਵਚਨ ਦੇ ਉੱਤੇ ਧਿਆਨ ਦਿਵੋ। It says in Galatians chapter 6:7, ਤੇ ਇਹ ਗਲਾਤੀਆ ਉਹਦੇ 6 ਨੰਬਰ ਅਧਿਆਏ ਤੇ 7 ਨੰਬਰ ਆਇਤ ਦੇ ਵਿੱਚ ਇਦਾਂ ਕਹਿੰਦਾ ਹੈ, do not be deceived. ਤੁਸੀਂ ਧੋਖਾ ਨਾ ਖਾਓ। God cannot be mocked. ਪਰਮੇਸ਼ਵਰ ਠੱਠਿਆਂ ਵਿੱਚ ਨਹੀਂ ਉਡਾਈਦਾ। A man reaps what he sows. ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈ ਵੱਢੇਗਾ He ਵੀ। says a man reaps what he sows. ਇਹ ਇਦਾਂ ਕਹਿੰਦਾ ਹੈ ਕਿ ਜੋ ਮਨੁੱਖ ਬੀਜੇਗਾ ਉਹੀ ਵੱਢੇਗਾ। And what he says, ਤੇ ਉਹ ਕੀ ਕਹਿ ਰਿਹਾ ਹੈ? whoever sows to please their flesh, ਜਿਹੜਾ ਆਪਣੇ ਸਰੀਰ ਦੇ ਲਈ ਬੀਜਦਾ ਹੈ, from the flesh will reap destruction. ਉਹ ਸਰੀਰੋਂ ਵਿਨਾਸ਼ ਨੂੰ ਵੱਢੇਗਾ। Whoever sows to please the spirit, ਅਤੇ ਜਿਹੜਾ ਆਤਮਾ ਦੇ ਲਈ ਬੀਜਦਾ ਹੈ, from the spirit will reap eternal life. ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਢੇਗਾ। The eternal life is the life of abundance. ਜਿਹੜਾ ਸਦੀਪਕ ਜੀਵਨ ਹੈ ਉਹ ਭਰਪੂਰੀ ਦਾ ਜੀਵਨ ਹੈ। The abundant life of God. ਉਹ ਪਰਮੇਸ਼ਵਰ ਦੀ ਭਰਪੂਰਤਾ ਵਾਲਾ ਜੀਵਨ ਹੈ। And this is the law of the spiritual realm, that you reap what you sow. ਤੇ ਇਹ ਜਿਹੜਾ ਹੈ ਆਤਮਿਕ ਕਾਨੂੰਨ ਹੈ ਪਰਮੇਸ਼ਵਰ ਦੇ ਵੱਲੋਂ ਠਹਿਰਾਇਆ ਗਿਆ ਕਿ ਜੋ ਤੁਸੀਂ ਬੀਜੋਗੇ ਉਹੀ ਤੁਸੀਂ ਵੱਢੋਗੇ ਵੀ। People be like, I thought God is so loving, he's so merciful, he's gonna save me. But no, the same God that is merciful, that has grace, is telling you to follow his laws today. ਲੋਕੀ ਸੋਚਦੇ ਹਨ ਕਿ ਜਿਹੜੇ ਪਰਮੇਸ਼ਵਰ ਹਨ ਉਹ ਬਹੁਤ ਜ਼ਿਆਦਾ ਪਿਆਰ ਕਰਨ ਵਾਲੇ ਹਨ, ਪਰਮੇਸ਼ਵਰ ਬਹੁਤ ਕਿਰਪਾ ਵਾਲੇ ਹਨ, ਪਰਮੇਸ਼ਵਰ ਤਾਂ ਬਹੁਤ ਦਿਆਲੂ ਪਰਮੇਸ਼ਵਰ ਹਨ, ਪਰ ਉਹ ਉਹੀ ਪਰਮੇਸ਼ਵਰ ਹਨ ਜਿਹੜੇ ਇਹ ਵੀ ਕਹਿੰਦੇ ਹਨ ਕਿ ਤੁਸੀਂ ਮੇਰੇ ਆਤਮਿਕ ਕਾਨੂੰਨਾਂ ਦੀ ਵੀ ਪਾਲਣਾ ਕਰੋ। He is the same God, he loves you a lot, but if you sow bad things, then you're gonna end up fighting for your life, and he don't want that for you, because he already have saved eternal life for you. ਉਹ ਉਹੀ ਪਰਮੇਸ਼ਵਰ ਹਨ ਜਿਹੜੇ ਤੁਹਾਡੇ ਨਾਲ ਪ੍ਰੇਮ ਕਰਦੇ ਹਨ, ਪਰ ਉਹ ਚਾਹੁੰਦੇ ਹਨ ਕਿ ਤੁਸੀਂ ਆਪਣੇ ਲਈ ਵਿਨਾਸ਼ ਵਾਲੀਆਂ ਚੀਜ਼ਾਂ ਨੂੰ ਨਾ ਬੀਜੋ, ਕਿਉਂਕਿ ਜਦੋਂ ਤੁਸੀਂ ਆਪਣੇ ਲਈ ਵਿਨਾਸ਼ ਵਾਲੀਆਂ ਚੀਜ਼ਾਂ ਨੂੰ ਬੀਜਦੇ ਹੋ ਤਾਂ ਉਹ ਪਰਮੇਸ਼ਵਰ ਨੂੰ ਵੀ ਦੁੱਖ ਦਿੰਦੀਆਂ ਹਨ। That's why this law has been made. ਇਸੇ ਲਈ ਇਹ ਜਿਹੜਾ ਕਾਨੂੰਨ ਹੈ ਉਹ ਬਣਾਇਆ ਗਿਆ And ਹੈ। this is so important law. ਇਹ ਬਹੁਤ ਹੀ ਜਿਹੜਾ ਮਹੱਤਵਪੂਰਨ ਕਾਨੂੰਨ ਹੈ। Lots of people think that way because they lack revelation. ਬਹੁਤ ਸਾਰੇ ਲੋਕੀ ਹਨ ਜਿਨ੍ਹਾਂ ਦੇ ਕੋਲ ਪ੍ਰਕਾਸ਼ਨ ਦੀ ਕਮੀ ਹੈ। Lots of people think that way because they lack revelation. ਬਹੁਤ ਸਾਰੇ ਲੋਕੀ ਉਸ ਤਰੀਕੇ ਦੇ ਨਾਲ ਸੋਚਦੇ ਹਨ ਕਿਉਂਕਿ ਉਹਨਾਂ ਦੇ ਕੋਲ ਪ੍ਰਕਾਸ਼ਨ ਦੀ ਕਮੀ ਹੈ। You know, Paul says that it's a different Jesus that you are hearing about. It is not the same Jesus that I am preaching about. ਤੋ ਦੇਖੋ ਪੌਲੁਸ ਕਹਿੰਦਾ ਹੈ ਕਿ ਇਹ ਉਹ ਯਿਸੂ ਨਹੀਂ ਹੈ ਜਿਸ ਦੇ ਬਾਰੇ ਤੁਸੀਂ ਸੁਣਦੇ ਹੋ। ਇਹ ਉਹ ਪੌਲੁਸ
ਇਹ ਉਹ ਯਿਸੂ ਹੈ ਜਿਹਦਾ ਮੈਂ ਪ੍ਰਚਾਰ ਕਰ ਰਿਹਾ ਹਾਂ, ਇਹ ਬਿਲਕੁਲ ਵੱਖਰਾ ਯਿਸੂ ਹੈ। I hope you get that. Be careful. Do you know Jesus or not? Do you really know him or not? ਮੈਂ ਆਸ਼ਾ ਕਰਦੀ ਹਾਂ ਕਿ ਤੁਸੀਂ ਇਸ ਗੱਲ ਨੂੰ ਸਮਝ ਗਏ ਹੋਵੋਗੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਸੱਚੀ ਵਿੱਚ ਪਰਮੇਸ਼ਵਰ ਨੂੰ ਯਿਸੂ ਨੂੰ ਜਾਣਦੇ ਹੋ ਜਾਂ ਨਹੀਂ। If it's a law, then you have to obey it. Doesn't matter how much you love God, doesn't matter how much God loves you. If it is a law, then it is a law. If you have to obey, then you have to obey it. ਤੇ ਜਿਹੜਾ ਕਾਨੂੰਨ ਹੈ, ਜੇ ਉਹ ਕਾਨੂੰਨ ਹੈ ਤਾਂ ਤੁਹਾਨੂੰ ਉਸ ਕਾਨੂੰਨ ਦੀ ਪਾਲਣਾ ਕਰਨੀ ਪਵੇਗੀ। ਇਹ ਕੋਈ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਪਰਮੇਸ਼ਵਰ ਨੂੰ ਕਿੰਨਾ ਪਿਆਰ ਕਰਦੇ ਹੋ ਤੇ ਪਰਮੇਸ਼ਵਰ ਤੁਹਾਨੂੰ ਕਿੰਨਾ ਪਿਆਰ ਕਰਦੇ ਹਨ। ਜੇ ਕਾਨੂੰਨ ਬਣ ਚੁੱਕਿਆ ਹੈ ਤੇ ਤੁਹਾਨੂੰ ਉਸ ਦੀ ਪਾਲਣਾ ਕਰਨ ਦੀ ਲੋੜ ਹੈ ਤੇ ਤੁਸੀਂ ਉਸ ਦੀ ਪਾਲਣਾ ਵੀ ਕਰੋਗੇ। Because it hurts God's heart when you sow destruction. ਕਿਉਂਕਿ ਇਹ ਪਰਮੇਸ਼ਵਰ ਦੇ ਦਿਲ ਨੂੰ ਦੁੱਖ ਦਿੰਦਾ ਹੈ ਜਦੋਂ ਤੁਸੀਂ ਆਪਣੇ ਆਪ ਦੇ ਲਈ ਨਾਸ਼ ਨੂੰ ਬੀਜਦੇ ਹੋ। It hurts when you speak the word of death. ਤੇ ਇਹ ਪਰਮੇਸ਼ਵਰ ਨੂੰ ਦੁੱਖ ਦਿੰਦਾ ਹੈ ਜਦੋਂ ਤੁਸੀਂ ਆਪਣੇ ਲਈ ਮੌਤ ਵਾਲੇ ਸ਼ਬਦ ਬੋਲਦੇ ਹੋ। It hurts him when you speak sickness. ਪਰਮੇਸ਼ਵਰ ਨੂੰ ਉਦੋਂ ਦੁੱਖ ਹੁੰਦਾ ਹੈ ਜਦੋਂ ਤੁਸੀਂ ਆਪਣੇ ਲਈ ਬਿਮਾਰੀ ਬੀਜਦੇ ਹੋ। It hurts when you sow negative words for you. ਇਹ ਪਰਮੇਸ਼ਵਰ ਨੂੰ ਉਦੋਂ ਦੁੱਖ ਦਿੰਦਾ ਹੈ ਜਦੋਂ ਤੁਸੀਂ ਆਪਣੇ ਲਈ ਨਕਾਰਾਤਮਕ ਜਿਹੜੀਆਂ ਚੀਜ਼ਾਂ ਹਨ ਉਹ ਬੀਜਦੇ ਹੋ। That's why he made this law. ਇਸ ਲਈ ਪਰਮੇਸ਼ਵਰ ਨੇ ਇਸ ਕਾਨੂੰਨ ਨੂੰ ਬਣਾਇਆ ਹੈ That you will only reap what you sow. ਕਿ ਤੁਸੀਂ ਉਹੋ ਹੀ ਵੱਢੋਗੇ ਜੋ ਤੁਸੀਂ ਬੀਜੋਗੇ। Because his word says, ਕਿਉਂਕਿ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ his word guides us like a lamp upon our feet. ਤੇ ਜਿਹੜਾ ਪਰਮੇਸ਼ਵਰ ਦਾ ਵਚਨ ਹੈ ਉਹ ਸਾਡੇ ਲਈ, ਸਾਡੇ ਪੈਰਾਂ ਦੇ ਲਈ ਇੱਕ ਦੀਪਕ ਦੇ ਵਾਂਗੂ And ਹੈ। this word of God, this lamp shows us how to walk in this world full of darkness. ਤੇ ਇਹ ਜਿਹੜਾ ਪਰਮੇਸ਼ਵਰ ਦਾ ਵਚਨ ਹੈ ਉਹ ਸਾਡੇ ਪੈਰਾਂ ਨੂੰ ਦੀਪਕ ਕਰਦਾ ਹੈ, ਉਹ ਚਾਨਣ ਕਰਦਾ ਹੈ ਤੇ ਸਾਨੂੰ ਦੱਸਦਾ ਹੈ ਕਿ ਇਸ ਸੰਸਾਰ ਦੇ ਵਿੱਚ ਅਸੀਂ ਕਿੱਦਾਂ ਚੱਲਣਾ ਹੈ। You must know this word from its depth. ਤੁਹਾਨੂੰ ਪਰਮੇਸ਼ਵਰ ਦੇ ਇਸ ਵਚਨ ਨੂੰ ਗਹਿਰਾਈ ਦੇ ਵਿੱਚ ਜਾਣਨ ਦੀ ਲੋੜ ਹੈ। That's why he has given us his precious word, because he wanted to save us. ਇਸੇ ਲਈ ਪਰਮੇਸ਼ਵਰ ਨੇ ਸਾਡੇ ਲਈ ਆਪਣਾ ਖਾਲਸ ਵਚਨ ਦਿੱਤਾ ਹੈ ਕਿਉਂਕਿ ਪਰਮੇਸ਼ਵਰ ਸਾਨੂੰ ਬਚਾਉਣਾ ਚਾਹੁੰਦੇ ਹਨ। If you sow disrespect, you're gonna reap disrespect. If you're gonna see bitching people, then you're gonna reap that. If you're gonna do backbiting, then you're gonna do that. Everything you does is gonna come back to you. ਜੇ ਅਸੀਂ ਕਿਸੇ ਦੇ ਲਈ ਬੁਰੀਆਂ ਚੀਜ਼ਾਂ ਬੀਜਦੇ ਹਾਂ ਤਾਂ ਉਹ ਸਾਡੇ ਲਈ ਵੀ ਬੁਰਾ ਹੀ ਨਿਕਲੇਗਾ। ਜੇ ਅਸੀਂ ਕਿਸੇ ਦੇ ਲਈ ਅਨਾਦਰ ਬੀਜਦੇ ਹਾਂ ਤੇ ਅਸੀਂ ਵੀ ਅਨਾਦਰ ਵੱਢਾਂਗੇ। ਜੇ ਅਸੀਂ ਕਿਸੇ ਦੇ ਲਈ ਚੁਗਲੀਆਂ ਬੀਜਦੇ ਹਾਂ ਤੇ ਸਾਡੇ ਲਈ ਵੀ ਚੁਗਲੀਆਂ ਹੀ ਉੱਗਣਗੀਆਂ। This is not me saying by myself. It is the word of God saying to you today. ਇਹ ਮੈਂ ਆਪਣੇ ਵੱਲੋਂ ਨਹੀਂ ਕਹਿ ਰਹੀ, ਇਹ ਪਰਮੇਸ਼ਵਰ ਦਾ ਵਚਨ ਅੱਜ ਤੁਹਾਨੂੰ ਕਹਿ ਰਿਹਾ ਹੈ। Be careful about that. If you want to be the part of his eternal life, then you have to follow his laws. ਜੇ ਤੁਸੀਂ ਪਰਮੇਸ਼ਵਰ ਦੇ ਸਦੀਪਕ ਰਾਜ ਦੇ ਭਾਗੀ ਹੋਣਾ ਚਾਹੁੰਦੇ ਹੋ ਤੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਪਰਮੇਸ਼ਵਰ ਦੇ ਆਤਮਿਕ ਕਾਨੂੰਨਾਂ ਦੀ ਪਾਲਣਾ ਕਰੋ। Spiritual realm give reactions to your action. ਜਿਹੜੇ ਆਤਮਿਕ ਦਾਇਰੇ ਹਨ ਉਹ ਜੋ ਵੀ ਤੁਸੀਂ ਕਰਦੇ ਹੋ ਉਹਨਾਂ ਦੇ ਅਨੁਸਾਰ ਪ੍ਰਤੀਕਰਮ ਕਰਦੇ ਹਨ। You know, there are some cults ਤੁਹਾਨੂੰ ਪਤਾ ਹੈ ਕਿ ਕੁਝ ਪੰਥ ਹਨ that have been made ਜਿਹੜੇ ਬਣਾਏ ਗਏ ਹਨ that twist the word of God, ਜਿਹੜੇ ਪਰਮੇਸ਼ਵਰ ਦੇ ਵਚਨ ਨੂੰ ਤੋੜਦੇ ਮਰੋੜਦੇ ਹਨ from the revelation of God, ਪਰਮੇਸ਼ਵਰ ਦੇ ਪ੍ਰਕਾਸ਼ਨ ਤੋਂ manifest upon them, ਤੇ ਉਹਨਾਂ ਦੇ ਉੱਤੇ ਉਹ ਦਾਵਾ ਬੋਲਦੇ ਹਨ, manipulate them, ਤੇ ਉਹਨਾਂ ਦੇ ਵਿੱਚ ਹੇਰਾਫੇਰੀ and ਕਰਦੇ use ਹਨ them for their own good use. ਤੇ ਉਹਨਾਂ ਨੂੰ ਉਹ ਆਪਣੇ ਚੰਗੇ ਦੇ ਲਈ ਇਸਤੇਮਾਲ ਕਰਦੇ ਹਨ। And this thing they are not hiding from people. ਤੇ ਇਹ ਚੀਜ਼ ਉਹ ਲੋਕਾਂ ਤੋਂ ਵੀ ਛੁਪਾ ਕੇ ਨਹੀਂ ਕਰ ਰਹੇ। Be alert. ਤੇ ਤੁਸੀਂ ਸੁਚੇਤ ਹੋਵੋ। This spiritual realm thing is so real. ਜਿਹੜਾ ਆਤਮਿਕ ਦਾਇਰਾ ਹੈ ਉਹ ਬਹੁਤ ਹੀ ਅਸਲੀ ਹੈ। This is not fake thing. ਇਹ ਇੱਕ ਜਿਹੜਾ ਨਕਲੀ ਚੀਜ਼ ਨਹੀਂ ਹੈ। Which is kind of witchcraft. ਇਹ ਇੱਕ ਜਾਦੂ ਹੈ। And recently we heard about the shoes that were made. They were limited pieces and they were made by some satanic words and witchcrafts, and you know what? They were sold under a minute. ਤੇ ਅਸੀਂ ਥੋੜੇ ਦਿਨ ਪਹਿਲਾਂ ਦੇਖਿਆ ਹੈ ਕਿ ਕੁਝ ਜਿਹੜੇ ਹਨ ਪੈਰਾਂ ਦੇ ਵਿੱਚ ਪਾਉਣ ਦੇ ਲਈ ਜੋੜਾ ਬਣਾਇਆ ਗਿਆ ਸੀ ਜੋ ਕਿ ਜਾਦੂ ਜਿਹਦੇ ਉੱਤੇ ਬੋਲਿਆ ਗਿਆ, ਮੰਤਰ ਬੋਲੇ ਗਏ ਹਨ ਤੇ ਉਹ ਬਹੁਤ ਹੀ ਥੋੜੇ ਪੀਸ ਜਿਹੜੇ ਸੀਗੇ, ਉਹ ਕੁਝ ਸੀਮਿਤ ਹੀ ਪੀਸ ਜਿਹੜੇ ਸਨ ਉਹ ਬਾਜ਼ਾਰ ਦੇ ਵਿੱਚ ਆਏ ਸਨ ਤੇ ਉਹ 1 ਮਿੰਟ ਦੇ ਅੰਦਰ ਹੀ ਸਾਰੇ ਵਿਕ ਗਏ। I am giving you these examples to clarify that
spiritual realms are real. ਮੈਂ ਤੁਹਾਨੂੰ ਇਹ ਉਦਾਹਰਣ ਸਿਰਫ ਇਸ ਚੀਜ਼ ਦੇ ਕਰਕੇ ਦੇ ਰਹੀ ਹਾਂ ਕਿ ਤੁਸੀਂ ਜਿਹੜੇ ਜਾਣ ਲਵੋ ਕਿ ਜਿਹੜੇ ਆਤਮਿਕ ਦਾਇਰੇ ਹਨ ਉਹ ਬਹੁਤ ਅਸਲੀ ਹਨ। This world is fake, ਜਿਹੜਾ ਇਹ ਸੰਸਾਰ ਹੈ ਉਹ ਨਕਲੀ ਹੈ, but the spiritual realm is so real. ਪਰ ਜਿਹੜੇ ਆਤਮਿਕ ਦਾਇਰੇ ਹਨ ਉਹ ਬਹੁਤ ਜ਼ਿਆਦਾ ਅਸਲੀ ਹਨ। And I'm telling you, be thirsty to go into that, because God has made you, you are meant to enter the spiritual realms. ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਉਹਨਾਂ ਆਤਮਿਕ ਦਾਇਰਿਆਂ ਦੇ ਵਿੱਚ ਜਾਣ ਦੇ ਲਈ ਭੁੱਖੇ ਤੇ ਪਿਆਸੇ ਹੋਵੋ, ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਉਹਨਾਂ ਚੀਜ਼ਾਂ ਦੇ ਲਈ ਹੀ ਬਣਾਇਆ ਹੈ। The Bible talks about David, ਪਰਮੇਸ਼ਵਰ ਦਾ ਵਚਨ ਦਾਊਦ ਦੇ ਬਾਰੇ ਗੱਲ ਕਰਦਾ ਹੈ that he was a man after God's heart. ਉਹ ਇੱਕ ਆਦਮੀ ਸੀ ਜਿਹੜਾ ਪਰਮੇਸ਼ਵਰ ਦੇ ਮਨ ਦੇ ਅਨੁਸਾਰ ਚੱਲਣ ਵਾਲਾ He ਸੀ। was pleasing him. ਉਹ ਪਰਮੇਸ਼ਵਰ ਨੂੰ ਖੁਸ਼ ਕਰਨ ਵਾਲਾ ਮਨੁੱਖ 1 ਸੀ। Corinthians 4:15. ਪਹਿਲਾ ਕੁਰਿੰਥੀਆ ਉਹਦਾ 4 ਨੰਬਰ ਅਧਿਆਇ ਤੇ ਉਹਦੀ 15 ਨੰਬਰ ਆਇਤ ਦੇ ਅਨੁਸਾਰ This is the second law I'm going to discuss to you. ਇਹ ਦੂਸਰਾ ਕਾਨੂੰਨ ਹੈ ਜਿਹੜਾ ਮੈਂ ਹੁਣ ਤੁਹਾਨੂੰ ਦੱਸਣ ਜਾ ਰਹੀ ਹਾਂ। For even if you had 10,000 others to teach you about Christ, you have only one spiritual father. For I became your father in Christ Jesus when I preached good news to you. ਭਾਵੇਂ ਹੀ ਮਸੀਹ ਵਿੱਚ 10,000 ਉਸਤਾਦ ਤੁਹਾਡੇ ਹੋਣ, ਪਰ ਪਿਓ ਬਹੁਤੇ ਨਹੀਂ। ਇਸ ਲਈ ਜੋ ਮਸੀਹ ਯਿਸੂ ਵਿੱਚ ਖੁਸ਼ਖਬਰੀ ਦੇ ਵਸੀਲੇ ਨਾਲ ਤੁਹਾਡਾ ਪਿਓ ਮੈਂ ਹੀ ਹੋਇਆ। This is the law of spiritual realm, ਇਹ ਪਰਮੇਸ਼ਵਰ ਦੇ ਆਤਮਿਕ ਦਾਇਰਿਆਂ ਦਾ ਜਿਹੜਾ ਕਾਨੂੰਨ ਹੈ that you should have only one mentor. ਕਿ ਤੁਹਾਡਾ ਸਿਰਫ ਇੱਕੋ ਹੀ ਆਗੂ ਹੋਣਾ ਚਾਹੀਦਾ ਹੈ। You are meant to be in a place you are sent. ਤੁਸੀਂ ਉਸੇ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਦੇ ਉੱਤੇ ਜਾਣ ਦੇ ਲਈ ਤੁਸੀਂ ਭੇਜੇ ਗਏ ਹੋ, ਤੁਸੀਂ ਉਸੇ ਜਗ੍ਹਾ ਦੇ ਲਈ ਬਣੇ ਹੋ। You know, when a plant is sowed, when a seed is sowed, ਜਦੋਂ ਇੱਕ ਪੌਦਾ, ਜਦੋਂ ਇੱਕ ਬੀਜ ਨੂੰ ਬੀਜਿਆ ਜਾਂਦਾ ਹੈ, it has to grip its root in the soil where it has been planted. ਤੇ ਉਹਨੂੰ ਆਪਣੀ ਉਸ ਮਿੱਟੀ ਦੇ ਵਿੱਚ ਜੜ ਫੜਨ ਦੀ ਲੋੜ ਹੁੰਦੀ ਹੈ। And this plant has to stay on the same place to get the nutrients from the soil. ਤੇ ਜਿਹੜਾ ਉਹ ਪੌਦਾ ਉਸ ਜਗ੍ਹਾ ਦੇ ਉੱਤੇ ਬੀਜਿਆ ਹੁੰਦਾ ਹੈ ਤੇ ਉਸ ਨੂੰ ਲੋੜ ਹੁੰਦੀ ਹੈ ਕਿ ਉਹ ਉੱਥੇ ਹੀ ਬੀਜਿਆ ਰਿਹਾ ਜਾਵੇ, ਉਹ ਉੱਥੋਂ ਪੱਟਿਆ ਨਾ ਜਾਵੇ, ਕਿਉਂਕਿ ਉਸ ਜਗ੍ਹਾ ਤੋਂ ਉਸ ਨੂੰ ਜਿਹੜੇ ਖਾਣ ਦੇ ਜਿਹੜੇ ਉਸ ਨੂੰ ਜ਼ਰੂਰੀ ਪਦਾਰਥ ਚਾਹੀਦੇ ਹਨ ਉਹ ਉਸ ਮਿੱਟੀ ਦੇ ਵਿੱਚੋਂ ਹੀ ਮਿਲਣਗੇ। You cannot move this small plant from place to place, from place to place. It cannot grow well. ਉਹ ਜਿਹੜਾ ਪੌਦਾ ਹੈ ਉਹ ਜਗ੍ਹਾ ਤੋਂ ਜਗ੍ਹਾ ਤੱਕ ਨਹੀਂ ਜਾ ਸਕਦਾ। ਉਹ ਉਸ ਜਗ੍ਹਾ ਦੇ ਉੱਤੋਂ ਜੇ ਪੱਟਿਆ ਗਿਆ ਤਾਂ ਉਸ ਦਾ ਜਿਹੜਾ ਵਾਧਾ ਹੈ ਉਹ ਨਹੀਂ ਹੋਵੇਗਾ। This plant might die ਹੋ ਸਕਦਾ ਹੈ ਕਿ ਉਹ ਜਿਹੜਾ ਪੌਦਾ ਹੈ ਉਹ ਮਰ ਜਾਏ, because it won't be getting the nutrients from the soil required for it. ਕਿਉਂਕਿ ਜਿਹੜੇ ਉਹਦੇ ਲਈ ਜਿਹੜੇ ਪਦਾਰਥ ਸਨ, ਜਿਹੜੇ ਉਹਨੂੰ ਚਾਹੀਦੇ ਸਨ, ਉਹ ਉਸ ਨੂੰ ਉਸ ਮਿੱਟੀ ਦੇ ਵਿੱਚੋਂ ਨਹੀਂ ਮਿਲ ਰਹੇ। And according to the will of God, ਤੇ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ we are plants, ਅਸੀਂ ਪੌਦੇ ਹਾਂ and we are being planted in the church of Kojiwala. ਤੇ ਅਸੀਂ ਖੋਜੇਵਾਲ ਦੇ ਚਰਚ ਦੇ ਵਿੱਚ ਜਿਹੜੇ ਹਾਂ ਉਹ ਲਗਾਏ ਗਏ ਹਾਂ। This is not a fun thing to go and explore churches. ਇਹ ਚੀਜ਼ ਨਹੀਂ ਹੈ ਕਿ ਤੁਸੀਂ ਇੱਕ ਆਨੰਦ ਵਾਲੀ ਗੱਲ ਨਹੀਂ ਹੈ ਕਿ ਤੁਸੀਂ ਜਾ ਕੇ ਹੋਰ ਜਿਹੜੇ ਕਲੀਸਿਆਵਾਂ ਹਨ ਉਹਨਾਂ ਦੇ ਵਿੱਚ ਜਾ ਕੇ ਤੁਸੀਂ ਤਜਰਬੇ ਕਰ ਰਹੇ ਹੋ। The word of God says be serious about that. It is not a fun thing to do. ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਇਸ ਚੀਜ਼ ਦੇ ਬਾਰੇ ਤੁਸੀਂ ਸੁਚੇਤ ਹੋਵੋ, ਇਹ ਕੋਈ ਆਨੰਦ ਵਾਲੀ ਗੱਲ ਨਹੀਂ ਹੈ। It is not, you people think it's like an amusement park. You get bored and you change it. You get bored, you get change it. You cannot do that. ਤੇ ਤੁਸੀਂ ਪਰਮੇਸ਼ਵਰ ਦੇ ਭਵਨ ਦੇ ਨਾਲ ਇਦਾਂ ਨਹੀਂ ਕਰ ਸਕਦੇ ਕਿ ਤੁਸੀਂ ਇਸ ਜਗ੍ਹਾ ਦੇ ਉੱਤੇ ਜੇ ਤੁਸੀਂ ਬੋਰ ਹੋ ਗਏ ਹੋ ਤਾਂ ਤੁਸੀਂ ਕਿਸੇ ਹੋਰ ਕਲੀਸਿਆ ਦੇ ਵਿੱਚ ਚਲੇ ਗਏ ਹੋ ਖੇਡਣ ਦੇ ਵਾਸਤੇ। It is not like that. If you are planted here, you are supposed to be here. You are meant to be here. ਤੇ ਇਹ ਜੇ ਤੁਸੀਂ ਇਸ ਕਲੀਸਿਆ ਦੇ ਵਿੱਚ ਪਰਮੇਸ਼ਵਰ ਨੇ ਤੁਹਾਨੂੰ ਲਗਾਇਆ ਹੈ ਤੇ ਪਰਮੇਸ਼ਵਰ ਚਾਹੁੰਦੇ ਹਨ ਕਿ ਤੁਸੀਂ ਇਸ ਕਲੀਸਿਆ ਦੇ ਵਿੱਚ ਹੀ ਰਹੋ। You have to grow here. ਤੁਹਾਨੂੰ ਇੱਥੇ ਹੀ You have to be faithful with your church. ਤੁਹਾਨੂੰ ਆਪਣੇ ਚਰਚ ਦੇ ਨਾਲ ਵਫਾਦਾਰ ਰਹਿਣਾ You ਪਵੇਗਾ। have to be faithful with the man of God appointed upon you. ਤੁਹਾਨੂੰ ਪਰਮੇਸ਼ਵਰ ਦੇ ਉਸ ਦਾਸ ਦੇ ਨਾਲ ਵਫਾਦਾਰ ਰਹਿਣਾ ਪਵੇਗਾ ਜੋ ਪਰਮੇਸ਼ਵਰ ਨੇ ਤੁਹਾਡੇ ਉੱਤੇ ਨਿਯੁਕਤ ਕੀਤਾ ਹੈ। Because you cannot fool people, but you can fool people, but you cannot fool the God.
ਕਿਉਂਕਿ ਤੁਸੀਂ ਇਨਸਾਨਾਂ ਨੂੰ ਤਾਂ ਮੂਰਖ ਬਣਾ ਸਕਦੇ ਹੋ ਪਰ ਪਰਮੇਸ਼ਵਰ ਨੂੰ ਤੁਸੀਂ ਧੋਖਾ ਨਹੀਂ ਦੇ ਸਕਦੇ He knows. ਪਰਮੇਸ਼ਵਰ ਜਾਣਦੇ He ਹਨ knows you from depth of your heart. ਪਰਮੇਸ਼ਵਰ ਤੁਹਾਡੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਜਾਣਦੇ So ਹਨ don't try to fool him, ਤੇ ਕੋਸ਼ਿਸ਼ ਨਾ ਕਰੋ ਪਰਮੇਸ਼ਵਰ ਨੂੰ ਧੋਖਾ ਦੇਣ but ਦੀ follow his law. ਪਰ ਪਰਮੇਸ਼ਵਰ ਦੇ ਜਿਹੜੇ ਕਾਨੂੰਨ ਹਨ ਉਹਨਾਂ ਦੀ ਪਾਲਣਾ It is ਕਰੋ not me saying by my own imaginations and thoughts. It is the word of God talking to you today that you are planted here, you are supposed to be here, you are meant to be here. ਇਹ ਮੈਂ ਆਪਣੀਆਂ ਕਲਪਨਾ ਦੇ ਅਨੁਸਾਰ ਜਾਂ ਆਪਣੀਆਂ ਸੋਚਾਂ ਦੇ ਅਨੁਸਾਰ ਜਾਂ ਆਪਣੇ ਵੱਲੋਂ ਨਹੀਂ ਕਹਿ ਰਹੀ ਪਰ ਇਹ ਪਰਮੇਸ਼ਵਰ ਦਾ ਵਚਨ ਅੱਜ ਸਾਨੂੰ ਕਹਿ ਰਿਹਾ ਹੈ ਕਿ ਜਿਸ ਜਗ੍ਹਾ ਦੇ ਉੱਤੇ ਅੱਜ ਤੁਸੀਂ ਲਗਾਏ ਗਏ ਹੋ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉੱਥੇ ਹੀ ਬਣੇ ਰਹੋ ਉੱਥੇ ਹੀ ਤੁਸੀਂ ਆਪਣੀ ਜੜ ਨੂੰ ਫੜੋ ਤੇ ਉੱਥੇ ਹੀ ਤੁਸੀਂ ਵਧੋ It is so clarifying. ਇਹ ਬਹੁਤ ਹੀ ਸਪਸ਼ਟ ਰੂਪ ਦੇ ਵਿੱਚ ਦੱਸਿਆ ਗਿਆ ਹੈ You cannot argue in this word of God, and this law has to be taken so seriously if you want to enter the spiritual realms. ਤੁਸੀਂ ਇਸ ਵਚਨ ਦੇ ਵਿੱਚ ਪਰਮੇਸ਼ਵਰ ਦੇ ਨਾਲ ਝਗੜਾ ਨਹੀਂ ਕਰ ਸਕਦੇ ਕਿ ਤੁਸੀਂ ਆਤਮਿਕ ਦਾਇਰਿਆਂ ਦੇ ਵਿੱਚ ਜੇ ਤੁਸੀਂ ਵਧਣਾ ਚਾਹੁੰਦੇ ਹੋ You only can have one if you want to grow into your life. ਤੁਹਾਡਾ ਸਿਰਫ ਇੱਕ ਹੀ ਆਗੂ ਹੋਣਾ ਚਾਹੀਦਾ ਹੈ ਜੇ ਤੁਸੀਂ ਪਰਮੇਸ਼ਵਰ ਦੇ ਵਿੱਚ ਵਧਣਾ ਚਾਹੁੰਦੇ ਹੋ To grow in a better way, like Elijah and Elijah being planted, and the anointing came upon his life. ਤੇ ਜਿੱਦਾਂ ਏਲੀਆ ਤੋਂ ਅਲੀਸ਼ਾ ਜਿਹੜਾ ਹੈ ਉਹ ਇੱਕ ਪੌਦੇ ਦੇ ਵਾਂਗੂ ਲਗਾਇਆ ਗਿਆ ਸੀਗਾ ਤੇ ਉਦਾਂ ਹੀ ਜੇ ਤੁਸੀਂ ਬਣੇ ਰਹੋ ਜਿੱਦਾਂ ਏਲੀਆ ਦੀ ਅਲੀਸ਼ਾ ਦੇ ਉੱਤੇ ਮਸਾ ਸੀ ਉਹਨੂੰ ਉਹਦੇ ਉੱਤੇ ਵਹਾਇਆ ਗਿਆ ਸੀ ਉਸੇ ਤਰ੍ਹਾਂ ਤੁਹਾਡੇ ਤੇ ਵੀ ਵਹਾਇਆ ਜਾਏਗਾ You cannot do like, I'm going to go to this pastor and get his anointing. I'm going to go to this pastor and get impartation from him. You cannot do that. This is not a thing to do fun. ਤੁਸੀਂ ਇਦਾਂ ਕਰਦੇ ਹੋ ਕਿ ਮੈਂ ਹੁਣ ਇਸ ਵਾਲੇ ਪਾਦਰੀ ਕੋਲ ਜਾਵਾਂਗਾ ਤੇ ਮੈਂ ਇਹਦਾ ਮਸਾ ਲਵਾਂਗਾ ਮੈਂ ਹੁਣ ਦੂਸਰੇ ਪਾਦਰੀ ਕੋਲ ਜਾਵਾਂਗਾ ਤੇ ਮੈਂ ਹੁਣ ਇਸ ਤੋਂ ਮਸਾ ਲੈ ਲਵਾਂਗਾ ਤੁਸੀਂ ਇਦਾਂ ਨਹੀਂ ਕਰ ਸਕਦੇ If you want to be anointed, if you want to live a life full of abundance, if you want an eternal life, if you want to be part of his inheritance, you have to follow this law. ਜੇ ਤੁਸੀਂ ਭਰਪੂਰੀ ਵਾਲਾ ਜੀਵਨ ਚਾਹੁੰਦੇ ਹੋ ਤੇ ਜੇ ਤੁਸੀਂ ਪਰਮੇਸ਼ਵਰ ਦੇ ਵਿੱਚ ਵਧਣਾ ਚਾਹੁੰਦੇ ਹੋ ਜੇ ਤੁਸੀਂ ਪਰਮੇਸ਼ਵਰ ਦੇ ਆਤਮਿਕ ਦਾਇਰਿਆਂ ਦੇ ਵਿੱਚ ਵਧਣਾ ਚਾਹੁੰਦੇ ਹੋ ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਪਰਮੇਸ਼ਵਰ ਦੇ ਜਿਹੜੇ ਆਤਮਿਕ ਕਾਨੂੰਨ ਹਨ ਉਹਨਾਂ ਦੀ ਪਾਲਣਾ ਕਰਦੇ ਰਹੋ This word of God that the Spirit is giving us today is so eye-opening, so be serious about that. ਜਿਹੜਾ ਪਰਮੇਸ਼ਵਰ ਦਾ ਅੱਜ ਦਾ ਵਚਨ ਹੈ ਜੋ ਪਰਮੇਸ਼ਵਰ ਦਾ ਆਤਮਾ ਅੱਜ ਸਾਨੂੰ ਦੇ ਰਿਹਾ ਹੈ ਇਹ ਬਹੁਤ ਹੀ ਅੱਖਾਂ ਨੂੰ ਖੋਲਣ ਵਾਲਾ ਹੈ ਇਸ ਵਚਨ ਦੇ ਲਈ ਸੁਚੇਤ ਹੋਵੋ ਤੇ ਇਸ ਤੇ ਧਿਆਨ ਦਿਵੋ He is giving you this word because he loves you. He wants you to be saved. ਪਰਮੇਸ਼ਵਰ ਤੁਹਾਨੂੰ ਅੱਜ ਇਹ ਵਚਨ ਦੇ ਰਹੇ ਹਨ ਕਿਉਂਕਿ ਪਰਮੇਸ਼ਵਰ ਤੁਹਾਨੂੰ ਪ੍ਰੇਮ ਕਰਦੇ ਹਨ ਤੇ ਤੁਹਾਨੂੰ ਬਚਾਉਣਾ ਚਾਹੁੰਦੇ ਹਨ He is giving us these deep depth revelations because he wants you to open up your eyes today. ਪਰਮੇਸ਼ਵਰ ਅੱਜ ਤੁਹਾਨੂੰ ਇੰਨੇ ਗਹਿਰੇ ਪ੍ਰਕਾਸ਼ਨ ਇਸ ਲਈ ਦੇ ਰਹੇ ਹਨ ਕਿ ਅੱਜ ਤੁਸੀਂ ਆਪਣੀਆਂ ਅੱਖਾਂ ਨੂੰ ਖੋਲੋ He wants us to remove the blind fold from our eyes today. ਪਰਮੇਸ਼ਵਰ ਅੱਜ ਤੁਹਾਡੀਆਂ ਅੱਖਾਂ ਦੇ ਉੱਤੋਂ ਪੱਟੀ ਨੂੰ ਖੋਲਣਾ ਚਾਹੁੰਦੇ ਹਨ And question yourself today ਤੇ ਅੱਜ ਆਪਣੇ ਆਪ ਨੂੰ ਪ੍ਰਸ਼ਨ ਕਰੋ that how many laws I have broken. ਕਿ ਮੈਂ ਕਿੰਨੇ ਜਿਹੜੇ ਕਾਨੂੰਨ ਹਨ ਪਰਮੇਸ਼ਵਰ ਦੇ ਉਹ ਤੋੜੇ ਹਨ Ask yourself today ਆਪਣੇ ਆਪ ਨੂੰ ਅੱਜ ਇਹ ਪੁੱਛੋ and repent for that. ਤੇ ਉਸ ਚੀਜ਼ ਦੇ ਲਈ ਤੌਬਾ ਕਰੋ And repent for that Lord, I broken your laws of your spiritual realm and I'm so sorry about that. I apologize. ਤੇ ਉਹਨਾਂ ਚੀਜ਼ਾਂ ਦੇ ਲਈ ਤੁਸੀਂ ਤੌਬਾ ਕਰੋ ਤੇ ਪਰਮੇਸ਼ਵਰ ਨੂੰ ਕਹੋ ਕਿ ਪ੍ਰਭੂ ਮੈਂ ਤੁਹਾਡੇ ਆਤਮਿਕ ਕਾਨੂੰਨਾਂ ਨੂੰ ਤੋੜਿਆ ਹੈ ਮੈਂ ਉਹਦੇ ਲਈ ਬਹੁਤ ਸ਼ਰਮਿੰਦਾ ਹਾਂ ਤੇ ਮੈਨੂੰ ਮਾਫ ਕਰੋ You have broken these laws because your eyes were not open till then. ਤੁਸੀਂ ਪਰਮੇਸ਼ਵਰ ਦੇ ਆਤਮਿਕ ਦਾਇਰਿਆਂ ਦੇ ਕਾਨੂੰਨਾਂ ਨੂੰ ਇਸ ਲਈ ਤੋੜਿਆ ਕਿਉਂਕਿ ਤੁਹਾਡੀਆਂ ਜਿਹੜੀਆਂ ਆਤਮਿਕ ਅੱਖਾਂ ਸਨ ਉਹ ਨਹੀਂ ਖੁੱਲੀਆਂ Because ਸਨ the word of God says my people perish because lack of revelation. ਜਿੱਦਾਂ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਮੇਰੇ ਲੋਕ ਨਾਸ਼ ਹੋ ਰਹੇ ਹਨ ਕਿਉਂਕਿ ਉਹਨਾਂ ਦੇ ਕੋਲ ਪ੍ਰਕਾਸ਼ਨ ਦੀ ਕਮੀ ਹੈ But today he sent his revelation upon us. ਪਰ ਅੱਜ ਪਰਮੇਸ਼ਵਰ ਆਪਣਾ ਪ੍ਰਕਾਸ਼ਨ ਸਾਡੇ ਉੱਪਰ ਭੇਜ ਰਹੇ ਹਨ He opened the door for us today. ਉਹ ਸਾਡੇ ਲਈ ਅੱਜ ਦਰਵਾਜ਼ਾ ਖੋਲ ਰਹੇ ਹਨ Then don't ignore it. ਤੇ ਉਸ ਦਰਵਾਜ਼ੇ ਨੂੰ ਨਜ਼ਰਅੰਦਾਜ਼ ਨਾ ਕਰੋ Be serious about that. ਪਰਮੇਸ਼ਵਰ ਇਸ ਚੀਜ਼ ਦੇ ਲਈ ਗੰਭੀਰ ਹਨ Because he is serious about too. ਕਿਉਂਕਿ ਪਰਮੇਸ਼ਵਰ ਤੁਹਾਡੇ ਲਈ ਵੀ ਗੰਭੀਰ ਹਨ 2 Kings chapter 4 from 1 to 7. ਤੇ ਦੂਸਰਾ ਰਾਜਾ ਉਹਦਾ 4 ਨੰਬਰ ਅਧਿਆਇ ਤੇ 17 ਨੰਬਰ 1 ਤੋਂ ਲੈ ਕੇ 7 ਨੰਬਰ ਆਇਤ ਤੱਕ
Now the wife of one of the essence of the prophets cried to Elisha, your servant my husband is dead, and you know that your servant feared the Lord. But the creditor has come to take my 2 children to be his slaves. And Elijah said to her, what shall I do for you? Tell me, what have you in the house? And she said, your servant has nothing in the house except a jar of oil. And then he said, go outside, borrow vessels from all your neighbors, empty vessels and not too few. Then go in and shut the door behind yourself and your sons and pour into all these vessels. And when one of is full, set it aside. So she went from him and shut the door behind herself and her sons. And she poured. They brought the vessels to her. When the vessels were full, she said to her son, bring me another vessel. And he said to her, there is not another. Then the oil stopped flowing. She came and told the man of God, and he said, go, sell the oil and pay your debt, and you and your sons can live on the rest. दूसरा राजा 4 नंबर अध्याय 1 ਤੋਂ ਲੈ ਕੇ 7 ਨੰਬਰ ਆਇਤ ਤੱਕ। ਨਬੀਆਂ ਦੇ ਪੁੱਤਰਾਂ ਦੀਆਂ ਤੀਵੀਆਂ ਵਿੱਚੋਂ ਇੱਕ ਜਣੀ ਨੇ ਅਲੀਸ਼ਾ ਅੱਗੇ ਦੁਹਾਈ ਦਿੱਤੀ, ਭਈ ਤੇਰਾ ਦਾਸ ਮੇਰਾ ਪਤੀ ਮਰ ਗਿਆ ਹੈ ਅਤੇ ਤੂੰ ਜਾਣਦਾ ਹੈ ਭਈ ਤੇਰਾ ਦਾਸ ਯਹੋਵਾ ਦਾ ਭੈ ਮੰਨਦਾ ਸੀ। ਹੁਣ ਲੈਣਦਾਰ ਮੇਰੇ 2 ਪੁੱਤਰਾਂ ਨੂੰ ਆਪਣੇ ਬਰਦੇ ਬਣਾਉਣ ਲਈ ਲੈਣ ਆਇਆ ਹੈ। ਤਾਂ ਅਲੀਸ਼ਾ ਨੇ ਉਸ ਨੂੰ ਆਖਿਆ, ਮੈਂ ਤੇਰੇ ਲਈ ਕੀ ਕਰਾਂ? ਮੈਨੂੰ ਦੱਸ ਤੇਰੇ ਕੋਲ ਘਰ ਵਿੱਚ ਕੀ ਹੈ? ਉਹ ਬੋਲੀ, ਤੇਰੀ ਟਹਿਲਣ ਦੇ ਘਰ ਵਿੱਚ ਇੱਕ ਕੁੱਪੀ ਤੇਲ ਤੋਂ ਬਿਨਾ ਕੁਝ ਵੀ ਨਹੀਂ। ਤਾਂ ਉਹ ਬੋਲਿਆ, ਤੂੰ ਜਾ ਤੇ ਆਪਣੇ ਸਾਰੇ ਗੁਆਂਢੀਆਂ ਤੋਂ ਖਾਲੀ ਭਾਂਡੇ ਮੰਗ ਲੈ, ਉਹ ਥੋੜ੍ਹੇ ਜਿਹੇ ਨਾ ਹੋਣ, ਅਤੇ ਜਦ ਤੂੰ ਅੰਦਰ ਆ ਜਾਵੇਂ ਤਾਂ ਆਪਣੇ ਤੇ ਆਪਣੇ ਪੁੱਤਰਾਂ ਲਈ ਬੂਹਾ ਭੇੜ ਲਵੀਂ ਅਤੇ ਉਹਨਾਂ ਸਾਰਿਆਂ ਭਾਂਡਿਆਂ ਨੂੰ ਉਲੱਦਦੀ ਜਾਵੀਂ, ਜਿਹੜਾ ਭਰ ਜਾਏ ਉਹਨੂੰ ਅੱਡ ਰੱਖ ਦੇਈਂ। ਸੋ ਉਹ ਉਹਦੇ ਅੱਗਿਓਂ ਚਲੀ ਗਈ ਤੇ ਆਪਣੇ ਅਤੇ ਆਪਣੇ ਪੁੱਤਰਾਂ ਲਈ ਬੂਹਾ ਭੇੜ ਲਿਆ। ਉਹ ਉਸਦੇ ਕੋਲ ਲਿਆਉਂਦੇ ਗਏ ਤੇ ਉਹ ਉਲੱਦਦੀ ਗਈ। ਫਿਰ ਇਉਂ ਹੋਇਆ, ਜਦ ਉਹ ਭਾਂਡੇ ਭਰ ਗਏ ਤਾਂ ਉਸਨੇ ਆਪਣੇ ਪੁੱਤਰ ਨੂੰ ਆਖਿਆ, ਮੇਰੇ ਕੋਲ ਇੱਕ ਹੋਰ ਭਾਂਡਾ ਲਿਆ। ਉਹਨੇ ਉਸ ਨੂੰ ਆਖਿਆ, ਹੋਰ ਤਾਂ ਕੋਈ ਭਾਂਡਾ ਨਹੀਂ ਹੈ। ਤਾਂ ਤੇਲ ਬੰਦ ਹੋ ਗਿਆ। ਤਦ ਉਹ ਪਰਮੇਸ਼ਵਰ ਦੇ ਜਨ ਕੋਲ ਆਈ ਤੇ ਉਹਨੂੰ ਦੱਸਿਆ ਅਤੇ ਉਹ ਬੋਲਿਆ, ਜਾ ਕੇ ਤੇਲ ਵੇਚ ਤੇ ਆਪਣਾ ਕਰਜ਼ ਭਰ ਦੇ, ਅਤੇ ਜੋ ਬਚੇ ਉਹਦੇ ਨਾਲ ਤੂੰ ਤੇਰੇ ਪੁੱਤਰ ਗੁਜ਼ਰ ਕਰਿਓ। In this scenario, ਤੇ ਇਹ ਜਿਹੜਾ ਦ੍ਰਿਸ਼ਟਾਂਤ ਹੈ, her husband took debt from ਜਿਹੜਾ ਇਸ ਔਰਤ ਦਾ ਪਤੀ ਹੈ ਉਹ ਮਰ ਚੁੱਕਿਆ ਹੈ। And he took debt from someone, and this debt it came into on her wife. ਤੇ ਉਹਦੇ ਆਦਮੀ ਨੇ ਉਹਦੇ ਪਤੀ ਨੇ ਕਿਸੇ ਤੋਂ ਜਿਹੜਾ ਹੈ ਉਹ ਉਧਾਰ ਲਿਆ ਹੋਇਆ ਸੀ, ਤੇ ਉਸ ਆਦਮੀ ਦੇ ਮਰਨ ਤੋਂ ਬਾਅਦ ਜਿਹੜਾ ਸਾਰਾ ਕਰਜ਼ਾ ਸੀ ਉਹ ਉਸਦੀ ਪਤਨੀ ਦੇ ਉੱਤੇ ਆ ਗਿਆ ਸੀ। And now she is requesting, Elijah, what should I do? I don't have anything to pay my debt. ਤੇ ਹੁਣ ਇਹ ਜਿਹੜੀ ਔਰਤ ਹੈ ਉਹ ਅਲੀਸ਼ਾ ਦੇ ਅੱਗੇ ਬੇਨਤੀ ਕਰਦੀ ਹੈ ਕਿ ਮੇਰੇ ਕੋਲ ਕਰਜ਼ਾ ਦੇਣ ਦੇ ਲਈ ਕੁਝ ਵੀ ਨਹੀਂ ਹੈ। Elisha could have said, I'm going to pray, and this person you have to pay debt is going to forget that you're going to pay money to him. ਅਲੀਸ਼ਾ ਕਹਿ ਸਕਦਾ ਸੀ ਉਸ ਔਰਤ ਨੂੰ ਕਿ ਮੈਂ ਤੇਰੇ ਲਈ ਪ੍ਰਾਰਥਨਾ ਕਰ ਦਿੰਦਾ ਹਾਂ ਕਿ ਜੋ ਵੀ ਤੂੰ ਉਸ ਆਦਮੀ ਤੋਂ ਕਰਜ਼ਾ ਲਿਆ ਹੈ ਕਿ ਉਹ ਆਦਮੀ ਉਸ ਕਰਜ਼ੇ ਨੂੰ ਭੁੱਲ ਜਾਏ। This is not how things works. ਇਹ ਇਦਾਂ ਨਹੀਂ ਹੈ ਜਿੱਦਾਂ ਅਸੀਂ ਸੋਚਦੇ ਹਾਂ ਕਿ ਕੰਮ ਹੁੰਦੇ ਹਨ। This is how we think God works. ਅਸੀਂ ਇਦਾਂ ਸੋਚਦੇ ਹਾਂ ਕਿ ਪਰਮੇਸ਼ਵਰ ਇਦਾਂ ਕੰਮ ਕਰਦੇ ਹਨ। But you know, God has His own ways. ਪਰ ਤੁਹਾਨੂੰ ਪਤਾ ਹੈ ਕਿ ਪਰਮੇਸ਼ਵਰ ਦੇ ਆਪਣੇ ਤਰੀਕੇ ਹਨ। He have plannings above our imaginations. ਪਰਮੇਸ਼ਵਰ ਦੀਆਂ ਜਿਹੜੀਆਂ ਯੋਜਨਾਵਾਂ ਹਨ ਉਹ ਸਾਡੀਆਂ ਕਲਪਨਾਵਾਂ ਤੋਂ ਵੀ ਬਾਹਰ ਦੀਆਂ ਹਨ। We cannot even imagine how He gonna bring us out of this very situation. ਅਸੀਂ ਤਾਂ ਇਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਪਰਮੇਸ਼ਵਰ ਸਾਨੂੰ ਇਸ ਸਥਿਤੀ ਦੇ ਵਿੱਚੋਂ ਕਿੱਦਾਂ ਬਾਹਰ ਕੱਢਣਗੇ। And in this scenario, ਤੇ ਇਸ ਕਹਾਣੀ ਦੇ ਵਿੱਚ doors for provision were opened. ਤੇ ਜਿਹੜੇ ਸੀਗੇ ਪ੍ਰਬੰਧ ਸੀ ਪਰਮੇਸ਼ਵਰ ਦੇ ਵੱਲੋਂ ਉਹ ਖੋਲੇ ਗਏ। God made provision for them. ਪਰਮੇਸ਼ਵਰ ਨੇ ਉਸ ਤੀਵੀਂ ਦੇ ਲਈ ਤੇ ਉਹਦੇ ਬੱਚਿਆਂ ਦੇ ਲਈ ਪ੍ਰਬੰਧ ਕੀਤੇ। That's how God is gonna provide you. ਇਦਾਂ ਹੀ ਪਰਮੇਸ਼ਵਰ ਅੱਜ ਤੁਹਾਡੇ ਲਈ ਵੀ ਮੁਹੱਈਆ ਕਰਨ ਜਾ ਰਹੇ He's gonna ਹਨ। make provisions for you. ਪਰਮੇਸ਼ਵਰ ਤੁਹਾਡੇ ਲਈ ਵੀ ਪ੍ਰਬੰਧ ਕਰਨਗੇ। And every financial issue is gonna get
destroyed in the mighty name of Jesus Christ. ਤੇ ਹਰ ਇੱਕ ਜਿਹੜੀ ਆਰਥਿਕ ਸਮੱਸਿਆ ਹੈ ਉਹਦਾ ਅੱਜ ਤੁਹਾਡੇ ਜੀਵਨ ਦੇ ਵਿੱਚੋਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਨਾਸ਼ ਹੋ Every ਜਾਵੇਗਾ debt is gonna get paid in Jesus' name. ਤੇ ਜੇ ਤੁਸੀਂ ਕਰਜ਼ਾ ਦੇਣਾ ਹੈ ਤੇ ਉਹ ਭਰ ਦਿੱਤਾ ਗਿਆ ਹੈ Hallelujah. ਹਾਲੇਲੂਇਆ But for that you have to be into His law. ਪਰ ਉਸ ਚੀਜ਼ ਦੇ ਲਈ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਪਰਮੇਸ਼ਵਰ ਦੇ ਕਾਨੂੰਨ ਦੇ ਹੇਠਾਂ ਹੋਵੋ Make sure you are following His law. ਇਹ ਜ਼ਰੂਰ ਤੁਸੀਂ ਯਾਦ ਰੱਖੋ ਕਿ ਤੁਸੀਂ ਪਰਮੇਸ਼ਵਰ ਦੇ ਵਚਨ ਦੀ ਪਾਲਣਾ ਕਰ ਰਹੇ ਹੋ This is the law. ਇਹ ਪਰਮੇਸ਼ਵਰ ਦਾ ਕਾਨੂੰਨ ਹੈ You know, this is the third law I'm talking about. ਤੁਹਾਨੂੰ ਪਤਾ ਹੈ ਕਿ ਮੈਂ ਤੀਸਰੇ ਕਾਨੂੰਨ ਦੇ ਬਾਰੇ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਹਾਂ Sowing is one of the key to unlock deliverances. ਜਿਹੜਾ ਬੀਜਣਾ ਹੈ ਉਹ ਇੱਕ ਕੁੰਜੀ ਹੈ ਤੁਹਾਡੀ ਆਜ਼ਾਦੀ ਨੂੰ ਖੋਲਣ ਦਾ Just like Jesus did when He healed the person from leprosy, He said, "Go, give an offering to the priest." ਇਹ ਉਹਦਾ ਹੈ ਜਿੱਦਾਂ ਯਿਸੂ ਨੇ ਉਸ ਕੋੜ ਵਾਲੇ ਆਦਮੀ ਨੂੰ ਕਿਹਾ ਕਿ ਤੂੰ ਉੱਥੇ ਜਾਚਕ ਦੇ ਕੋਲ ਜਾ ਕੇ ਭੇਟ ਚੜਾ ਤੇ ਬੀਜ There was a big reason behind that, why He said that. ਇਹਦੇ ਪਿੱਛੇ ਇੱਕ ਵੱਡਾ ਕਾਰਨ ਸੀ ਯਿਸੂ ਨੇ ਉਸ ਕੋੜੀ ਇਨਸਾਨ ਨੂੰ ਇਹ ਕਿਉਂ ਕਿਹਾ ਸੀ He was unlocking this person's deliverance through that. ਕਿਉਂਕਿ ਪਰਮੇਸ਼ਵਰ ਉਸ ਨੂੰ ਇਹ ਸ਼ਬਦ ਬੋਲ ਕੇ ਉਹਦੀ ਚੰਗਾਈ ਨੂੰ ਖੋਲ ਰਹੇ ਸਨ It might not make sense for us today, ਹੋ ਸਕਦਾ ਹੈ ਕਿ ਅੱਜ ਇਸ ਚੀਜ਼ ਦਾ ਸਾਡੇ ਲਈ ਕੋਈ ਅਰਥ ਨਾ ਨਿਕਲਦਾ but it's ਹੋਵੇ gonna make sense later on. ਪਰ ਥੋੜੇ ਸਮੇਂ ਬਾਅਦ ਸਾਨੂੰ ਇਹ ਗੱਲ ਸਮਝ ਆਵੇਗੀ ਤੇ ਇਸ ਗੱਲ ਦਾ ਸਾਡੇ ਲਈ ਅਰਥ ਨਿਕਲੇਗਾ You're gonna thank God this person came into my life and stopped me from taking this dangerous step into my life. ਤੇ ਤੁਸੀਂ ਪਰਮੇਸ਼ਵਰ ਨੂੰ ਕਹੋਗੇ ਪ੍ਰਭੂ ਤੇਰਾ ਧੰਨਵਾਦ ਕਿ ਤੁਸੀਂ ਇਸ ਮਨੁੱਖ ਨੂੰ ਮੇਰੇ ਜੀਵਨ ਦੇ ਵਿੱਚ ਭੇਜਿਆ ਤੇ ਮੈਨੂੰ ਰੋਕਿਆ ਉਸ ਨਾਸ਼ ਕਰਨ ਵਾਲੀਆਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਅੰਦਰ ਲੈਣ ਤੋਂ Because it's a power in the spiritual realm with sacrifice. ਕਿਉਂਕਿ ਜਦੋਂ ਅਸੀਂ ਬਲੀਦਾਨ ਦਿੰਦੇ ਹਾਂ ਤਾਂ ਉਹਦੇ ਵਿੱਚ ਸ਼ਕਤੀ ਹੁੰਦੀ ਹੈ ਆਤਮਿਕ ਦਾਇਰਿਆਂ ਦੇ ਵਿੱਚ David made sacrifice to God. ਜਿਹੜਾ ਦਾਊਦ ਹੈ ਉਸਨੇ ਪਰਮੇਸ਼ਵਰ ਦੇ ਅੱਗੇ ਬਲੀਦਾਨ ਚੜਾਏ People were even trying to give him their own calves to sacrifice. ਲੋਕਾਂ ਨੇ ਆਪਣੇ ਜਿਹੜਾ ਇੱਜੜ ਹੈ ਆਪਣੇ ਵੱਛੇ ਜਿਹੜੇ ਹਨ ਉਹ ਦਾਊਦ ਨੂੰ ਦੇਣ ਦੇ ਲਈ ਉਹਨਾਂ ਨੇ ਕੋਸ਼ਿਸ਼ ਕੀਤੀ But he said no. ਪਰ ਦਾਊਦ ਨੇ ਕਿਹਾ ਨਹੀਂ Because he wanted to make a true sacrifice by himself. ਕਿਉਂਕਿ ਮੈਂ ਚਾਹੁੰਦਾ ਹਾਂ ਕਿ ਮੈਂ ਪਰਮੇਸ਼ਵਰ ਦੇ ਲਈ ਇੱਕ ਸੱਚਾ ਬਲੀਦਾਨ ਇੱਕ ਸੱਚੀ ਭੇਂਟ ਚੜਾਵਾਂ ਆਪਣੇ Because he ਵੱਲੋਂ knew how the things works in the spiritual realm. ਕਿਉਂਕਿ ਜਿਹੜਾ ਦਾਊਦ ਸੀ ਉਹ ਜਾਣਦਾ ਸੀ ਕਿ ਆਤਮਿਕ ਦਾਇਰਿਆਂ ਦੇ ਵਿੱਚ ਕਿੱਦਾਂ ਕੰਮ ਹੁੰਦੇ You ਹਨ have to be faithful. ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਵਫਾਦਾਰ You ਹੋਵੋ have to be honest. ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇਮਾਨਦਾਰ You ਹੋਵੋ cannot be lying to God. ਤੁਸੀਂ ਪਰਮੇਸ਼ਵਰ ਦੇ ਨਾਲ ਝੂਠ ਨਹੀਂ ਬੋਲ And ਸਕਦੇ he said it has to be a true sacrifice from me. ਤੇ ਉਸਨੇ ਦਾਊਦ ਨੇ ਕਿਹਾ ਕਿ ਇਹ ਪਰਮੇਸ਼ਵਰ ਦੇ ਲਈ ਮੇਰੇ ਵੱਲੋਂ ਇੱਕ ਸੱਚਾ ਜਿਹੜਾ ਹੈ ਬਲੀਦਾਨ ਹੋਣਾ And the ਚਾਹੀਦਾ very ਹੈ moment he made a sacrifice, ਤੇ ਉਸੇ ਵੇਲੇ ਜਦੋਂ ਉਸਨੇ ਉਸ ਬਲੀਦਾਨ ਨੂੰ ਚੜਾਇਆ God came and says, ਤੇ ਪਰਮੇਸ਼ਵਰ ਆਏ ਤੇ ਪਰਮੇਸ਼ਵਰ ਨੇ ਕਿਹਾ I end the plague now. ਤੇ ਮੈਂ ਜਿਹੜੀ ਬਬਾ ਤੁਹਾਡੇ ਉੱਤੇ ਪਾਈ ਸੀ ਮੈਂ ਉਸ ਨੂੰ ਖਤਮ ਕਰ ਰਿਹਾ ਹਾਂ Hallelujah. ਹਾਲੇਲੂਇਆ Hallelujah. ਹਾਲੇਲੂਇਆ Hallelujah. ਹਾਲੇਲੂਇਆ This is how your problems is gonna be healed today. ਇਦਾਂ ਹੀ ਅੱਜ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਹਨ ਉਹ ਤੁਸੀਂ ਉਹਨਾਂ ਤੋਂ ਚੰਗੇ ਹੋ You're gonna ਜਾਓਗੇ get deliverances today. ਤੁਸੀਂ ਅੱਜ ਛੁਟਕਾਰਾ ਪ੍ਰਾਪਤ ਕਰੋਗੇ You're gonna go with the testimony today. ਤੁਸੀਂ ਅੱਜ ਆਪਣੀ ਗਵਾਹੀ ਦੇ ਨਾਲ ਜਾਓਗੇ Because your eyes are wide open today. ਕਿਉਂਕਿ ਹੁਣ ਤੁਹਾਡੀਆਂ ਅੱਖਾਂ ਪਹਿਲੇ ਨਾਲੋਂ ਜ਼ਿਆਦਾ ਚੌੜੀਆਂ ਖੁੱਲ You ਚੁੱਕੀਆਂ can ਹਨ see into the spiritual realm. ਤੁਸੀਂ ਹੁਣ ਆਤਮਿਕ ਦਾਇਰਿਆਂ ਦੇ ਵਿੱਚ ਦੇਖ ਸਕਦੇ ਹੋ You can obey the laws of the spirit and then enter into the spiritual realms. ਤੇ ਤੁਸੀਂ ਪਰਮੇਸ਼ਵਰ ਦੇ ਕਾਨੂੰਨਾਂ ਦੀ ਪਾਲਣਾ ਕਰਕੇ ਪਰਮੇਸ਼ਵਰ ਦੇ ਆਤਮਿਕ ਦਾਇਰਿਆਂ ਦੇ ਵਿੱਚ ਵੜ ਸਕਦੇ For ਹੋ God sent His revelation upon us today. ਕਿਉਂਕਿ ਪਰਮੇਸ਼ਵਰ ਨੇ ਅੱਜ ਸਾਡੇ ਉੱਤੇ ਆਪਣੇ ਪ੍ਰਕਾਸ਼ਨ ਨੂੰ ਭੇਜਿਆ ਹੈ Hallelujah. ਹਾਲੇਲੂਇਆ Can you see how there are principles in the spiritual realm and how they all make sense? ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆਤਮਿਕ ਦਾਇਰੇ ਹਨ ਉਹਦੇ ਵਿੱਚ ਕਿੰਨੇ ਸਿਧਾਂਤ ਹਨ ਤੇ ਉਹ ਕਿੱਦਾਂ ਆਪਣੇ ਆਪ ਦੇ ਵਿੱਚ ਅਰਥ ਰੱਖਦੇ ਹਨ It's like a person in a jail ਤੇ ਇਹ ਇੱਕ ਇਦਾਂ ਹੈ ਕਿ ਜਿੱਦਾਂ ਕੋਈ ਜਿਹੜਾ ਮਨੁੱਖ ਹੈ ਉਹ ਜੇਲ੍ਹ ਦੇ ਵਿੱਚ ਬੰਦ ਹੈ and says, Lord, I want you to get me out of this place. ਤੇ ਪਰਮੇਸ਼ਵਰ ਨੂੰ ਕਹਿ ਰਿਹਾ ਹੈ ਕਿ ਪ੍ਰਭੂ ਮੈਂ ਚਾਹੁੰਦਾ ਹਾਂ ਕਿ ਤੂੰ ਮੈਨੂੰ ਇਸ ਜਗ੍ਹਾ ਦੇ ਵਿੱਚੋਂ ਬਾਹਰ ਕੱਢ And ਲੈ the spiritual jail.
ਤੇ ਉਦਾਂ ਹੀ ਆਤਮਿਕ ਜੇਲ੍ਹ ਦੇ ਵਿੱਚ And we are thinking like God is going to pick us up and throw us out of the jail. ਅਸੀਂ ਇਹ ਸੋਚ ਲੈਂਦੇ ਹਾਂ ਕਿ ਪਰਮੇਸ਼ਵਰ ਆਉਣਗੇ ਤੇ ਸਾਨੂੰ ਇਸ ਆਤਮਿਕ ਜੇਲ੍ਹ ਦੇ ਵਿੱਚੋਂ ਚੱਕ ਕੇ ਬਾਹਰ ਕੱਢ ਦੇਣਗੇ। It doesn't work that way. ਇਹ ਉਸ ਤਰੀਕੇ ਦੇ ਨਾਲ ਕੰਮ ਨਹੀਂ He ਕਰਦਾ। gives us provisions to figure out things. ਪਰਮੇਸ਼ਵਰ ਸਾਡੇ ਲਈ ਪ੍ਰਬੰਧ ਕਰਦੇ ਹਨ ਕਿ ਅਸੀਂ ਸਮਾਧਾਨਾਂ ਨੂੰ ਲੱਭੀਏ। He gives us provision. This word of God is a big provision for us. ਜਿਹੜਾ ਪਰਮੇਸ਼ਵਰ ਦਾ ਵਚਨ ਹੈ ਉਹ ਸਾਡੇ ਲਈ ਇੱਕ ਬਹੁਤ ਵੱਡਾ ਪ੍ਰਬੰਧ ਕੀਤਾ ਗਿਆ ਹੈ। It has lots of deep depth revelations. ਇਹਦੇ ਵਿੱਚ ਬਹੁਤ ਹੀ ਗਹਿਰੇ ਤੇ ਜਿਹੜੇ ਹਨ ਉਹ ਪ੍ਰਕਾਸ਼ਨ ਰੱਖੇ ਗਏ ਹਨ। And if you want to receive your healing, if you want to get delivered, He is giving you provision today by the word of God that follow the laws. ਜੇ ਤੁਸੀਂ ਅੱਜ ਚੰਗਾ ਹੋਣਾ ਚਾਹੁੰਦੇ ਹੋ, ਜੇ ਤੁਸੀਂ ਅੱਜ ਵਧਣਾ ਚਾਹੁੰਦੇ ਹੋ ਤੇ ਪਰਮੇਸ਼ਵਰ ਨੇ ਆਪਣੇ ਵਚਨ ਦੇ ਵਿੱਚ ਉਹ ਪ੍ਰਬੰਧ ਕੀਤੇ ਹਨ ਜੋ ਤੁਸੀਂ ਜਿਨ੍ਹਾਂ ਨੂੰ ਮੰਨ ਕੇ ਉਹਨਾਂ ਦੀ ਪਾਲਣਾ ਕਰ ਸਕਦੇ ਹੋ। You have to obey them. ਤੁਹਾਨੂੰ ਉਹਨਾਂ ਦੀ ਪਾਲਣਾ ਕਰਨੀ I ਪਵੇਗੀ। want you to raise up your hands. ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਹੱਥਾਂ ਨੂੰ ਉਠਾਓ And I want to pray for you ਤੇ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੀ that today, ਕਿ ਅੱਜ Lord Jesus, I pray, ਪ੍ਰਭੂ ਯਿਸੂ ਮੈਂ ਅੱਜ ਪ੍ਰਾਰਥਨਾ ਕਰਦੀ ਹਾਂ every door that has been opened in the life of these people, ਜਿਹੜਾ ਵੀ ਦਰਵਾਜ਼ਾ ਇਹਨਾਂ ਲੋਕਾਂ ਦੇ ਜੀਵਨਾਂ ਦੇ ਵਿੱਚ ਖੁੱਲਾ ਸੀ that the devil has an access through their lives, ਜਿਨ੍ਹਾਂ ਦੇ ਜਿਸ ਦਰਵਾਜ਼ੇ ਦੇ ਦੁਆਰਾ ਦੁਸ਼ਟ ਨੂੰ ਇਹਨਾਂ ਦੇ ਜੀਵਨ ਦੇ ਵਿੱਚ ਪਹੁੰਚ ਮਿਲੀ I renounce it in the name of Jesus Christ today. ਤੇ ਮੈਂ ਅੱਜ ਉਸ ਦਰਵਾਜ਼ੇ ਨੂੰ ਜਿਹੜਾ ਖੁੱਲ ਗਿਆ ਸੀ ਉਸ ਨੂੰ ਤਿਆਗਦੀ ਹਾਂ ਯਿਸੂ ਦੇ ਨਾਮ ਦੇ ਵਿੱਚ। And we shut down every door of the demon in the name of Jesus Christ. ਤੇ ਮੈਂ ਹਰ ਉਸ ਦੁਸ਼ਟ ਦੇ ਜਿਹੜੇ ਦਰਵਾਜ਼ੇ ਨੂੰ ਬੰਦ ਕਰਦੀ ਹਾਂ ਅੱਜ ਯਿਸੂ ਦੇ ਨਾਮ ਦੇ And ਵਿੱਚ। Father Lord, we give the access of their lives into your holy hands. ਤੇ ਪਿਤਾ ਅਸੀਂ ਇਹਨਾਂ ਦੇ ਜੀਵਨਾਂ ਦੀ ਪਹੁੰਚ ਨੂੰ ਤੁਹਾਡੇ ਹੱਥਾਂ ਦੇ ਵਿੱਚ ਤੁਹਾਡੇ ਪਾਕ ਹੱਥਾਂ ਦੇ ਵਿੱਚ ਦਿੰਦੇ ਹਾਂ। Father Lord, I pray that you take control of their lives. ਪਿਤਾ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਤੁਸੀਂ ਇਹਨਾਂ ਲੋਕਾਂ ਦੇ ਜੀਵਨਾਂ ਦੇ ਵਿੱਚ ਕਾਬੂ ਕਰੋ। And I pray, Father, you give them the mind to serve you with their whole desires. ਤੇ ਪਿਤਾ ਮੈਂ ਇਹ ਪ੍ਰਾਰਥਨਾ ਕਰਦੀ ਹਾਂ ਕਿ ਤੁਸੀਂ ਇਹਨਾਂ ਨੂੰ ਉਹ ਮਨ ਦਿਓ ਜਿਹੜੇ ਸੱਚੀ ਚਾਹਤ ਦੇ ਨਾਲ ਤੁਹਾਡੀ ਸੇਵਾ ਕਰਨ। May they serve you with their wills. ਤਾਂ ਕਿ ਪਿਤਾ ਪਰਮੇਸ਼ਵਰ ਇਹ ਆਪਣੀ ਪੂਰੀ ਚਾਹਤ ਦੇ ਨਾਲ ਪ੍ਰਭੂ ਤੁਹਾਡੀ ਸੇਵਾ ਕਰਨ। You bless them, Father. ਪਿਤਾ ਤੁਸੀਂ ਇਹਨਾਂ ਨੂੰ ਆਸ਼ੀਸ਼ਿਤ And I ਕਰੋ pray, ਤੇ ਮੈਂ ਇਹ ਪ੍ਰਾਰਥਨਾ ਕਰਦੀ may their ਹਾਂ names be written in the book of life ਇਹਨਾਂ ਦੇ ਨਾਮ ਜੀਵਨ ਦੀ ਪੁਸਤਕ ਦੇ ਵਿੱਚ ਲਿਖੇ and shall ਜਾਣ never be erased. ਤੇ ਉੱਥੋਂ ਕਦੇ ਵੀ ਮਿਟਾਏ ਨਾ In the ਜਾਣ। mighty name of Jesus Christ, ਯਿਸੂ ਦੇ ਸ਼ਕਤੀਸ਼ਾਲੀ ਜਿੰਦਾ ਨਾਮ ਦੇ we ਵਿੱਚ pray and ask. ਅਸੀਂ ਇਹ ਪ੍ਰਾਰਥਨਾ ਮੰਗਦੇ ਹਾਂ। Amen. ਆਮੇਨ Amen. ਆਮੇਨ Amen. ਆਮੇਨ। ਪਰਮੇਸ਼ਵਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ ਤੇ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ।